हाँ जी दोस्तों, ਸਾਡੇ ਸਮੇਂ ਦਾ ਬਹੁਤ ਵੱਡਾ ਸ਼ਾਇਰ ਸੰਤ ਰਾਮ ਉਦਾਸੀ ਦਾ ਬਹੁਤ ਪ੍ਰਸਿੱਧ ਗੀਤ ਹੈ ਕਿ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹਿੰਦੇ ਸੂਰਜਾ ਕਮੀਆਂ ਦੇ ਵੇੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਗੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਿਹੜੇ, ਤੂੰ ਮਗਦਾ ਰਹਿੰਦੇ ਸੂਰਜਾ ਕਮੀਆਂ ਦੇ ਵੇੜੇ। ਬਹੁਤ ਹਾਂ ਅੱਛਾ ਦੋਸਤੋ, ਅੱਜ ਆਪਾਂ ਸੰਕਟ ਕਾਲ ਤੇ ਅਸੀਂ ਦੀ ਇਸ ਲੜੀ ਦੇ ਤਹਿਤ ਕਮੀਆਂ ਦੇ ਵਿਹੜੇ ਦੀ ਬਾਤ ਪਾਵਾਂਗੇ। ਪੰਜਾਬ ਸਾਹਿਤ ਅਕਾਦਮੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਇਸ 15ਵੀਂ ਲੜੀ ਦੇ ਵਿੱਚ ਆਪਾਂ ਅੱਜ ਦਲਿਤ ਸਰੋਕਾਰਾਂ ਤੇ ਦਲਿਤਾਂ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ। ਕਮੀਆਂ ਦੇ ਵਿਹੜੇ ਦੇ ਵਸਦੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਣ ਦੀ ਕੋਸ਼ਿਸ਼ ਕਰਾਂਗੇ, ਦੁੱਖਾਂ ਨੂੰ ਫੋਲਣ ਦੀ ਕੋਸ਼ਿਸ਼ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਤਾਂ ਸਾਡੇ ਵਿਚਕਾਰ ਸ਼ਾਮਲ ਨੇ ਰੋਜ਼ ਦੀ ਤਰ੍ਹਾਂ ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਲ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਲੜੀਵਾਰ ਲਾਈਵ ਸ਼ੋਅ ਹੈ ਲਗਾਤਾਰ ਚੱਲ ਰਿਹਾ ਹੈ। ਡਾਕਟਰ ਸਤੀਸ਼ ਕੁਮਾਰ ਵਰਮਾ ਤੇ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਦੀ ਸੁਚੱਜੀ ਅਗਵਾਈ ਦੇ ਵਿੱਚ। ਤੇ ਸਾਡੇ ਅੱਜ ਦੇ ਮਹਿਮਾਨ ਵੀ ਸਾਡੇ ਨਾਲ ਸ਼ਾਮਲ ਨੇ, ਜਿਹਦੇ ਵਿੱਚ ਸਭ ਤੋਂ ਪਹਿਲੇ ਮਹਿਮਾਨ ਜੋ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਨਾਲ ਸ਼ਾਮਲ ਨੇ ਉਹ ਨੇ ਰਾਜਕੁਮਾਰ ਹੰਸ ਜੀ। ਜਿਵੇਂ ਕਿ ਤੁਹਾਨੂੰ ਮੈਂ ਕੱਲ ਦੱਸਿਆ ਸੀ ਕਿ ਰਾਜਕੁਮਾਰ ਹੰਸ ਦਲਿਤ ਚਿੰਤਨ ਦੇ ਬਹੁਤ ਵੱਡੇ ਸਕਾਲਰ ਨੇ। ਮਹਾਰਾਜਾ ਸਾਇਆ ਜੀ ਰਾਓ ਯੂਨੀਵਰਸਿਟੀ ਬੜੌਦਾ ਦੇ ਵਿੱਚ 37 ਸਾਲ ਹਿਸਟਰੀ ਦੇ ਪ੍ਰੋਫੈਸਰ ਰਹੇ ਨੇ। ਦਲਿਤਾਂ ਦੇ ਹਾਸ਼ੀਏ ਤੇ ਜਾਣ ਦੀ ਸਥਿਤੀ ਤੇ ਇਹਨਾਂ ਨੇ ਲੰਮਾ ਸਮਾਂ ਕੰਮ ਕੀਤਾ ਹੈ। ਵਿਸ਼ਵ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਫਰਾਂਸ, ਜਰਮਨੀ, ਡੈਨਮਾਰਕ, ਕੈਨੇਡਾ, USA ਇਹਨਾਂ ਯੂਨੀਵਰਸਿਟੀਆਂ ਨੂੰ ਵਿਜ਼ਿਟ ਕੀਤਾ ਹੈ ਤੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਦੇ ਵਿੱਚ ਕਈ ਸਾਲ ਸ਼ਿਮਲੇ ਕਈ ਸਾਲ ਫੈਲੋਸ਼ਿਪ ਤੇ ਰਹੇ ਨੇ। ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਰਹਿ ਰਹੇ ਨੇ ਤੇ ਮੱਧਕਾਲੀ ਸਾਹਿਤ ਤੇ ਮੱਧਕਾਲੀ ਚਿੰਤਨ ਤੇ ਇਹਨਾਂ ਦਾ ਬਹੁਤ ਵੱਡਾ ਕੰਮ ਹੈ। ਸੋ ਰਾਜਕੁਮਾਰ ਹੰਸ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ। ਇਹਨਾਂ ਦੇ ਨਾਲ ਹੀ ਸਿਰਜਣਾ ਦੇ ਪਲ ਦੇ ਰੂਪ ਦੇ ਵਿੱਚ ਸਾਡੇ ਨਾਲ ਨੇ ਡਾਕਟਰ ਸੰਤੋਖ ਸੁਖੀ। ਡਾਕਟਰ ਸੰਤੋਖ ਸੁਖੀ ਦਾ ਕੰਮ ਵੀ ਸਾਰਾ ਦਲਿਤ ਸਾਹਿਤ ਹੈ। ਇਹਨਾਂ ਦੀਆਂ 2 ਕਿਤਾਬਾਂ ਨੇ, ਕਵਿਤਾ ਦੀਆਂ ਹੌਂਕੇ ਦੀ ਲਾਟ ਤੇ ਦੀਵਿਆਂ ਦੀ ਸਰਗਮ। ਇਸ ਤੋਂ ਇਲਾਵਾ ਇਹਨਾਂ ਦੀ ਇੱਕ ਫਿਲਾਸਫੀ ਦੀ ਕਿਤਾਬ ਹੈ ਭਾਰਤ ਵਿੱਚ ਜਾਤ ਤੇ ਜਮਾਤ। ਖੋਜ ਦੇ ਵਿੱਚ ਇਹਨਾਂ ਨੇ ਮੂਣ ਤਿਆਗੀ ਦੀ ਕਾਵਿ ਦ੍ਰਿਸ਼ਟੀ ਦੀ ਖੋਜ ਕੀਤੀ ਹੈ। 60 ਦੇ ਕਰੀਬ ਆਰਟੀਕਲ ਨੇ ਤੇ ਕਾਫੀ ਸਾਰੇ ਰਿਸਰਚ ਪੇਪਰ ਨੇ। ਦਲਿਤ ਚਿੰਤਨ ਪੜ੍ਹਦੇ ਪੜ੍ਹਾਉਂਦੇ ਨੇ ਤੇ ਬਹੁਤ ਸੋਹਣੀਆਂ ਕਵਿਤਾਵਾਂ ਲਿਖਦੇ ਨੇ। ਇਸ ਤੋਂ ਪਹਿਲਾਂ ਕਿ ਆਪਾਂ ਰਾਜਕੁਮਾਰ ਹੰਸ ਹੋਰਾਂ ਨਾਲ ਖੁੱਲ੍ਹ ਕੇ ਗੱਲਾਂ ਬਾਤਾਂ ਕਰੀਏ ਤੇ ਨਾਲ ਹੀ ਸੰਤੋਖ ਸੁਖੀ ਦੀਆਂ ਕਵਿਤਾਵਾਂ ਸੁਣੀਏ, ਮੈਂ ਬੇਨਤੀ ਕਰੂੰਗਾ ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ ਕਿ ਉਹ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਰਨਗੇ। ਬਹੁਤ-ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਪੰਜਾਬ ਸਾਹਿਤ ਅਕਾਦਮੀ ਦੇ ਮੰਚ ਤੋਂ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਗਿਆ, ਉਹਦੇ ਅੱਜ 15ਵੇਂ ਐਪੀਸੋਡ ਦੇ ਵਿੱਚ ਸਾਡੇ ਕੋਲੇ ਆਏ ਹੋਏ ਨੇ ਬਹੁਤ ਹੀ ਅਜ਼ੀਮ ਮਹਿਮਾਨ ਰਾਜਕੁਮਾਰ ਹੰਸ ਜੀ, ਸਾਬਕਾ ਵਾਈਸ ਚਾਂਸਲਰ, ਤੇ ਡਾਕਟਰ ਸੰਤੋਖ ਸੁਖੀ ਜੀ, ਜਿਨ੍ਹਾਂ ਨੇ ਸਿਰਜਣਾ ਦੇ ਪਲ ਸਾਂਝੇ ਕਰਨੇ ਨੇ ਪੰਜਾਬ ਸਾਹਿਤ ਅਕੈਡਮੀ ਦੇ ਸਾਰੇ ਐਗਜ਼ੈਕਟਿਵ ਵੱਲੋਂ ਔਰ ਸਾਡੇ ਸਾਰੇ ਹੀ ਦਰਸ਼ਕਾਂ ਸਰੋਤਿਆਂ, ਕਿਉਂਕਿ ਅਸੀਂ ਇੰਨਾ ਜੁੜ ਗਏ ਹਾਂ ਇੱਕ ਦੂਜੇ ਦੇ ਨਾਲ ਕਿ ਸ਼ਾਮ ਦੇ 8 ਵਜੇ ਦੀ ਉਡੀਕ ਹੁੰਦੀ ਆ। ਉਹਨਾਂ ਸਾਰਿਆਂ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿੱਥੋਂ ਤੱਕ ਆਪਾਂ ਗੱਲ ਕਰਦੇ ਹੁੰਦੇ ਹਾਂ ਦਲਿਤ ਸਰੋਕਾਰਾਂ ਦੀ, ਤਾਂ ਮੈਨੂੰ ਬੜਾ ਔਖਾ ਲੱਗਦਾ ਹੁੰਦਾ ਹੈ ਕਿਸੇ ਚੀਜ਼ ਨੂੰ ਦਲਿਤ ਕਹਿਣਾ ਹੀ, ਇਹ ਸ਼ਬਦ ਵਰਤਣਾ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਹੈ। ਕਿਉਂਕਿ ਕਾਲਜ ਦੇ ਵਿੱਚ ਵੀ ਜਦੋਂ ਅਸੀਂ ਕਦੇ ਕਰਦੇ ਹਾਂ ਕਿ ਐਸੀ ਬੱਚੇ ਆ ਜਾਂ ਤੇਰੀ ਕਾਸਟ ਕੀ ਹੈ, ਐਸੀ ਹੈ, ਜਾਂ ਉਹਨੂੰ ਜਦੋਂ ਵਜ਼ੀਫੇ ਦੇਣੇ ਹੁੰਦੇ ਆ ਤਾਂ ਉਹ ਸ਼ਬਦ ਉਹਦੇ ਲਈ ਮੈਨੂੰ ਪੁੱਛਣਾ ਹੀ ਮੇਰੀ ਆਤਮਾ ਤੇ ਉਹ ਬੋਝ ਹੁੰਦਾ ਹੈ। ਸੋ ਮੈਨੂੰ ਲੱਗਦਾ ਹੁੰਦਾ ਕਿ ਰੱਬ ਦੇ ਬਣਾਏ ਹੋਏ ਸਾਰੇ ਹੀ ਬੰਦੇ ਇੱਕੋ ਜਿਹੇ ਨੇ ਤੇ ਸਾਰਿਆਂ ਨੂੰ ਉਹਨਾਂ ਦਾ ਮਾਨ ਸਨਮਾਨ ਮਿਲਣਾ ਚਾਹੀਦਾ। ਜੇਕਰ ਕਿਤੇ ਰੱਬ ਕਰੇ ਕਿ ਅਸੀਂ ਇਹਨਾਂ ਕੈਟੇਗਰੀਜ਼ ਤੋਂ ਬਾਹਰ ਨਿਕਲ ਆਈਏ, ਜਿਵੇਂ ਬਾਬੇ ਨਾਨਕ ਨੇ ਚਾਹਿਆ ਸੀ, ਉਸ ਤਰ੍ਹਾਂ ਦਾ ਕਿਤੇ ਜੀਵਨ ਹੋਵੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰਥਕ ਹੋਵੇ। ਇਕਨੋਮਿਕਲੀ ਅਸੀਂ ਬੈਕਵਰਡ ਹੋਈਏ ਤੇ ਉਹਦੇ ਲਈ ਅਸੀਂ ਇੱਕ ਦੂਜੇ ਦੀ ਸਹਾਇਤਾ ਕਰੀਏ, ਪਰ ਇਹ ਜਿਹੜਾ ਅਸੀਂ ਕਿਸੇ ਨੂੰ ਇਸ ਤਰ੍ਹਾਂ ਨਿਮਨ ਵਰਗ ਦੇ ਵਿੱਚ ਲੈ ਜਾਂਦੇ ਹਾਂ ਜਾਂ ਦਲਿਤ ਕਹਿਣ ਲੱਗ ਜਾਂਦੇ ਹਾਂ ਜਾਂ ਉਹ ਤਰਸ ਦੇ ਪਾਤਰ ਉਹਨਾਂ ਨੂੰ ਬਣਾ ਦਿੰਦੇ ਹਾਂ,
ਇਹੋ ਜਿਹਾ ਰਵੱਈਆ ਸਾਡਾ ਨਹੀਂ ਹੋਣਾ ਚਾਹੀਦਾ ਕਿਸੇ ਪ੍ਰਤੀ। ਤੇ ਜ਼ਰੂਰ ਇਸ ਤਰ੍ਹਾਂ ਦੇ ਸਾਡੇ, ਜਿਵੇਂ ਸੰਤ ਰਾਮ ਉਦਾਸੀ ਜੀ ਨੇ ਕਿਹਾ ਕਿ ਕਮੀਆਂ ਦੇ ਵਿਹੜੇ ਵੀ ਓਨਾ ਹੀ ਸੂਰਜ ਮਗੇ, ਓਨੇ ਹੀ ਦਾਣੇ ਆਉਣ, ਤੇ ਉਹੋ ਹੀ ਸਾਰਾ ਸਾਡਾ ਸਮਾਜਿਕ ਜਿਹੜਾ ਸਭ ਦਾ ਰੁਤਬਾ ਹੋਵੇ। ਕਿਤੇ ਕੋਈ ਆਰਥਿਕ ਵਖਰੇਵਾ ਤੇ ਹੋਵੇ, ਪਰ ਇਦਾਂ ਦਾ ਜਾਤਾਂ ਦਾ ਵਖਰੇਵਾ ਨਾ ਹੋਵੇ। ਇਹ ਮੇਰੀ ਦਿਲੀ ਇੱਛਾ ਆ। ਸੋ ਅੱਜ ਅਸੀਂ ਇਹਨਾਂ ਮਸਲਿਆਂ ਤੇ ਗੱਲ ਕਰਾਂਗੇ, ਤੇ ਅਸੀਂ ਇਹ ਵੀ ਵੇਖਣਾ ਹੈ ਕਿ ਅਸੀਂ ਕਿਵੇਂ ਇਹਦੇ ਤੋਂ ਉੱਪਰ ਉੱਠ ਸਕਦੇ ਹਾਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਸਾਡੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਸਰੋਤਿਆਂ ਨੂੰ ਜੀ ਆਇਆਂ ਆਖਦੀ ਹਾਂ। ਤੁਹਾਡੇ ਕਮੈਂਟਸ, ਤੁਹਾਡੀਆਂ ਗੱਲਾਂ, ਤੁਹਾਡੇ ਜੋ ਸਾਡੇ ਲਈ ਹੌਸਲਾ ਅਫਜ਼ਾਈ ਹੈ, ਉਹ ਸਾਡੇ ਲਈ ਮਾਣ ਦੇ ਪਲ ਹੁੰਦੇ ਨੇ, ਤੇ ਸਾਨੂੰ ਆਪਣੇ ਆਪ 'ਚ ਇੰਪਰੂਵ ਕਰਨ ਦਾ ਵੀ ਮੌਕਾ ਮਿਲਦਾ। ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ, ਤੇ ਆਪਣੀ ਭਰਵੀਂ ਸ਼ਮੂਲੀਅਤ ਜ਼ਰੂਰ ਸਾਡੇ ਨਾਲ ਰੱਖਿਓ, ਤੇ ਫਿਰ ਆਪਣੇ ਸਵਾਲ ਵੀ ਤੁਸੀਂ ਜ਼ਰੂਰ ਰੱਖਿਓ। ਇਹਨਾਂ ਸ਼ਬਦਾਂ ਦੇ ਨਾਲ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਆਖਦੀ ਹਾਂ। ਤੇ ਇੱਕ ਮੈਂ ਹੋਰ ਗੱਲ ਸਾਂਝੀ ਕਰਨੀ ਚਾਹਾਂਗੀ। ਪੂਜਾ ਪੁੰਡਰਕ ਹੋਰਾਂ ਦਾ ਕੋਈ ਮੈਸੇਜ ਵੀ ਹੁਣ ਆ ਰਿਹਾ ਸੀ। ਇਹਨਾਂ ਨੇ ਬਹੁਤ ਸੋਹਣਾ ਵਿਊਜ਼ ਦਿੱਤੇ ਨੇ, ਇੱਕ ਕਲੌਜ਼ ਬਣਾ ਕੇ ਸਾਡੇ ਇਸ ਪ੍ਰੋਗਰਾਮ ਦੇ ਬਾਰੇ ਵਿੱਚ। ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਾਹਿਤ ਅਕੈਡਮੀ ਦਾ ਇਹ ਜਿਹੜਾ ਪ੍ਰੋਗਰਾਮ ਆਨਲਾਈਨ ਕੀਤਾ ਜਾ ਰਿਹਾ, ਇਹ ਦਿਨੋ ਦਿਨ ਬਹੁਤ ਸਾਰੇ ਦਰਸ਼ਕਾਂ ਸਰੋਤਿਆਂ ਦਾ ਧਿਆਨ ਖਿੱਚ ਰਿਹਾ ਆਪਣੇ ਵੱਲ, ਤੇ ਬਹੁਤ ਸਾਰੇ ਦੇਸ਼ ਵਿਦੇਸ਼ ਤੋਂ ਇਹਦੇ ਨਾਲ ਜਿਹੜੇ ਦਰਸ਼ਕ ਨੇ ਉਹ ਜੁੜ ਰਹੇ ਨੇ, ਰਾਈਟਰ ਜੁੜ ਰਹੇ ਨੇ। ਸੋ ਮੈਂ ਇਹਨਾਂ ਦੀ ਬਹੁਤ ਧੰਨਵਾਦੀ ਹਾਂ। ਜ਼ਰੂਰ ਇਸ ਤਰ੍ਹਾਂ ਦੀ ਫੀਡਬੈਕ ਸਾਨੂੰ ਮਿਲਦੀ ਰਹੇ, ਤੇ ਕੋਸ਼ਿਸ਼ ਇਹ ਕਰੀਏ ਆਪਾਂ ਸਾਰੇ ਜਿੰਨੇ ਜਾਣੇ ਇਸ ਵੇਲੇ ਜੁੜੇ ਹੋਏ ਆ, ਆਪਣੇ ਨਾਲ ਹੋਰ ਸਾਰੇ ਉਹਨਾਂ ਨੂੰ ਜੋੜੀਏ WhatsApp ਦੇ ਜ਼ਰੀਏ ਜਾਂ ਆਨਲਾਈਨ, ਕਿ ਇਸ ਨੂੰ ਸਾਡੇ ਪ੍ਰੋਗਰਾਮ ਨੂੰ ਬਾਕੀਆਂ ਸਭ ਨਾਲ ਸਾਂਝਾ ਕਰਿਆ ਕਰੋ, ਤਾਂ ਕਿ ਵੱਧ ਤੋਂ ਵੱਧ ਇਸ ਜਿਹੜੀ ਡਿਸਕਸ਼ਨ ਹੁੰਦੀ ਉਹਦਾ ਲਾਹਾ ਲੈ ਸਕਣ। ਸੋ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਮੈਂ ਡਾਕਟਰ ਕੁਲਦੀਪ ਦੀਪ ਜੀ ਦੇ ਹਵਾਲੇ ਕਰਦੀ ਹਾਂ ਮਾਈਕ। ਜੀ ਮੈਮ, ਬਹੁਤ ਬਹੁਤ ਧੰਨਵਾਦ। ਆਪਾਂ ਸੰਤੋਖ ਸੁਖੀ ਹੋਰਾਂ ਨਾਲ ਇਹਨਾਂ ਦੀਆਂ ਕਵਿਤਾਵਾਂ ਸੁਣਦੇ ਹਾਂ, ਤੇ ਇਹ ਦਲਿਤ ਚਿੰਤਨ ਬਾਰੇ ਇਹਨਾਂ ਨੇ ਬਹੁਤ ਕਮਾਲ ਦੀਆਂ ਕਵਿਤਾਵਾਂ ਲਿਖੀਆਂ ਨੇ। ਤੇ ਇਹਨਾਂ ਦੀ ਕਵਿਤਾ ਦੇ ਕੁਝ ਬੋਲ ਨੇ ਕਿ ਬਹੁਤ ਸਵਾਲ ਕਰਦੇ ਹਨ ਤੁਹਾਨੂੰ ਇਹ ਮਿੱਟੀ ਰੰਗੇ ਲੋਕ, ਬਹੁਤ ਸਵਾਲ ਕਰਦੇ ਹਨ ਤੁਹਾਨੂੰ ਇਹ ਮਿੱਟੀ ਰੰਗੇ ਲੋਕ। ਇਹ ਪੁੱਛਦੇ ਹਨ ਕਿ ਕਿੱਥੇ ਹੈ ਉਹਨਾਂ ਦੇ ਹਿੱਸੇ ਦੀ ਜ਼ਿੰਦਗੀ, ਤੇ ਉਹਨਾਂ ਦੇ ਹਿੱਸੇ ਦੀ ਕਿੱਥੇ ਪਈ ਹੈ ਖੁਸ਼ੀ, ਉਹਨਾਂ ਦੇ ਪੈਰਾਂ ਦੀ ਕਿੱਥੇ ਹੈ ਮੰਜ਼ਿਲ, ਉਹਨਾਂ ਦੀਆਂ ਅੱਖਾਂ ਦਾ ਕਿੱਥੇ ਹੈ ਸੁਪਨਾ। ਉਹ ਪੁੱਛਦੇ ਹਨ ਕਿ ਉਹਨਾਂ ਦੀਆਂ ਫਟੀਆਂ ਵਿਆਹੀਆਂ ਲਈ ਮੱਲਮ ਮਿਲਦੀ ਹੈ ਕਿਵੇਂ, ਕਦੋਂ ਉਹਨਾਂ ਦਾ ਸੁਪਨੇ ਲੈਣਾ ਬੇਗੁਨਾਹੀ ਵਿੱਚ ਹੋਵੇਗਾ ਸ਼ਾਮਲ। ਉਹ ਪੁੱਛਦੇ ਹਨ ਕਿ ਕਦੋਂ ਹੋਣਗੇ ਉਹ ਖੇਤ ਉਹਨਾਂ ਦੇ, ਜਿਨ੍ਹਾਂ 'ਚ ਹਰ 6 ਮਹੀਨੇ ਬਾਅਦ ਬੀਜਦੇ ਹਨ ਇਹ ਆਪਣਾ ਜਿਸਮ, ਪਰ ਨਸੀਬ ਨਹੀਂ ਹੁੰਦੇ ਬੱਚਿਆਂ ਨੂੰ ਬੱਚਿਆਂ ਦੇ ਪੈਰਾਂ ਨੂੰ ਮੋਜੇ, ਸਿਰਾਂ ਨੂੰ ਜੁੜਦੀ ਨਹੀਂ ਪੱਗ ਤੇ ਚੁੰਨੀ। ਬਹੁਤ ਸਵਾਲ ਕਰਦੇ ਨੇ ਤੁਹਾਨੂੰ ਇਹ ਮਿੱਟੀ ਰੰਗੇ ਲੋਕ, ਤੇ ਤੁਸੀਂ ਕਦੋਂ ਸੁਣੋਗੇ। ਇਹੋ ਜਿਹੇ ਤਿੱਖੇ ਸਵਾਲਾਂ ਦੇ ਰੂਬਰੂ ਹੁੰਦੀ ਡਾਕਟਰ ਸੰਤੋਖ ਸੁਖੀ ਦੀ ਕਵਿਤਾ ਦੇ ਕੁਝ ਰੰਗ ਆਪਾਂ ਦੇਖਦੇ ਹਾਂ। ਆਓ ਜੀ, ਡਾਕਟਰ ਸੰਤੋਖ ਸੁਖੀ ਜੀ, ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਪਹਿਲੀ ਕਵਿਤਾ ਹੈ ਜੀ, ਪਿੰਡ। ਆਖਰ ਫਿਰ ਤੁਸੀਂ ਹੀ ਦੱਸੋ ਕਿ ਇਹ ਪਿੰਡ ਮੇਰਾ ਕੀ ਲੱਗਦਾ ਹੈ। ਆਖਰ ਫਿਰ ਕੀ ਲੱਗਦਾ ਹੈ ਜਿਸਨੇ ਮੇਰੇ ਮੱਥੇ ਚੁੱਕ ਦਿੱਤੀ ਹੈ ਮੇਰੀ ਜਾਤ, ਮੇਰੀ ਔਕਾਤ, ਮੈਨੂੰ ਦਿੱਤੀ ਜਾਂਦੀ ਖੈਰਾਤ, ਬੁੱਤੀਆਂ ਦਾ ਇਤਿਹਾਸ, ਕਾਇਨਾਤ, ਮੋਏ ਜਾਨਵਰਾਂ ਦੀ ਮੁਸ਼ਕ ਦੀ ਸੌਗਾਤ, ਤੇ ਮੇਰੇ ਨਾਮ ਕਰੀ ਹੋਈ ਹੈ ਕਾਲੀ ਧਰਤੀ, ਕਾਲੀ ਬਾਟੀ, ਤੇ ਪੱਛਮ ਵਿੱਚ ਵਸਣਾ। ਆਖਰ ਤੁਸੀਂ ਹੀ ਦੱਸੋ ਕਿੱਥੇ ਹੈ ਮੇਰੇ ਹਿੱਸੇ ਦਾ ਬਾਗ, ਤੇ ਬਾਗ 'ਚ ਬੋਲਦੀ ਕੋਇਲ ਦਾ ਗੀਤ, ਕਿੱਥੇ ਹੈ ਮੇਰੇ ਹਿੱਸੇ ਦਾ ਤੇ ਰੰਗ ਮੇਰੀ ਸੁਰਤ ਵਿੱਚ ਆਉਣੀ ਸੀ, ਤੇ ਕਿੱਥੇ ਹੈ ਸੰਘਣੀ ਛਾਨ ਦੇਣ ਵਾਲੇ ਬੋਰਡ ਦੀ ਮੇਰੇ ਹੱਕ 'ਚ ਦਿੱਤੀ ਕੋਈ ਗਵਾਹੀ, ਕਿੱਥੇ ਹੈ ਮੇਰੀਆਂ ਭੈਣਾਂ ਦੀ ਤੋਰ ਵਿਚਲੀ ਮੜਕ, ਤੇ ਕਸੂਰੀ ਜੁੱਤੀ ਦੀ ਬਜਾਏ ਕਿਉਂ ਸੁਣਾਈ ਦਿੰਦਾ ਹੈ ਕਿਸੇ ਛਿੱਤਰਾਂ ਦਾ ਔਰੂ ਪਾਉਂਦਾ ਸ਼ੋਰ। ਤੁਸੀਂ ਹੀ ਦੱਸੋ ਮੈਨੂੰ ਕਿਉਂ ਮੰਨਦਾ ਹੈ ਵਿਕਾਊ, ਵੱਟ ਵੋਟ ਤੋਂ ਲੈ ਕੇ ਧਰਮ ਤੱਕ ਮੇਰਾ ਉਡਾਉਂਦਾ ਹੈ ਮਜ਼ਾਕ, ਨੋਟਾਂ ਤੇ ਝੰਡਿਆਂ ਦੇ ਕੋਹਰਾਮ, ਬਲਾਤਕਾਰ। ਤੁਸੀਂ ਹੀ ਦੱਸੋ ਕੀ ਲੈਣਾ ਹੈ ਮੈਂ ਖੂਹ ਦੀਆਂ ਟਿੰਡਾਂ ਵਿੱਚੋਂ ਡਿੱਗਦੇ ਪਾਣੀ ਤੋਂ, ਜਦੋਂ ਮੇਰੇ ਹਿੱਸੇ ਨਹੀਂ ਆਉਂਦਾ ਚੂੜੀ ਪਰ ਪਾਣੀ, ਤੇ ਕਿਉਂ ਸੁਣਾ
ਦੀਆਂ ਟੱਲੀਆਂ ਦਾ ਸੰਗੀਤ, ਜਦੋਂ ਮੇਰੀਆਂ ਚੀਕਾਂ ਤੇ ਚੀਸਾਂ ਨੂੰ ਨਹੀਂ ਦਿੰਦਾ ਕੋਈ ਕੰਨ ਤੇ ਕੰਨਾ, ਤੇ ਧਰਮ ਦੁਆਰੇ ਵਿੱਚੋਂ ਆਉਂਦੀ ਆਵਾਜ਼, ਇੱਥੇ ਧਰਮ ਸ਼ਾਸਤਰਾਂ ਦੀ ਵਿਆਖਿਆ ਮੇਰੇ ਤੇ ਹੁੰਦੇ ਜ਼ੁਲਮਾਂ ਦੇ ਖਿਲਾਫ ਨਹੀਂ ਹੁੰਦੀ। ਤੇ ਤੁਸੀਂ ਹੀ ਦੱਸੋ ਕਿ ਹੁਣ ਤੱਕ ਮੇਰੇ ਪਿੰਡ ਨੇ ਕਿਉਂ ਨਹੀਂ ਲਿਖਿਆ ਖਾਸ, ਤੇ ਮਾਵਾਂ ਧੀਆਂ ਦੀਆਂ ਬੇਈਆਂ ਦਾ ਕਿਉਂ ਨਹੀਂ ਕੀਤਾ ਕੋਈ ਬਿਆਨ ਦਰਜ। ਫਿਰ ਤੁਸੀਂ ਹੀ ਦੱਸੋ ਇਹ ਪਿੰਡ ਮੇਰਾ ਕੀ ਲੱਗਦਾ ਹੈ, ਇਹ ਪਿੰਡ ਮੇਰਾ ਕੀ। ਬਹੁਤ ਵੱਡਾ ਸਵਾਲ, ਇਹ ਪਿੰਡ ਮੇਰਾ ਕੀ ਲੱਗਦਾ ਹੈ। ਦੂਸਰੀ ਕਵਿਤਾ ਹੈ ਪਿੰਡਿਆਂ ਨੂੰ ਚੰਬੜਿਆ ਪ੍ਰਵਾਸ। ਪਰਸੀਨੀ ਹੁਣ ਦਿੱਤਾ ਹੈ ਸਭ ਕੁਝ। ਤੁਹਾਡੀ ਆਵਾਜ਼ ਕੱਟਦੀ ਹੈ, ਸਾਰੀ ਗੰਦ ਦਾ ਰਿਪੀਟ ਕਰਦਿਆ ਕਰੋ ਸੰਤੋਖ, ਤੁਹਾਡੀ ਆਵਾਜ਼ ਨਾ ਕੱਟਦੀ ਹੈ। ਹਾਂਜੀ, ਕਵਿਤਾ ਹੈ ਜੀ ਪਿੰਡ। ਪਰਸੀਨੀ ਨੇ ਬੇਗਾਨਿਆਂ ਦੀਆਂ ਬੂਰੀਆਂ ਹੇਠੋਂ ਹੁਣ ਦਿੱਤਾ ਹੈ ਸਭ ਕੁਝ, ਤੇ ਸਾਰੀ ਰਾਤ ਦਾ ਗੰਦ ਸਮੇਟ ਦਿੱਤਾ ਹੈ ਉਸਨੇ। ਬਾਬੂ ਦੇ ਘਰ ਪੋਚਾ ਲਾਈ ਹੈ, ਚਮਕਾ ਆਈ ਹੈ ਹਰ ਕਮਰਾ ਹਰ ਸਬਾਤ, ਘਰ ਦੀ ਮਾਲਕ ਦੀ ਅੱਖ ਵੀ ਲੈ ਰਹੀ ਹੈ ਕਿਤੇ ਕਿਤੇ। ਹਰਲੀਨ ਉਰਫ ਹੈਲੀ ਪੀਜ਼ਾ ਹੱਟ ਦੀ ਰਿਸੈਪਸ਼ਨ ਤੋਂ ਡਿਊਟੀ ਪੂਰੀ ਕਰ ਮੁੜ ਆਈ ਹੈ, ਲਾ ਰਹੀ ਹੈ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਤੋਂ ਗਾਹਕਾਂ ਦੇ ਘਰਾਂ ਵਿੱਚ ਰੋਟੀ ਪੱਕੇਗੀ। ਤੁਸੀਂ ਬਸ ਇਹ ਵੇਖਣਾ ਹੈ ਕਿ ਇਹ ਰੋਟੀ ਹੈ ਜਾਂ ਉਹਨਾਂ ਦੀ ਦੇਹ। ਰਤਨ ਕੌਰ ਨੇ ਚਾਟੀ ਚੋਂ ਕੱਢ ਲਈ ਹੈ ਲੱਸੀ ਨਾਲ ਸੰਵਾਦ ਜਾਰੀ ਹੈ, ਦੁਨੀਆ ਦਾ ਲੱਸੀ ਨਾਲ ਸੰਵਾਦ ਜਾਰੀ। ਛੋਟੀ ਜਿਹੀ ਕਵਿਤਾ, ਬਹੁਤ ਵਧੀਆ, ਪਰ ਥੋੜੀ ਜਿਹੀ ਆਵਾਜ਼ ਕਿਤੇ ਕੱਟ ਰਹੀ ਹੈ। ਹਾਂਜੀ। ਬੱਚੇ ਝੂਠਮ ਝੂਠੀ ਇੱਕ ਦੂਜੇ ਨੂੰ ਮਾਰ ਰਹੇ ਹਨ। ਬੱਚੇ ਝੂਠਮ ਝੂਠੀ ਇੱਕ ਦੂਜੇ ਨੂੰ ਮਾਰ ਰਹੇ ਹਨ, ਉੱਠ ਖੜਦੇ ਹਨ ਹੱਸਣ ਲੱਗਦੇ ਹਨ। ਥੋੜੀ ਦੇਰ ਬਾਅਦ ਉੱਠ ਖੜਦੇ ਹਨ ਹੱਸਣ ਲੱਗਦੇ ਹਨ। ਮੈਂ ਖੇਡ ਦੇਖ ਆਨੰਦ ਲੈ ਰਿਹਾ ਹਾਂ। ਰੰਗ ਦੀ ਟੋਪੀ ਪਾਈ ਆਇਆ ਬੱਚਾ ਇੱਕ ਬੱਚੇ ਨੂੰ ਧਰਮ ਦਾ ਨਾਂ ਲੈ ਗਾਲ ਕੱਢਦਾ ਹੈ। ਉਧਰੋਂ ਇੱਕ ਵੱਖਰੇ ਰੰਗ ਦੀ ਟੋਪੀ ਪਾਈ ਆਇਆ ਬੱਚਾ ਗਾਲ ਕੱਢਦਾ ਹੈ। ਸਾਰੀ ਖੇਡ ਖਰਾਬ ਹੋ ਗਈ, ਪਤਾ ਨਹੀਂ ਲੱਗ ਰਿਹਾ ਝੂਠਮ ਝੂਠੀ ਖੇਡ ਵਿੱਚ ਸੱਚੀ ਕੌਣ ਮਰ ਗਿਆ ਹੈ। ਕਿਆ ਬਾਤ, ਝੂਠਮ ਝੂਠੀ ਖੇਡ ਵਿੱਚ ਸੱਚੀ ਕੌਣ ਮਰ ਗਿਆ। ਸੱਚਮੁੱਚ ਸਾਡੇ ਅਵਚੇਤਨ ਦੇ ਵਿੱਚ ਪਈਆਂ ਚੀਜ਼ਾਂ ਸਾਨੂੰ ਬਹੁਤ ਤੰਗ ਕਰਦੀਆਂ ਨੇ, ਤੇ ਇਹ ਜਿਹੜੇ ਪੱਖਪਾਤ ਦੇ ਬਿੰਬ ਨੇ ਸਾਡੇ ਕਲਚਰ ਦੇ ਵਿੱਚ, ਇਹ ਕਿਤੇ ਨਾ ਕਿਤੇ ਬੱਚਿਆਂ ਦੀਆਂ ਖੇਡਾਂ ਦੇ ਵਿੱਚ ਵੀ ਆ ਜਾਂਦੇ ਨੇ। ਸੰਤੋਖ ਸੁਖੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਭਾਵੇਂ ਤੁਹਾਡੀ ਆਵਾਜ਼ ਕੱਟ ਰਹੀ ਸੀ, ਪਰ ਫਿਰ ਵੀ ਅਸੀਂ ਤੁਹਾਡੀ ਕਾਫੀ ਗੱਲਾਂ ਨੂੰ ਸਮਝ ਸਕੇ ਹਾਂ। ਤੇ ਮੈਂ ਪਾਠਕਾਂ ਨੂੰ ਇਹ ਅਪੀਲ ਵੀ ਕਰਦਾ ਕਿ ਸੰਤੋਖ ਸੁਖੀ ਦੀਆਂ ਕਵਿਤਾਵਾਂ ਜ਼ਰੂਰ ਪੜ੍ਹੀਆਂ ਜਾਣ। ਇਹਦੇ ਵਿੱਚ ਤੁਹਾਨੂੰ ਇੱਕ ਨਵੀਂ ਕਿਸਮ ਦਾ ਦਰਸ਼ਨ, ਇੱਕ ਨਵੀਂ ਕਿਸਮ ਦੀ ਸੋਚ, ਇੱਕ ਨਵੀਂ ਕਿਸਮ ਦੇ ਬਿੰਬ ਤੁਹਾਨੂੰ ਮਿਲਣਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਹਾਂਜੀ, ਡਾਕਟਰ ਰਾਜਕੁਮਾਰ ਹੰਸ ਜੀ, ਅਸੀਂ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਕਰਦੇ ਹਾਂ ਤੇ ਆਪਾਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹੰਸ ਜੀ, ਸੰਕਟ ਕਾਲ ਦੇ ਦੌਰਾਨ ਇੱਕ ਪਾਸੇ ਵਿਸ਼ਵ ਪੱਧਰ ਤੇ ਨਸਲਵਾਦ ਦਾ ਮੁੱਦਾ ਬਹੁਤ ਚਰਚਿਤ ਰਿਹਾ। ਅਮਰੀਕਾ ਦੇ ਵਿੱਚ ਵਾਪਰੀ ਇੱਕ ਘਟਨਾ ਨਾਲ ਇੱਕ ਬੰਦੇ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾਇਆ, ਪਰ ਦੂਜੇ ਪਾਸੇ ਹਿੰਦੁਸਤਾਨ ਦੇ ਵਿੱਚ ਸਦੀਆਂ ਤੋਂ ਇੱਕ ਖਾਸ ਕਿਸਮ ਦੀ ਜਮਾਤ ਨੂੰ ਲਗਾਤਾਰ ਪੀੜਿਤ ਕੀਤਾ ਜਾਂਦਾ ਰਿਹਾ, ਪਰ ਸਾਡੇ ਉਸ ਕਿਸਮ ਦੀ ਚਰਚਾ ਕਿਤੇ ਨਹੀਂ ਹੋਈ ਹੈਗੀ। ਤੁਸੀਂ ਇਹਨਾਂ ਦੋਨੇ ਘਟਨਾਵਾਂ ਨੂੰ ਜੋੜ ਕੇ ਕੀ ਸਮਝਦੇ ਹੋ ਕਿ ਦੋਨਾਂ ਦੇ ਵਿੱਚ ਕੁਝ ਸਾਂਝਾ ਹੈ? ਬਹੁਤ ਬਹੁਤ ਧੰਨਵਾਦ। ਪੰਜਾਬ ਸਾਹਿਤ ਅਕੈਡਮੀ ਦਾ ਤੁਹਾਡਾ ਖਾਸ ਕਰਕੇ, ਤੇ ਮੈਨੂੰ ਇਹ ਮਾਣ ਬਖਸ਼ਿਆ ਕਿ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂ। ਤੇ ਇਹ ਜਿਹੜਾ ਸਵਾਲ ਤੁਸੀਂ ਕੀਤਾ ਬੜਾ ਡੂੰਘਾ ਹੈ, ਗਹਿਰਾ ਹੈ। ਸਾਡਾ ਅੱਜ ਦਾ ਸਵਾਲ ਹੈ, ਤੇ ਇਹ ਸਾਡੇ ਦਲਿਤ ਦੇ ਸਵਾਲ ਨੂੰ ਪੂਰੀ ਦੁਨੀਆ ਦੇ ਨਾਲ ਹੀ ਜੋੜ ਦਿੰਦਾ ਹੈ। ਇਹਦੇ ਤੋਂ ਪਹਿਲਾਂ ਕਿ ਆਪਾਂ ਥੋੜਾ ਜਿਹਾ ਗਰਾਊਂਡ ਜਿਹੜੀ ਉਹ ਤਿਆਰ ਕਰ ਲਈਏ ਕਿ ਮੈਡਮ ਸਰਬਜੀਤ ਹੋਣਾ ਨੇ ਸ਼ਬਦ ਦੀ ਵੀ ਕੁਝ ਕਹਿੰਦੇ ਸੀ ਕਿ ਤਕਲੀਫ ਹੁੰਦੀ ਹੈ ਕਿ ਪਛਾਣ ਦੀਆਂ ਜਿਹੜੀਆਂ ਸਾਡੇ ਨਵੇਂ ਸ਼ਬਦ ਵੀ ਬਣੇ ਨੇ ਉਹ ਵਰਤਣੇ ਚਾਹੀਦੇ ਆ ਜਾਂ ਨਹੀਂ ਹੈ। ਇਹ ਠੀਕ ਹੈ, ਇਹਦੇ ਤੇ ਕਾਫੀ ਗੱਲਬਾਤ ਵੀ ਹੋਈ ਹੈ। ਗੱਲ ਇਹ ਹੈ ਕਿ ਜਦੋਂ ਜਾਤਾਂ ਦੀਆਂ ਪਛਾਣਾਂ
ਬਣ ਚੁੱਕੀਆਂ ਨੇ ਤੇ ਉਹ ਹਜ਼ਾਰਾਂ ਸਾਲ ਕਾਫੀ ਗਹਿਰੀਆਂ ਨੇ, ਡੂੰਘੀਆਂ ਨੇ। ਤੇ ਆਪਾਂ ਜਿਵੇਂ ਪਿੰਡਾਂ ਵਿੱਚ ਜਾਣਦੀਆਂ ਕਿ ਕਿਵੇਂ ਹਕਾਰਤ ਦੀ ਨਿਗਾਹ ਨਾਲ, ਨਫ਼ਰਤ ਦੇ ਨਾਲ ਪੁਕਾਰਿਆ ਜਾਂਦਾ ਸੀ ਸਾਰੀਆਂ OBC ਜਾਤਾਂ ਨੂੰ, ਖਾਸ ਕਰਕੇ ਦਲਿਤਾਂ ਨੂੰ। ਤੇ ਇਹ ਇੱਕ ਹਰ ਸ਼ਬਦ ਦੀ ਇੱਕ ਸਿਆਸਤ ਵੀ ਹੁੰਦੀ ਹੈ। ਉਹ ਜਦੋਂ ਕਨਸੈਪਟ ਵਿੱਚ ਤਬਦੀਲ ਹੁੰਦਾ ਹੈ ਤਾਂ ਇਹ ਬਿਲਕੁਲ ਸ਼ਬਦ ਜਿਵੇਂ ਵਿਲੀਅਮਸ ਵੱਡੇ ਆਪਣੇ ਲੈਂਗੁਏਜਸ ਦੇ ਸ਼ਬਦਾਂ ਦੇ ਰਚੈਤਾ ਸਨ। ਰੇਮੰਡ ਵਿਲੀਅਮਸ ਦੀ ਗੱਲ ਕਰ ਰਿਹਾ ਕਿ ਉਹਨਾਂ ਨੇ ਵਰਡਸ ਕਰਕੇ ਇੱਕ ਕਿਤਾਬ ਲਿਖੀ ਸੀ, ਬੜੀ ਖੋਜ ਭਰਪੂਰ ਸੀ। ਤੇ ਬਹੁਤ ਸਾਰੇ ਸ਼ਬਦ ਜਿਹੜੇ ਕਹਿੰਦੇ ਆ ਕਿ ਉਹ 18ਵੀਂ ਸਦੀ ਦੇ ਇਨਲਾਈਟਨਮੈਂਟ ਜਿਹੜੀ ਲਹਿਰ ਚੱਲੀ, ਉਹ ਚਿੰਤਕ ਜ਼ਿਆਦਾ ਪੈਦਾ ਹੋਏ ਤੇ ਸਿਰਜੇ ਗਏ, ਜਿਹੜੇ ਜਿਵੇਂ ਸਿਵਲਾਈਜੇਸ਼ਨ ਆ, ਕਲਚਰ ਹੈ, ਫਿਊਡਲਿਜ਼ਮ, ਇਹ ਸਾਰੀਆਂ ਕਨਸੈਪਟ ਨੇ, ਟਰਮਾਂ ਨੇ, ਇਹ ਪਾਸ ਦੇ ਵਿੱਚ, ਭੂਤ ਵਿੱਚ ਜਿਹੜਾ ਗੁਜ਼ਰ ਗਿਆ ਸੀ ਉਹਦੇ ਤੇ ਲਾਗੂ ਕੀਤੀਆਂ ਗਈਆਂ। ਕਿ ਜਿਹੜੀਆਂ ਸਾਡੀਆਂ ਆਧੁਨਿਕ ਸਮਿਆਂ ਦੇ ਵਿੱਚ ਬਾਅਦ ਵਿੱਚ ਉਹਨਾਂ ਦੇ ਚਿੰਤਨ ਹੁੰਦਾ, ਕਿਸੇ ਵਰਤਾਰੇ ਤੇ ਪ੍ਰੋਸੈਸ ਹੁੰਦਾ, ਤੇ ਉਹ ਗੱਲ ਜਿਹੜੀ ਉਹ ਫਿਰ ਸਾਰੇ ਇਤਿਹਾਸ 'ਤੇ ਹੀ ਲਾਗੂ ਹੋ ਜਾਂਦੀ ਹੈ, ਕਿਉਂਕਿ ਉਹਨਾਂ ਦੀ ਆਪਣੀ ਇੱਕ ਸਮਝ ਹੈ। ਇਹ ਸਾਡੇ ਕਨਸੈਪਚੁਅਲ ਟੂਲ ਨੇ ਸ਼ਬਦਾਂ ਦਾ। ਇਸ ਕਰਕੇ ਮੈਂ ਗੱਲ ਕਰ ਰਿਹਾ ਸਾਂ ਕਿ ਮੈਡਮ ਸੋਲ ਹੋਣਾ ਨੇ ਇਹ ਛੇੜਿਆ ਕਿ ਆਪਾਂ ਦਲਿਤ ਸ਼ਬਦ ਦੀ ਵਰਤੋਂ ਦੀ ਗੱਲ ਕਰ ਲਈਏ। ਤੇ ਜਦੋਂ ਮੈਂ ਆਪਣੀ ਵਿਸ਼ਾ ਇਹਦੇ ਤੇ ਆਪਣੀ ਖੋਜ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਵੀ ਲੱਗਿਆ ਕਿ ਇਹ ਹੈ ਕਦੋਂ ਕਦਾ ਜ਼ਬਾਨਾਂ ਦੇ ਵਿੱਚ ਆਇਆ, ਵੱਖ-ਵੱਖ ਜ਼ਬਾਨਾਂ ਦੇ ਵਿੱਚ, ਤੇ ਪੰਜਾਬੀ ਜ਼ਬਾਨ ਦੇ ਵਿੱਚ ਕਦੋਂ ਆਇਆ। ਤੇ ਮੈਂ ਆਪਣੇ ਸਾਹਿਤਕਾਰਾਂ ਨਾਲ ਜਾਂ ਖੋਜੀਆਂ ਨਾਲ, ਇਤਿਹਾਸਕਾਰਾਂ ਨਾਲ ਵੀ ਗੱਲਬਾਤ ਵੀ ਕਰਦਾ ਰਿਹਾ, ਲੇਕਿਨ ਕਹਿੰਦੇ ਨਹੀਂ ਜੀ ਇਹ ਜਿਹੜੀ ਦਲਿਤ ਪੈਂਥਰ ਮੂਵਮੈਂਟ ਚੱਲੀ ਸੀ 60ਵਿਆਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ, ਉਹਦੇ ਤੋਂ ਬਾਅਦ ਇਹ ਸਾਡੀ ਜ਼ਬਾਨ ਵਿੱਚ ਵੀ ਪ੍ਰਚਲਿਤ ਹੋ ਗਿਆ। ਫਿਰ ਕੋਈ ਸੈਟਿਸਫੈਕਸ਼ਨ ਨਹੀਂ ਮਿਲੀ। ਖੋਜ ਦਾ ਕੰਮ ਹੁੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਕ ਥਾਂ ਹੋਵੇ ਤੇ ਦੂਸਰੀ ਥਾਂ ਟਰੈਵਲ ਕਰੇ। ਵੈਸੇ ਤਾਂ ਸ਼ਬਦਾਂ ਦਾ ਸਫ਼ਰ ਹੀ ਹੁੰਦਾ ਹੈ, ਉਹ ਤੁਰਕੀ ਤੋਂ ਚੱਲਦੇ ਨੇ ਜਾਂ ਹੋਰ ਕਿਤੇ ਚੱਲਦੇ ਨੇ, ਉਹ ਸਾਡੀਆਂ ਜ਼ਬਾਨਾਂ ਵਿੱਚ ਰਲ ਮਿਲ ਜਾਂਦੇ ਨੇ। ਉਹ ਗੱਲ ਭਾਵੇਂ ਮਹਾਰਾਸ਼ਟਰ ਤੋਂ ਚੱਲੀ ਹੋਏ 19ਵੀਂ ਸਦੀ ਦੇ ਵਿੱਚ, ਕਿ ਬਹੁਤ ਸਾਰੀਆਂ ਉਹ ਜਾਤਾਂ ਜਿਨ੍ਹਾਂ ਦੇ ਨਾਲ ਭਿੱਟ ਲੱਗਦੀ ਸੀ, ਜਿਹਨਾਂ ਨੂੰ ਅਛੂਤ ਸਮਝਿਆ ਜਾਂਦਾ ਸੀ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਤੇ ਹੌਲੀ ਹੌਲੀ ਜਿਹੜੇ ਸਾਡੇ ਚਿੰਤਕ ਨੇ ਉਹਨਾਂ ਨੂੰ ਲੱਗਿਆ ਕਿ ਇਹਨਾਂ ਨੂੰ ਇਕਜੁੱਟ ਕਰਨਾ, ਕਿਉਂਕਿ ਸੰਤਾਪ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਉਹ ਪਿੰਡਾਂ ਤੋਂ ਬਾਹਰ ਹੀ ਵੱਸਦੇ ਨੇ, ਵੱਡੀ ਲੋਕਾਈ ਦਾ ਉਸ ਤਰੀਕੇ ਨਾਲ ਰਹਿਣ ਬਹਿਣ ਸਹਿਣ ਤੇ ਹਿੱਸਾ ਵੀ ਨੇ, ਉਹਨਾਂ ਦੇ ਪਰਛਾਵਿਆਂ ਤੋਂ ਵੀ ਡਰ ਲੱਗਦਾ ਸੀ। ਤੇ ਬਹੁਤ ਸਾਰੀਆਂ ਇਹ ਊਣਤਾਈਆਂ ਸਾਡੇ ਸਮਾਜ ਵਿੱਚ ਲੱਗੀਆਂ ਹੋਈਆਂ ਸੀ। ਤੇ ਇਹਨੂੰ ਜਦੋਂ ਦਲਿਤ ਸ਼ਬਦ ਵਰਤਿਆ ਜਾਣ ਲੱਗਾ ਤਾਂ ਇਹਦੀਆਂ ਬਹੁਤ ਵੱਡੀਆਂ ਪੋਲੀਟੀਕਲ ਓਵਰਟੋਨਸ ਨੇ। ਇੱਥੋਂ ਤੱਕ ਕਿ ਹੁਣ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਇਸ ਸ਼ਬਦ ਤੋਂ ਘਬਰਾਉਂਦੀਆਂ ਨੇ। ਤੇ ਆ ਮੇਰੇ ਕੋਲ 2 ਮਹੀਨੇ ਪਹਿਲਾਂ ਮਹਾਰਾਸ਼ਟਰ ਨੇ ਕਿਹਾ ਕਿ ਇਹ ਦਲਿਤ ਸ਼ਬਦ ਮਹਾਰਾਸ਼ਟਰ ਵਿੱਚ ਵੀ ਵਰਤਿਆ ਨਹੀਂ ਜਾਏਗਾ। ਬਸ ਏਡੀ ਮੈਂ ਸ਼ਬਦਾਂ ਦੀ ਗੱਲ ਕਰ ਰਿਹਾ, ਤੇ ਇਸ ਕਰਕੇ ਸਾਨੂੰ ਸ਼ਬਦਾਂ ਤੋਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਦੇ ਸਾਨੂੰ ਜਿਹੜੇ ਡੂੰਘੇ ਅਰਥ ਆ ਉਹ ਸਮਝ ਪੈਣ। ਹੁਣ ਸ਼ਾਹ ਹੁਸੈਨ ਜਿਹੜਾ ਉਹ ਆਪਣੇ ਆਪ ਨੂੰ ਪੀਰ ਨਹੀਂ ਕਹਿੰਦਾ, ਉਹ ਫਕੀਰ ਕਹਿੰਦਾ, ਨਮਾਣਾ ਕਹਿੰਦਾ। ਸਾਰੇ ਗੁਰੂ ਵੀ ਆਪਣੇ ਆਪ ਨੂੰ ਬੜੇ ਨਿਮਰਤਾ ਦੇ ਨਾਲ ਕਹਿੰਦੇ ਨੇ ਅਸੀਂ ਨੀਚਾਂ ਵਿੱਚੋਂ ਨੀਚ ਹਾਂ। ਤੇ ਉਹ ਸਾਰੇ ਜੋੜ ਰਹੇ ਨੇ ਕਿ ਜਿਨ੍ਹਾਂ ਦੇ ਨਾਲ ਨਫ਼ਰਤ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਵੱਖ ਸਮਝਿਆ ਜਾਂਦਾ, ਜਿਨ੍ਹਾਂ ਦੇ ਨਾਲ ਭਿੱਟ ਹੁੰਦੀ ਹੈ, ਉਹਨਾਂ ਦੇ ਨਾਲ ਜੁੜਿਆ ਜਾਵੇ। ਚਲੋ ਖੈਰ, ਇਹ ਮੈਂ ਗੱਲ ਕਹੀ ਨਾ ਕਿ ਹੁਣ ਉਸੇ ਸਵਾਲ ਤੇ ਆ ਜਾਵਾਂ ਕਿ ਜਿਹੜਾ ਆਪਣਾ ਬਲੈਕ ਦਾ, ਕਾਲਿਆਂ ਦਾ, ਇਹ ਉਹਨਾਂ ਦੇ ਨਾਲ 500 ਸਾਲ ਤੋਂ ਜਦੋਂ ਆਪਣਾ ਅਮਰੀਕਾ ਵਸਣ ਲੱਗਦਾ, ਵੱਜਣ ਲੱਗਦਾ, ਉਹਨਾਂ ਨੂੰ ਖੇਤੀਬਾੜੀ ਵਾਸਤੇ ਗੁਲਾਮ ਚਾਹੀਦੇ ਸੀ, ਉਹ ਅਫਰੀਕਾ ਵਿੱਚ ਜਾਂਦੇ ਸਨ ਔਰ ਅਕਸਰ ਉਹਨਾਂ ਨੂੰ ਬੰਨ੍ਹ ਕੇ ਲੈ ਜਾਇਆ ਕਰਦੇ ਸਨ। ਤੇ ਬੜਾ ਜ਼ਾਲਮਾਨਾ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਰਿਹਾ। ਲੇਕਿਨ ਫਰਕ ਇਹ ਨਹੀਂ ਹੈ ਜੇ ਆਪਾਂ ਆਪਣੀ ਇਸ ਮੁਲਕ ਦੇ ਵਿੱਚ ਮਨੁੱਖੀ ਹੋਂਦ ਜਿਹੜੀ ਆ ਉਹ ਕਿਵੇਂ ਵੱਖ-ਵੱਖ ਹੈ, ਕਿ ਬੜੀ ਸਾਡੀ ਵਿਲੱਖਣਤਾ ਹੈਗੀ ਆ।
ਉਹ ਸਿਰਫ ਜ਼ਬਾਨਾਂ ਦੀ ਨਹੀਂ, ਜਾਤਾਂ ਦੀ ਨਹੀਂ, ਧਰਮਾਂ ਦੀ ਨਹੀਂ, ਲੇਕਿਨ ਲੋਕਾਂ ਦੀ ਨਸਲਾਂ ਦੀ ਵੀ ਹੈ। ਨਸਲਵਾਦ ਦੀ ਆਪਾਂ ਗੱਲ ਕਰ ਰਹੇ ਸਾਂ ਕਿ ਜਿਹੜੇ ਵੈਸੇ ਅੱਜ ਕੱਲ੍ਹ ਤਾਂ ਜੈਨੇਟਿਕਸ ਵਿੱਚ ਜਿਹੜੀਆਂ ਖੋਜਾਂ ਹੋ ਰਹੀਆਂ ਨੇ, ਉਹਨਾਂ ਨੇ ਇਹ ਵੀ ਦੱਸਿਆ ਕਿ ਹਿੰਦੁਸਤਾਨ ਇਸ ਖਿੱਤੇ ਵਿੱਚ, ਇਸ ਉਪ ਮਹਾਦੀਪ ਵਿੱਚ ਜਿਹੜੇ ਪਹਿਲੇ ਪੈਰ ਪਏ ਨੇ ਉਹ ਅਫਰੀਕਾ ਦੇ ਹੀ ਲੋਕ ਆਏ ਸਨ। ਉਹ 60,000 ਸਾਲ ਦਾ ਇੱਕ ਵਕਫਾ ਹੈ ਤੇ ਉਹ ਲੰਬੇ ਦੌਰ ਤੱਕ ਫਿਰ ਉਹੀ ਰਹੇ ਜਿਹੜੇ ਅਫਰੀਕਾ ਤੋਂ ਚੱਲੇ ਹੋਏ। ਅਸੀਂ ਜਾਣਦੇ ਹਾਂ ਕਿ ਕਿੰਨੇ ਕਾਲੇ ਲੋਕ ਸਨ ਤੇ ਅੱਜ ਵੀ ਦਰਾਵੜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਾਂ ਜ਼ਿਆਦਾਤਰ ਸਾਡੇ ਦੱਖਣੀ ਭਾਰਤ ਵਿੱਚ ਹੈਗੇ ਨੇ, ਉਹ ਲਿੰਕ ਵੀ ਹੈਗੇ ਨੇ ਤੇ ਬਹੁਤ ਸਾਰੇ ਸਾਡੇ ਲੋਕ ਇੱਥੇ ਜਿਹੜੇ ਦੂਸਰੇ ਥਾਂ ਵੀ ਵਸਦੇ ਰਹੇ ਕਿਉਂਕਿ ਬਾਕੀਆਂ ਤੇ ਉਹ ਤਾਂ ਚਲੇ ਗਏ। ਖੈਰ ਇਹ ਗੱਲ ਅਫਰੀਕਾ ਦੇ ਨਸਲਵਾਦ ਦਾ ਰੰਗ ਨਾਲ ਜਿਹੜਾ ਰੰਗ ਭੇਦ ਹੈ ਉਹ ਜਿਵੇਂ ਇਹਨਾਂ ਨੇ ਗੋਰਿਆਂ ਨੇ ਕੀਤਾ ਹੈ, ਔਰ ਖਾਸ ਕਰਕੇ ਪਿਛਲੇ 500 ਸਾਲ ਤੋਂ ਜਦੋਂ ਉਹਨਾਂ ਨੇ ਆਪਣੀ ਦਾਦਾਗਿਰੀ ਕਾਇਮ ਕੀਤੀ ਹੈ, ਪੂਰੀ ਦੁਨੀਆ ਦੇ ਵਿੱਚ ਇਹ ਨਸਲਵਾਦ ਦਾ ਇਹ ਜਿਹੜੀ ਦੁਰਵਰਤੋਂ ਉਹਦਾ ਕੀ ਵਿਤਕਰਾ ਕੀਤਾ ਜਾ ਰਿਹਾ, ਉਹਦੇ ਸਾਹਮਣੇ ਕਾਫੀ ਜਿਹਾਦ ਵੀ ਲੜੇ ਗਏ ਨੇ। ਤੇ ਦਲਿਤਾਂ ਦਾ ਵੈਸੇ ਵੀ ਮੈਂ ਕਹਿੰਦਾ ਕਿ ਜਿਹੜੇ ਸਾਡੇ ਜਿਨ੍ਹਾਂ ਨੂੰ ਮੂਲ ਨਿਵਾਸੀ ਵੀ ਕਿਹਾ ਜਾਂਦਾ, ਇਹਨਾਂ ਦੇ ਆਪਣੇ ਲਿੰਕ ਜਿਹੜੇ ਨੇ ਅਫਰੀਕਾ ਦੇ ਨਾਲ ਜੁੜੇ ਹੋਏ ਨੇ। ਔਰ ਇਹ ਨਹੀਂ ਹੈ ਕਿ ਸਿਰਫ ਦਲਿਤ ਹੀ ਨੇ, ਬਹੁਤ ਸਾਰੇ ਦੂਸਰੀਆਂ ਜਾਤਾਂ ਵੀ ਹੋਣਗੀਆਂ, ਲੇਕਿਨ ਇੱਕ ਇਤਿਹਾਸਿਕ ਵਰਤਾਰੇ ਦੇ ਵਿੱਚ ਇਹ ਹਾਸ਼ੀਆਗਤ ਕਰ ਦਿੱਤੇ ਗਏ। ਜਿਹੜੇ ਦੂਸਰੇ ਬਾਹਰੋਂ ਲੋਕ ਆਉਂਦੇ ਰਹੇ ਉੱਤਰ ਪੱਛਮ, ਉਹ ਦਰਿਆ ਰਾਹੀਂ, ਉਹਦੇ ਬਾਅਦ ਆਪਣੇ ਜਲਵਾ ਵੀ ਕਾਇਮ ਕਰ ਲਿਆ ਉਹਨਾਂ ਨੇ, ਇਹ ਸਾਰਾ ਕੁਝ ਰਾਜ ਸੱਤਾ ਕਾਇਮ ਕੀਤੀ, ਇੱਥੋਂ ਦੇ ਲੋਕਾਂ ਨੂੰ ਹਰਾਇਆ ਵੀ। ਤੇ ਵੇਦਾਂ ਵਿੱਚ ਉਹਨਾਂ ਦਾ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਦੈਂਤ ਨੇ, ਉਹ ਰਾਖਸ਼ਸ ਨੇ, ਮਤਲਬ ਯੋਧੇ ਬਲਵਾਨ ਹੈਗੇ ਸੀ, ਉਹਨਾਂ ਨੇ ਵੀ ਜੂਝਿਆ, ਉਹਨਾਂ ਨੂੰ ਰਜਿਸਟ ਕੀਤਾ ਤੇ ਇਸ ਕਰਕੇ ਉਹਨਾਂ ਦੀ ਸ਼ਬਦਾਂ ਦੀ ਇਸ ਤਰੀਕੇ ਨਾਲ ਵਰਤੋਂ ਕੀਤੀ ਗਈ। ਤੇ ਉਹ ਮੈਂ ਕਹਿੰਦਾ ਕਿ ਇਹ ਸ਼ਬਦ ਜਿਹੜੇ ਨੇ ਇਹ ਜ਼ਰੂਰ ਹੈ ਕਿ ਲਿੰਕ ਉਹ ਫਲਾਇਡ ਦਾ ਜਿਹੜਾ ਉੱਥੇ ਮਰਡਰ ਹੋ ਗਿਆ ਪੁਲਿਸੀਏ ਰਾਹੀਂ, ਬਹੁਤ ਵੱਡੀ ਗੱਲ ਹੈ ਕਿ ਉੱਥੋਂ ਦੇ ਸਿਰਫ ਕਾਲੇ ਹੀ ਨਹੀਂ ਉੱਠੇ ਆਪਣੇ ਅਮਰੀਕਾ ਦੇ, ਲੇਕਿਨ ਬਹੁਤ ਸਾਰੇ ਦੂਸਰੇ ਲੋਕ ਖਾਸ ਕਰਕੇ ਗੋਰੇ ਵੀ ਜਿਹੜੇ ਨਾਲ ਜੁੜ ਗਏ। ਤੁਹਾਡਾ ਸਵਾਲ ਜਾਇਜ਼ ਹੈ ਕਿ ਇੱਥੇ ਸਾਡੇ ਹਜ਼ਾਰਾਂ ਸਾਲਾਂ ਤੋਂ ਇਹ ਵਿਤਕਰਾ ਚੱਲਦਾ ਆ ਰਿਹਾ, ਇਹ ਨਫ਼ਰਤ ਦੀ ਰਾਜਨੀਤੀ ਚੱਲਦੀ ਆ ਰਹੀ ਹੈ। ਇੱਥੇ ਕਿਉਂ ਇਹੋ ਜਿਹਾ ਕੋਈ ਚਮਤਕਾਰ ਨਹੀਂ ਹੁੰਦਾ, ਇਹੋ ਜਿਹਾ ਕੋਈ ਇਨਕਲਾਬ ਕਿਉਂ ਨਹੀਂ ਆਉਂਦਾ? ਤੇ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਇੱਥੇ ਉਹ ਕਿਹੜਾ ਦੌਰ ਹੈ, ਇਹ ਆਰਥਿਕਤਾ ਦੇ ਨਾਲ ਜੁੜਿਆ ਹੋਇਆ, ਰਾਜ ਸੱਤਾ ਦੇ ਨਾਲ ਜੁੜਿਆ ਹੋਇਆ, ਇਹ ਸਾਰੀਆਂ ਗੱਲਾਂ ਹਿਸਟੋਰੀਕਲ ਪ੍ਰੋਸੈਸ ਦੇ ਵਿੱਚ ਹੈ। ਔਰ ਇੱਥੋਂ ਦੇ ਲੋਕਾਂ ਨੂੰ ਇੰਨਾ ਬੇਹਥਿਆਰਾ ਕਰ ਦਿੱਤਾ ਗਿਆ, ਹਾਲਾਂਕਿ ਬੜੀਆਂ ਮੁਹਿੰਮਾਂ ਚੱਲਦੀਆਂ ਰਹੀਆਂ ਨੇ। ਜੇ ਮੈਂ ਇਹਦੇ ਬਾਹਮਣਵਾਦ ਤੇ ਆਪਾਂ ਕਿਸੇ ਵੇਲੇ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ ਤੇ ਇਹ ਬੜੀ ਸਾਨੂੰ ਜਿਹੜਾ ਰਚਿਆ ਗਿਆ ਇਤਿਹਾਸ ਹੈ ਉਹ ਤਾਂ ਪਿਛਲੇ 200 ਸਾਲ ਤੋਂ ਹੀ ਰਚਿਆ ਗਿਆ। ਉਹ ਅੰਗਰੇਜ਼ ਆਏ, ਯੂਰੋਪੀਅਨਸ ਆਏ, ਉਹਨਾਂ ਨੇ ਇਤਿਹਾਸ ਲਿਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤੇ ਜਿਹੜੇ ਪਹਿਲੇ ਬੈਨੀਫੀਸ਼ਰੀ ਸੀ ਉਸ ਵਿਦਿਆ ਦੇ ਵੀ ਉਹ ਸਾਰੇ ਦੇ ਸਾਰੇ ਇੱਥੋਂ ਦੇ ਬ੍ਰਾਹਮਣ ਸਨ, ਭਾਵੇਂ ਬੰਗਾਲ ਦੇ ਹੋਣ, ਭਾਵੇਂ ਤਮਿਲਨਾਡੂ ਦੇ ਹੋਣ, ਕਿਤੇ ਉਹਦੇ ਵੀ ਹੋਣ। ਉਹਨਾਂ ਨੇ ਫਿਰ ਆਪਣੇ ਇਤਿਹਾਸ ਆਪਣੇ ਪੱਖ ਤੋਂ ਜਿਹੜਾ ਨੈਸ਼ਨਲਿਸਟ ਹਿਸਟੋਰੀਓਗ੍ਰਾਫੀ ਆਪਾਂ ਗੱਲ ਕਰਦੇ ਹਾਂ ਕਿ ਉਸ ਪੁਆਇੰਟ ਆਫ ਵਿਊ ਤੋਂ ਲਿਖਿਆ। ਤੇ ਉਹਨਾਂ ਨੇ ਐਲੀਟ ਜਮਾਤਾਂ ਦਾ ਹੀ ਜਿਹੜੀਆਂ ਜਿਨ੍ਹਾਂ ਨੇ ਆਪਣੀ ਛਾਪ ਪਾਈ ਹੋਈ ਸੀਗੀ, ਉੱਪਰਲੀਆਂ ਜਾਤਾਂ ਤੇ ਉੱਪਰਲੀਆਂ ਜਮਾਤਾਂ ਦਾ ਹੀ ਲਿਖਿਆ ਗਿਆ। ਤੇ ਇਸ ਕਰਕੇ ਸਾਨੂੰ ਭੁਲੇਖੇ ਵੀ ਪਾਏ ਗਏ ਕਿ ਜਿਹੜਾ ਇਤਿਹਾਸ ਹੈ ਹਮੇਸ਼ਾ ਹੀ ਇਸੇ ਤਰੀਕੇ ਨਾਲ ਹੀ ਜਾਤ ਪਾਤ ਦੀਆਂ ਵੰਡਾਂ, ਧਰਮਾਂ ਦੀਆਂ ਵੰਡਾਂ ਏਡੀਆਂ ਸ਼ਾਇਦ ਪੀੜ੍ਹੀਆਂ ਹੋਣਗੀਆਂ, ਲੇਕਿਨ ਗੱਲ ਇਸ ਤਰ੍ਹਾਂ ਹੁੰਦੀ ਨਹੀਂ ਹੈ। ਬਹੁਤ ਵੱਖ ਪੜਾਵਾਂ ਤੋਂ ਗੁਜ਼ਰਦਾ ਇੱਕ ਪ੍ਰੋਸੈਸ ਹੁੰਦਾ। ਜੇ ਮੰਨ ਲਓ ਮੈਂ ਗੱਲ ਕਹਿਣਾ ਕਿ ਆਰੀਅਨਸ ਇੱਥੇ ਆਏ, ਸਾਡੀ ਹੜੱਪਾ ਦੀ ਸਿਵਲਾਈਜੇਸ਼ਨ ਸੀ ਬਹੁਤ ਵੱਡੀ, ਉਹ ਤੇ ਸਾਡੇ ਆਪਣੇ ਮੂਲ ਨਿਵਾਸੀਆਂ ਦੀ ਬਣਾਈ ਹੋਈ ਸਿਰਜੀ ਹੋਈ ਸਭਿਅਤਾ ਸੀਗੀ, ਉਹ ਡਿਕਲਾਈਨ ਹੁੰਦਾ, ਬਰਬਾਦ ਹੁੰਦੀ, ਜੋ ਕੁਝ ਵੀ ਹੈ। ਉਹਦੇ ਬਾਅਦ ਆਰੀਅਨਸ ਆਉਂਦੇ ਨੇ, ਇੱਥੇ ਵੇਦ ਵੀ ਰਚਦੇ ਨੇ, ਉਹ ਵਰਣ ਵੰਡ ਵੀ ਸ਼ੁਰੂ ਕਰਦੇ ਨੇ। ਲੇਕਿਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸੇ ਵੇਲੇ ਇੱਥੋਂ ਦੇ ਜਿਹੜੇ ਲੋਕ ਸਨ
ਭਾਵੇਂ ਉਹ ਬੁੱਧ ਸੀ, ਭਾਵੇਂ ਮਹਾਵੀਰ ਸਨ, ਉਹ 600 ਸਾਲ 550 ਸਾਲ ਈਸਾ ਪੂਰਵ ਜਿਹੜੀ ਸਦੀ ਹੈ ਉਹਦੇ ਤੋਂ ਉਹਦੇ ਸਾਹਮਣੇ ਬਹੁਤ ਵੱਡਾ ਇੱਕ ਜਿਹਾਦ ਖੜਾ ਕਰਦੇ ਨੇ ਤੇ ਉਹ ਕਾਣੀ ਵੰਡ ਨੂੰ, ਉਹ ਸਮਾਨਤਾ ਦੀ ਗੱਲ ਕਰਦੇ ਨੇ। ਮਹਾਵੀਰ ਸਾਹਿਬ ਤਾਂ ਬਿਲਕੁਲ ਜਿਹੜੀ ਰੱਬ ਦੀ ਹੋਂਦ ਆ ਉਹਨੂੰ ਹੀ ਨਕਾਰਦੇ ਨੇ, ਲੇਕਿਨ ਮਹਾਤਮਾ ਬੁੱਧ ਜਿਹੜੇ ਨੇ ਉਹ ਕਹਿੰਦੇ ਆ ਇਹਦੇ ਬਾਰੇ ਬਹਿਸ ਕਰਨੀ ਬੇਤੁਕੀ ਹੈ। ਤੇ ਬੜਾ ਰੈਸ਼ਨਲਾਈਜੇਸ਼ਨ, ਰੈਸ਼ਨਲ ਸਾਡੇ ਹੰਸ ਜੀ ਆਪਾਂ ਬਿਲਕੁਲ ਇੱਕ ਸੱਤਾ ਨੇ ਸਾਰਾ ਕੁਝ ਸਿਰਜਿਆ, ਪਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਨੀਤਾਂ ਅੰਦਰ ਨੀਤ ਜਾਤ ਦਾ ਫਲਸਫਾ ਸਾਨੂੰ ਦਿੱਤਾ ਉਹਨੂੰ ਖਤਮ ਕਰਨ ਵਾਸਤੇ। ਗੁਰੂ ਰਵਿਦਾਸ ਜੀ ਨੇ ਸਾਨੂੰ ਬੇਗਮਪੁਰੇ ਦਾ ਸੰਕਲਪ ਦਿੱਤਾ। ਭਗਤ ਕਬੀਰ ਤੇ ਸਾਡੀ ਮੱਧਕਾਲੀ ਪਰੰਪਰਾ ਦੇ ਵਿੱਚ ਕਿੰਨੇ ਲੋਕ ਸੀ, ਗੁਰੂ ਗੋਬਿੰਦ ਸਿੰਘ ਤੱਕ, ਜਿਨ੍ਹਾਂ ਨੇ ਵੱਡੇ ਯਤਨ ਕੀਤੇ, ਪਰ ਫਿਰ ਵੀ ਅੱਜ ਤੱਕ ਇਹ ਜਾਤ ਸਾਡੇ ਦਿਮਾਗਾਂ ਦੇ ਵਿੱਚੋਂ ਕਿਉਂ ਨਹੀਂ ਨਿਕਲ ਸਕੀ ਹੈਗੀ? ਕਿਤੇ ਅਸੀਂ ਫੇਲ ਕਿੱਥੇ ਹੋ ਗਏ? ਗੱਲ ਕਿਸੇ ਵੇਲੇ ਨਾ ਸਾਡੇ ਬਹੁਤ ਸਾਰੇ ਵਿਦਵਾਨ ਜਾਂ ਆਮ ਲੋਕ ਵੀ ਸੁੱਟ ਦਿੰਦੇ ਨੇ ਕਿ ਬਹੁਤ ਸਾਰਾ ਜਿਹੜਾ ਸਾਡਾ ਇਹ ਕੁਰੀਤੀਆਂ ਵਧੀਆਂ ਨੇ ਜਾਂ ਆਈਆਂ ਨੇ ਉਹ ਸਾਮਰਾਜਵਾਦ ਦੇ ਨਾਲ ਆਈਆਂ ਨੇ। ਪੱਛਮੀ ਸਭਿਅਤਾ ਇੱਥੇ ਅੰਗਰੇਜ਼ਾਂ ਨੇ ਰੂਲ ਕੀਤਾ, ਉਹ ਠੀਕ ਹੈ, ਮੈਂ ਮੰਨਦਾ, ਲੇਕਿਨ ਉਹਦੇ ਤੋਂ ਪਹਿਲਾਂ ਹੀ ਮੈਂ ਕਹਿੰਦਾ ਕਿ ਸਿੱਖ ਗੁਰੂਆਂ ਦਾ ਬਹੁਤ ਵੱਡਾ ਇਨਕਲਾਬ ਖੜਾ ਕੀਤਾ ਹੋਇਆ ਸੀ, ਜਿਹਨੂੰ ਆਪਾਂ ਸੋਸ਼ਲ ਰੈਵੋਲੂਸ਼ਨ ਕਹਿ ਸਕਦੇ ਹਾਂ। ਕਿ ਉਹਨਾਂ ਕਾਣੀਆਂ ਵੰਡਾਂ ਤੋਂ ਤਾਂ ਉੱਠ ਕੇ ਗੱਲ ਕੀਤੀ। ਆਪਾਂ ਵਿਸਤਾਰ ਵਿੱਚ ਨਾ ਵੀ ਜਾਈਏ ਤੇ ਗੁਰੂ 10ਵੀਂ ਪਾਤਸ਼ਾਹੀ ਤੱਕ ਆਉਂਦੇ ਇਹ ਵੀ ਗੱਲ ਹੋ ਜਾਂਦੀ ਹੈ ਕਿ ਖਾਲਸੇ ਦੀ ਸਿਰਜਣਾ ਹੁੰਦੀ ਹੈ, ਇੱਕੋ ਬਾਟੀ ਵਿੱਚ ਜਿਹੜਾ ਅੰਮ੍ਰਿਤ ਪਿਆਇਆ ਜਾਂਦਾ, ਆਪ ਵੀ ਗੁਰੂ ਜਿਹੜਾ ਉਹ ਚੇਲਾ ਵੀ ਬਣ ਜਾਂਦੇ। ਤੇ ਜਿੰਨੀਆਂ ਵੀ ਸਾਡੇ ਕਾਣੀਆਂ ਵੰਡਾਂ ਗੁਰੂ ਚੇਲੇ ਦੀ ਵੀ ਆ ਉਹ ਵੀ ਖਤਮ ਕਰਦੇ ਨੇ। ਉਹਦਾ ਹੀ ਜਲਵਾ ਸੀ ਕਿ ਉਹਨਾਂ ਦੇ 1 ਸਾਲ ਬਾਅਦ ਪੂਰੇ ਹੋਣ ਤੋਂ ਇੱਥੇ ਇੱਕ ਵੱਡਾ ਇਨਕਲਾਬ ਹੋ ਜਾਂਦਾ, ਜਿਹਨੂੰ ਮੈਂ ਵਿਸ਼ਵ ਦਾ ਜਾਂ ਪੂਰੀ ਦੁਨੀਆ ਦਾ ਪਹਿਲਾ ਡੈਮੋਕ੍ਰੈਟਿਕ ਇਨਕਲਾਬ ਕਹਿਣਾ ਬੰਦਾ ਸਿੰਘ ਬਹਾਦਰ ਰਾਹੀਂ ਰਚਿਆ ਗਿਆ। ਉਹਦੇ ਵਿੱਚ ਆਪਾਂ ਅਜੇ ਪੂਰੀ ਤਰੀਕੇ ਨਾਲ ਖੋਜ ਨਹੀਂ ਹੋਈ। ਜੇ ਉਹ ਗਿਣਤੀ ਮਿਣਤੀ ਕੀਤੀ ਜਾਵੇ ਤਾਂ ਵੱਡੇ ਲੋਕ ਜਿਹੜੇ ਉਹਦੇ ਨਾਲ ਉਸ ਇਨਕਲਾਬ ਵਿੱਚ ਜੁੜੇ ਸਨ, ਜਿਹਨੇ ਮੁਗਲ ਸਾਮਰਾਜ ਨੂੰ ਹਿਲਾ ਕੇ ਵੀ ਰੱਖ ਦਿੱਤਾ ਸੀ, ਆਪਣਾ ਸੱਤਾ ਵੀ ਕਾਇਮ ਕਰ ਲਈ ਸੀ, ਭਾਵੇਂ ਥੋੜ੍ਹੀ ਜਿਹੀ ਸੀ। ਉਹਦੇ ਵਿੱਚ ਜ਼ਿਆਦਾਤਰ ਨੀਵੀਆਂ ਜਾਤਾਂ ਦੇ ਜੁੜੇ ਹੋਏ ਲੋਕ ਸਨ। ਤੇ ਇੱਥੋਂ ਤੱਕ ਕਿ ਮੈਂ ਕਹਿੰਦਾ ਕਿ ਗੁਰੂਆਂ ਦਾ ਇਨਕਲਾਬ ਏਡਾ ਵੱਡਾ ਸੀ ਕਿ ਇਹਨਾਂ ਨੇ ਜਿਹੜੇ ਸਾਡੇ ਵਿਦਿਆ ਦੇ ਅਦਾਰੇ ਜਿਹੜੇ ਬੰਦ ਕੀਤੇ ਹੋਏ ਸਨ ਲੋਕਾਂ ਵਾਸਤੇ, 97% ਲੋਕਾਂ ਵਾਸਤੇ ਉਹ ਦਰਵਾਜ਼ੇ ਬੰਦ ਸਨ। 3% ਲੋਕ ਪੜ੍ਹ ਸਕਦੇ ਸਨ। ਈਵਨ ਬ੍ਰਾਹਮਣ ਔਰਤਾਂ ਨੂੰ ਇਜਾਜ਼ਤ ਨਹੀਂ ਸੀ ਕਿ ਉਹ ਪੜ੍ਹ ਸਕਦੀਆਂ। ਤੇ ਜੇ ਇਹ ਵਿਦਿਆ ਦੇ ਦਰਵਾਜ਼ੇ ਇਹਨਾਂ ਨੇ ਗੁਰੂਆਂ ਨੇ ਖੋਲ੍ਹੇ ਨੇ, ਤੇ ਕਮਾਲ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਵੱਡਾ ਇੱਕ ਸਪਿਰਚੁਅਲ ਟੈਕਸਟ ਹੈ। ਉਹਦੀ ਜਿਹੜੀ ਲਿਖਾਰੀ ਨੇ ਉਹਦੇ ਵਿੱਚ ਬਹੁਤ ਸਾਰੇ ਦਲਿਤ ਵੀ ਹੈਗੇ ਸੀ। ਇੱਕ GB ਸਿੰਘ ਹੋਣਾ ਨੇ, ਉਹਨਾਂ ਦੀ ਵੱਡੀ ਖੋਜ ਹੈਗੀ ਸੀ ਪੁਰਾਣੀਆਂ ਬੀੜਾਂ ਤੇ। ਉਹ ਕਹਿੰਦੇ ਨੇ ਕਿ 1734 ਜਾਂ 36 ਦੀ ਇੱਕ ਬੀੜ ਹੈ ਜਿਹੜੀ ਕੇਰ ਸਿੰਘ ਰਵਿਦਾਸੀਆ ਦੀ ਲਿਖੀ ਹੋਈ ਸੀ। ਹਾਲਾਂਕਿ ਜ਼ਿਆਦਾਤਰ ਬੀੜਾਂ ਤੇ ਆਪਣੇ ਲਿਖਾਰੀ ਨਾਮ ਨਹੀਂ ਸੀ ਲਿਖਦੇ ਹੁੰਦੇ, ਲੇਕਿਨ ਮੈਂ ਇਹ ਕਹਿੰਦਾ ਕਿ ਇਹ ਜਿਹੜੇ ਵਿਦਿਆ ਦੇ ਦਰਵਾਜ਼ੇ ਖੋਲੇ, ਇਹ ਸਮਾਨਤਾ ਕਾਇਮ ਹੋਈ, ਮੋਢੇ ਨਾਲ ਮੋਢਾ ਜੋੜ ਕੇ ਅਬਦਾਲੀ ਦੇ ਹਮਲਿਆਂ ਦਾ ਵੀ ਮੁਕਾਬਲਾ ਕੀਤਾ। ਤੇ ਜਦੋਂ ਮਿਸਲਾਂ ਵੱਜਣ ਲੱਗਦੀਆਂ ਨੇ ਉਦੋਂ ਫਿਰ ਇਹ ਜਾਤ ਪਾਤ ਆ ਜਾਂਦੀ ਹੈ। ਤੇ ਰਣਜੀਤ ਸਿੰਘ ਦੇ ਵੇਲੇ ਤਾਂ ਜ਼ਿਆਦਾ ਹੀ ਇਹ ਕਾਇਮ ਹੋ ਜਾਂਦੀ ਹੈ। ਇੱਥੋਂ ਤੱਕ ਕਿ ਬਾਅਦ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੀ ਵੜਨ ਨਹੀਂ ਸੀ ਦਿੰਦੇ। ਇਨਸੀਡੈਂਟਲੀ ਇਹ 100 ਸਾਲ ਹੋ ਗਏ ਨੇ ਜਦੋਂ ਦਲਿਤਾਂ ਨੇ ਰੀ-ਐਂਟਰੀ ਦਰਬਾਰ ਸਾਹਿਬ ਵਿੱਚ ਕਰਨ ਲਈ ਇੱਕ ਜਿਹਾਦ ਛੇੜਿਆ ਸੀਗਾ। ਉਹ ਅਕਤੂਬਰ ਵਿੱਚ ਉਹ ਮਨਾਇਆ ਵੀ ਜਾ ਰਿਹਾ ਜਾਂ ਯਾਦ ਕੀਤਾ ਜਾਏਗਾ। ਤੇ 100 ਸਾਲ ਬਾਅਦ ਵੀ ਆਪਾਂ ਵੇਖੀਏ ਕਿ ਸਿੱਖੀ ਵਿੱਚ ਵੀ ਜਾਤ ਪਾਤ ਜਿਹੜੀ ਆ ਉਸੇ ਤਰੀਕੇ ਨਾਲ ਮੌਜੂਦ ਆ। ਇਹ ਮੈਂ ਕਹਿੰਦਾ ਕਿ ਸਾਡੀ ਮਾਨਸਿਕਤਾ ਜਿਹੜੀ ਹਿੰਦੁਸਤਾਨੀਆਂ ਦੀ ਹੈ, ਇਹ ਗੱਲ ਜ਼ਰੂਰ ਆ ਕਿ ਅੰਗਰੇਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਪੀੜਿਆਂ ਵੀ ਕੀਤਾ ਨਹੀਂ, ਲੇਕਿਨ ਉਹਨਾਂ ਨੇ ਇਹਨਾਂ ਨੂੰ ਥੋੜਾ ਜਿਹਾ ਮੋਕਲਾ ਵੀ ਕੀਤਾ। ਨਹੀਂ ਤਾਂ ਬਾਬਾ ਸਾਹਿਬ ਜਿਹੜੇ ਉਹ ਪੜ੍ਹ ਕੇ ਤੇ ਐਡਾ ਵੱਡਾ ਰੈਵੋਲੂਸ਼ਨਰੀ ਕਦਮ ਨਹੀਂ ਸੀ ਚੁੱਕ ਸਕਦੇ। ਹਾਂਜੀ, ਇਹ ਜਾਤ ਪਾਤ ਦੀਆਂ ਪੰਡਾਂ ਜਿਹੜੀਆਂ ਨੇ ਉਹ ਭਾਵੇਂ ਕਿਸੇ ਧਰਮ ਵਿੱਚ ਵੀ ਚਲੇ ਜਾਣ, ਸਾਡੀ ਜਾਤ ਜਿਹੜੀ ਆ ਉਹ ਨਾਲ ਹੀ ਤੁਰਦੀ ਰਹਿੰਦੀ ਹੈ। ਸਿੱਖੀ ਵਿੱਚ ਕਹਿੰਦੇ ਆ ਕਿ ਜਿਹੜਾ ਜੋ ਸਿੱਖ ਹੈ ਉਹਦੀ ਜਾਤ ਨਹੀਂ ਹੈਗੀ, ਲੇਕਿਨ ਸਿੱਖੀ ਵਿੱਚ ਇੰਨੀ ਜਾਤ ਪਾਤ ਹੈ ਕਿ ਉਹ ਸਾਰੇ ਜਾਣਦੇ, ਉਹਦੇ ਤੇ ਨਾ ਹੀ ਗੱਲ ਕੀਤੀ ਜਾਵੇ ਤੇ ਚਾਹੀਦੀ। ਜੀ ਆਪਾਂ ਇਹਦੀ ਇੱਕ ਹੋਰ ਪਰਤ ਸਰ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਉਹ ਇਹ ਹੈ ਕਿ
ਇਸ ਸੰਕਟ ਕਾਲ ਦੇ ਵਿੱਚ ਜਿਹੜਾ ਦਲਿਤ ਸੰਕਟ ਦਾ ਇੱਕ ਰੂਪ ਅਸੀਂ ਦੇਖਿਆ ਕਿ ਰਿਜ਼ਕ ਦੀ ਪ੍ਰਾਪਤੀ ਲਈ ਬਹੁਤ ਸਾਰੇ ਦਲਿਤ ਬਿਹਾਰ ਤੋਂ ਜਾਂ ਹੋਰ ਥਾਂ ਤੋਂ ਪ੍ਰਵਾਸੀ ਬਣ ਕੇ ਸਾਡੇ ਇੱਧਰ ਆਉਂਦੇ ਨੇ, ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਇੱਧਰ ਉਹਨਾਂ ਦੀ ਐਕਸੈਪਟੇਬਿਲਿਟੀ ਨਹੀਂ ਹੁੰਦੀ ਹੈਗੀ, ਅਸੀਂ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ, ਉਹਨਾਂ ਤੋਂ ਕੰਮ ਤਾਂ ਲੈਨੇ ਆ, ਇਸ ਕਰਕੇ ਉਹ ਇੱਥੋਂ ਫਿਰ ਵਾਪਸ ਦੌੜਦੇ ਨੇ ਉੱਧਰ ਨੂੰ। ਤੇ ਇਹਦੇ ਨਾਲ ਜਿਹੜਾ ਇਸ ਕਾਲ ਦੇ ਵਿੱਚ ਜਿਹੜਾ ਸੰਤਾਪ ਉਹਨਾਂ ਨਾਲ ਵਾਪਰਿਆ ਕਿ ਉਹ ਇੱਥੇ ਆਏ ਤੇ ਇੱਥੋਂ ਦੌੜੇ ਤੇ ਅਸੀਂ ਰਸਤਿਆਂ ਦੇ ਵਿੱਚ ਉਹਨਾਂ ਨੂੰ ਬਰਬਾਦ ਹੁੰਦੇ ਦੇਖਿਆ, ਮਰਦੇ ਦੇਖਿਆ। ਕੀ ਕਾਰਨ ਹੈ? ਐਕਸੈਪਟੇਬਿਲਿਟੀ ਕਾਹਤੋਂ ਨਹੀਂ ਹੈਗੀ? ਇਹਦੇ ਵਿੱਚ ਆਪਾਂ ਦੂਸਰੀਆਂ ਗੱਲਾਂ ਨਾਲੋਂ ਸਭ ਤੋਂ ਵੱਧ ਜਿਹਨੂੰ ਸੈਂਟਰਲ ਪੁਆਇੰਟ ਕਿਹਾ ਜਾਵੇ ਤੇ ਇਹ ਜਾਤ ਦਾ ਹੰਕਾਰ ਹੀ ਹੈ ਜਿਹੜਾ ਇਹ ਸਾਰੀਆਂ ਗੱਲਾਂ ਕਰਵਾਉਂਦਾ ਹੈ। ਹਾਲਾਂਕਿ ਦੇਸ਼ ਆਜ਼ਾਦ ਹੋ ਗਿਆ, ਉਹਨੂੰ ਕੀ ਕਹਿੰਦੇ ਸੰਵਿਧਾਨ ਬੱਧਾ ਹੋਇਆ, ਸਭ ਕੁਝ ਹੈਗਾ, ਸਾਰੇ ਤੰਤਰ ਵੀ ਮੌਜੂਦ ਨੇ, ਲੇਕਿਨ ਤੰਤਰ ਨੂੰ ਚਲਾਉਣ ਵਾਲੇ ਕੌਣ ਨੇ? ਉੱਥੇ ਕੀ ਕਹਿੰਦੇ ਨੇ ਪਾਰਲੀਮੈਂਟ ਵਿੱਚ ਕੌਣ ਬੈਠੇ ਹੋਏ ਨੇ? ਸਾਡੇ ਰਾਜੇ ਮਹਾਰਾਜੇ ਕੌਣ ਨੇ? ਇੱਥੇ ਚੀਫ ਮਿਨਿਸਟਰ ਹੋਵੇ ਤਾਂ 2017 ਵਿੱਚ ਜਦੋਂ ਸਰਕਾਰ ਬਣਨੀ ਸੀ ਕਾਂਗਰਸ ਦੀ, ਤੇ ਆਪਣੀ ਇੱਕ ਪੁਰਾਣੀ ਜਿਹੜੀ ਵੱਡੀ ਲੀਡਰ ਹੈ ਕਾਂਗਰਸ ਦੀ, ਉਹ ਕਹਿੰਦੇ ਕਿ ਉਹਨੂੰ ਪੁੱਛਿਆ ਗਿਆ ਕਿ ਕੌਣ ਹੋ ਸਕਦਾ ਵੀ ਚੀਫ ਮਿਨਿਸਟਰ, ਉਹ ਕਹਿੰਦੇ ਬਈ ਜਿਹੜੀ ਇੱਕ ਖਾਸ ਜਾਤ ਦੀ ਇਹਦੇ ਤੇ ਮੋਨੋਪੋਲੀ ਆ, ਪੰਜਾਬ ਵਿੱਚ ਹੋਰ ਕੌਣ ਹੋ ਸਕਦਾ? ਮਤਲਬ ਸਾਡੀ ਉਹਨਾਂ ਕਿੱਡੀ ਜਾਤ ਹੰਕਾਰ ਜਿਹੜਾ ਅਸੀਂ ਉਹਦੇ ਨਾਲ ਲਬਰੇਜ਼ ਹੋਏ ਆ। ਤੇ ਇਹ ਸਿਰਫ ਪੰਜਾਬ ਵਿੱਚੋਂ ਹੀ ਦਲਿਤਾਂ ਦੇ ਇੱਥੋਂ ਛੱਡਣ ਦੀ ਗੱਲ ਨਹੀਂ ਸੀ, ਉਹ ਸੂਰਤ, ਗੁਜਰਾਤ ਤੋਂ ਜਾਂ ਕਰਨਾਟਕਾ ਤੋਂ ਜਾਂ ਮਹਾਰਾਸ਼ਟਰ ਤੋਂ ਵੀ ਕਈ ਤਾਂ ਸਾਈਕਲਾਂ ਤੇ ਜਾ ਰਹੇ ਸੀ, ਜ਼ਿਆਦਾਤਰ ਪੈਦਲ ਜਾ ਰਹੇ ਸੀ। ਇਹ ਮੈਂ ਕਹਿੰਦਾ ਕਿ ਸਾਡੇ ਵਾਸਤੇ ਇਹ ਆਪਾਂ ਇਹ ਕਹੀਏ ਕਿ ਇਹ ਸ਼ਾਇਦ ਮੁਲਕ ਸਾਡਾ ਜਿਹੜਾ ਨਾ ਪੂਰੀ ਦੁਨੀਆ ਵਿੱਚ ਵਿਲੱਖਣ ਹੈ। ਇਹੋ ਜਿਹੀ ਜਾਤ ਪਾਤ ਦੀ ਬਿਮਾਰੀ ਵੈਸੇ ਦੂਸਰੀ ਕਿਸੇ ਦੁਨੀਆ ਦੇ ਵਿੱਚ ਨਹੀਂ ਗੀ। ਉਹ ਨਸਲ ਵੰਡ ਜਿਹੜੀ ਆ ਉਹ ਗੱਲ ਵੱਖਰੀ, ਉਹ ਐਡੀ ਦੁਖਦਾਈ ਤਾਂ ਹੈਗੀ ਉਹ, ਲੇਕਿਨ ਐਡੀ ਪੀੜਾਜਨਕ ਨਹੀਂ ਹੈ ਜਿੰਨੀ ਕਿ ਇਹ ਜਾਤ ਪਾਤ ਦਾ ਰੋਗ ਹੈ। ਇਹ ਰੋਗ ਨਹੀਂ ਹੈ, ਮੈਂ ਕਹਿੰਦਾ ਕੋੜ ਹੈ ਜਿਹਨੂੰ ਆਪਾਂ ਨਹੀਂ ਕੱਢ ਸਕੇ। ਇਹ ਸਾਰੇ ਸਾਡੇ ਜਿੰਨੇ ਵੀ ਭਗਤੀ ਲਹਿਰ ਦੇ ਵੱਡੇ ਚਿੰਤਕ ਹੋਏ ਨੇ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੀ ਹੈ, ਕਿ ਉਹਨਾਂ ਨੇ ਬੇਗਮਪੁਰਾ ਦੀ ਵੀ ਇੱਕ ਸਿਰਜਣਾ ਕੀਤੀ ਹੈ ਕਿ ਇਹੋ ਜਿਹਾ ਸ਼ਹਿਰ, ਇਹੋ ਜਿਹਾ ਸਮਾਜ ਹੋਣਾ ਚਾਹੀਦਾ ਕਿ ਜਿੱਥੇ ਕੋਈ ਉਹ ਤਾਂ ਕਲਾਸਲੈਸ ਉਹਦੀ ਸਟੇਟਲੈਸ ਦੀ ਵੀ ਗੱਲ ਕਰਦਾ। ਕਮਾਲ ਦਾ ਚਿੰਤਨ ਹੈ ਗੁਰੂ ਰਵਿਦਾਸ ਜੀ ਦਾ, ਕਿ ਮਾਰਕਸ ਜਿਹੜਾ ਉਹਨਾਂ ਤੋਂ 300 ਸਾਲ ਬਾਅਦ ਆ ਕੇ ਉਹ ਗੱਲਾਂ ਕਰਦਾ। ਤੇ ਬਾਵਜੂਦ ਇੰਨੇ ਵੱਡੇ ਚਿੰਤਕ ਸਾਡੇ ਪੈਦਾ ਹੋਣ ਦੇ, ਮੈਂ ਉਹ ਇਸ ਕਰਕੇ ਉਦੋਂ ਗੱਲ ਛੇੜੀ ਸੀ ਕਿ ਉਹ ਆਪਣੇ ਬੁੱਧਾ ਦੇ ਨਾਲ ਹੀ, ਮਹਾਤਮਾ ਬੁੱਧ ਦੇ ਨਾਲ ਹੀ ਇਹ ਸਾਰੀਆਂ ਗੱਲਾਂ ਆਪੋਜੀਸ਼ਨ ਦੀਆਂ ਖੜੀਆਂ ਜ਼ਰੂਰ ਹੋ ਜਾਂਦੀਆਂ ਨੇ, ਲੇਕਿਨ ਇਹ ਫਿਰ ਵੀ ਗੰਢਾਂ ਜਾਂਦੀਆਂ ਨੇ। ਇਸਲਾਮ ਦਾ ਆਉਣਾ ਜਿਹਦੇ ਵਿੱਚ ਥਿਓਰੇਟੀਕਲੀ ਇਹਦਾ ਜਗ੍ਹਾ ਨਹੀਂ ਹੈਗੀ, ਲੇਕਿਨ ਜਦੋਂ ਇਨਟਸ ਇੰਡੀਅਨ ਅਵਤਾਰਾ ਉਹ ਜਦੋਂ ਭਾਰਤ ਵਿੱਚ ਇਹ ਜੜ੍ਹਾਂ ਲਾਉਂਦਾ ਹੈ ਇਸਲਾਮ, ਤੇ ਉਹਦੇ ਵਿੱਚ ਵੀ ਜਾਤ ਪਾਤ ਖਤਮ ਨਹੀਂ ਹੁੰਦੀ। ਇਹ ਸਾਡੇ ਵਾਸਤੇ ਸਾਰਿਆਂ ਵਾਸਤੇ ਚੈਲੰਜ ਹੈ। ਇਹ ਮੈਂ ਕਹਿੰਦਾ ਕਿ ਹਰ ਕਿਸੇ ਕੋਲ ਵੀ ਕੋਈ ਸੌਖੀ ਦਵਾ ਨਹੀਂ ਹੈਗੀ ਕਿ ਇਹਨੂੰ ਦੂਰ ਕੀਤਾ ਜਾਵੇ। ਬਾਬਾ ਸਾਹਿਬ ਨੇ ਐਨਹਾਈਲੇਸ਼ਨ ਆਫ ਕਾਸਟ ਲਿਖਿਆ 1936 ਦੇ ਵਿੱਚ, ਤੇ ਲਗਭਗ 100 ਸਾਲ ਉਹਨੂੰ ਵੀ ਹੋਣ ਆਏ ਨੇ। ਤੇ ਜਾਤ ਪਾਤ ਵੇਖ ਲਓ ਕਿ ਇਹ ਵੱਧਦੀ ਪਈ ਹੈ ਜਾਂ ਘਟਦੀ ਪਈ ਹੈ। ਉਹ ਮੈਡਮ ਸੋਲ ਇਹ ਗੱਲ ਠੀਕ ਕਰ ਰਹੇ ਸਨ ਕਿ ਜਦੋਂ ਇਹ ਕਿਉਂਕਿ ਰਿਜ਼ਰਵੇਸ਼ਨ ਚੱਲ ਰਹੀ ਹੈ ਤੇ ਉਦੋਂ ਸਾਰਿਆਂ ਨੂੰ ਨੰਗੇ ਹੋ ਕੇ ਦੱਸਣਾ ਹੀ ਪੈਂਦਾ ਕਿ ਸਾਡੀ ਜਾਤ ਆਹ ਵਾ, ਤੇ ਉਹ ਚੰਗਾ ਤਾਂ ਨਹੀਂ ਲੱਗਦਾ। ਲੇਕਿਨ ਇਹ ਰਿਜ਼ਰਵੇਸ਼ਨ ਹੋਣਾ ਵੀ ਇਹ ਨਹੀਂ ਹੈ ਕਿ ਸਿਰਫ ਇੱਥੇ ਹੀ ਹੈ। ਅਮਰੀਕਾ ਦੇ ਵਿੱਚ ਵੀ ਜਿਹਨੂੰ ਅਫਰਮੇਟਿਵ ਐਕਸ਼ਨ ਕਹਿੰਦੇ ਨੇ, ਅਫਰਮੇਟਿਵ ਪਾਲਿਸੀਆਂ ਹੈਗੀਆਂ ਨੇ ਕਿ ਉਹਨਾਂ ਦੇ ਨਾਲ 300-400 ਸਾਲ ਅਨਿਆਂ ਹੋਇਆ, ਉਹਨਾਂ ਦੇ ਨਾਲ ਸਾਰੇ ਹੱਕਾਂ ਤੋਂ ਵਾਂਝੇ ਕੀਤੇ ਗਏ। ਇਸ ਕਰਕੇ ਉਹਨਾਂ ਦੇ ਵਾਸਤੇ ਲਗਾਤਾਰ, ਔਰ ਖਾਸ ਕਰਕੇ ਔਰਤਾਂ ਵਾਸਤੇ ਵੀ, ਸਿਰਫ ਬਲੈਕਸ ਵਾਸਤੇ ਨਹੀਂ, ਕਾਲਿਆਂ ਵਾਸਤੇ ਨਹੀਂ, ਔਰਤਾਂ ਵਾਸਤੇ ਵੀ ਇਹ ਸਾਰੀ ਜਿਹੜੀ ਦਲਿਤਾਂ ਦੀ ਗੱਲ ਹੈ, ਸਾਡੇ ਔਰਤਾਂ ਦੇ ਨਾਲ ਵੀ ਉਹੀ ਮਸਲੇ ਜੁੜੇ ਹੋਏ ਨੇ ਕਿ ਔਰਤਾਂ ਦੇ ਨਾਲ ਉਹ ਭਾਵੇਂ ਉੱਚੀਆਂ ਜਾਤੀਆਂ ਦੇ ਹੋਣ, ਬ੍ਰਾਹਮਣਾਂ ਦੀਆਂ ਹੋਣ, ਉਹਨਾਂ ਨੂੰ ਸਤੀ ਵੀ ਕੀਤਾ, ਉਹਨਾਂ ਦਾ ਬਾਲ ਵਿਆਹ ਵੀ ਕੀਤੇ, ਸਾਰੀਆਂ ਬਿਮਾਰੀਆਂ ਵੀ ਲੱਗੀਆਂ। ਤੇ ਜਦੋਂ 19ਵੀਂ ਸਦੀ ਦੇ ਵਿੱਚ ਕਹਿੰਦੇ ਨੇ ਕਿ ਸੋਸ਼ਲ ਰਿਫਾਰਮ ਮੂਵਮੈਂਟ ਚੱਲੀਆਂ, ਤੇ ਉਹ ਆਪਣੇ ਜਿਹੜੀਆਂ ਉੱਚ ਜਾਤੀਆਂ ਦੇ ਮਸਲੇ ਸੀ
ਉਹ ਹੇਠਲੀਆਂ ਜਾਤੀਆਂ ਦੇ ਕੋਈ ਮਸਲੇ ਨਹੀਂ ਸਨ, ਉਹਨਾਂ ਨੇ ਉਹੀ ਐਡਰੈਸ ਕੀਤੇ। ਇੱਥੇ ਕੋਈ ਸੋਸ਼ਲ ਰੈਵੋਲੂਸ਼ਨ ਨਹੀਂ ਆਇਆ। ਜਿਹੜਾ ਗੁਰੂਆਂ ਨੇ ਚਾਹਿਆ ਸੀ ਕਿ ਰੈਵੋਲੂਸ਼ਨ ਆ ਜਾਂਦਾ, ਉਹਨਾਂ ਨੇ ਜਦ ਤੱਕ ਜਿੰਦਾ ਰਹੇ, ਮੇਰੇ ਖਿਆਲ 250 ਸਾਲ, ਬੜਾ ਫਕਰ ਵਾਲੀ ਗੱਲ ਹੈ ਕਿ ਸਿੱਖੀ ਨੇ ਉਹੋ ਜਿਹਾ ਗੱਲ ਕੀਤੀ ਹੈ ਜਿਹੜੀ ਪੂਰੀ ਆਪਣੇ ਹਿੰਦੁਸਤਾਨ ਵਿੱਚ ਨਹੀਂ ਹੋ ਸਕੀ। ਜੀ ਹੰਸ ਜੀ, ਇੱਕ ਹੋਰ ਇਸ਼ੂ ਆਪਾਂ ਡਿਸਕਸ ਕਰਦੇ ਹਾਂ, ਉਹ ਇਹ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਦਲਿਤ ਰਹਿੰਦੇ ਨੇ ਤਾਂ ਉਹ ਵਿਹੜਿਆਂ ਵਾਲੇ ਬਣ ਜਾਂਦੇ ਨੇ, ਉਹਨਾਂ ਨੂੰ ਵੱਖਰੇ ਉਹਨਾਂ ਦੇ ਘਰ ਨੇ। ਉਹਦੇ ਪਿੱਛੇ ਬਹੁਤ ਵੱਡੀ ਫਿਲਾਸਫੀ ਪਈ ਹੈ, ਬਹੁਤ ਵੱਡੇ ਕਾਰਨ ਪਏ ਨੇ ਜਿਹਨਾਂ ਦੀ ਆਪਾਂ ਚਰਚਾ ਕਰ ਰਹੇ ਹਾਂ। ਜਦੋਂ ਇਹਨਾਂ ਨੇ ਇਸ ਗੱਲ ਨੂੰ ਤੋੜਨ ਲਈ ਸ਼ਹਿਰਾਂ ਵੱਲ ਜਾਣਾ ਸ਼ੁਰੂ ਕੀਤਾ ਤਾਂ ਉੱਥੇ ਵੀ ਇਹਨਾਂ ਵਾਸਤੇ ਸਲਮ ਡਿਵੈਲਪ ਹੋ ਗਏ। ਤੇ ਜਦੋਂ ਆਪਾਂ ਸਲਮਸ ਦੀ ਗੱਲ ਕਰਦੇ ਹਾਂ ਤਾਂ ਸਲਮ ਇਸ ਧਰਤੀ ਤੇ ਬਣੇ ਹੋਏ ਨਰਕ ਕੁੰਡ ਨੇ। ਉੱਥੇ ਇੰਨੀ ਭੈੜੀਆਂ ਹਾਲਤਾਂ ਦੇ ਵਿੱਚ ਲੋਕ ਜਿਉ ਰਹੇ ਨੇ ਕਿ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਹੈਗੇ। ਇਹ ਪਿੰਡਾਂ ਦੇ ਵਿਹੜਿਆਂ ਵਾਲੇ ਸ਼ਹਿਰਾਂ ਦੇ ਸਲਮ ਦੇ ਵਿੱਚ ਕਨਵਰਟ ਹੋ ਗਏ, ਉੱਥੇ ਵੀ ਸਨਮਾਨਜਨਕ ਜ਼ਿੰਦਗੀ ਇਹਨਾਂ ਨੂੰ ਨਹੀਂ ਮਿਲ ਸਕੀ। ਇਹਦੇ ਬਾਰੇ ਕੁਝ ਸਾਨੂੰ ਜ਼ਰੂਰ ਦੱਸੋ। ਇਹ ਦੇਖੋ, ਇੱਕ ਤਾਂ ਗੱਲ ਆਪਾਂ ਕਰ ਲਈਏ ਕਿ ਸਲਮ ਦੀ ਬਣਦੀ ਜਿਹੜੀ ਹੈ ਨਾ, ਇਹ ਉਦਯੋਗੀਕਰਨ ਜਦੋਂ ਹੁੰਦਾ ਤੇ ਪੂਰੀ ਦੁਨੀਆ ਵਿੱਚ ਹੀ ਇਹ ਸਲਮ ਬਣਦੀਆਂ ਨੇ। ਉਹ ਵੈਸਟ ਵਿੱਚ ਵੀ ਬਣਦੀਆਂ। ਆਪਾਂ ਜੇ ਚਾਰਲੀ ਚੈਪਲਨ ਦੀਆਂ ਫਿਲਮਾਂ ਵੇਖ ਲਈਏ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਕੀ ਹਾਲ ਸੀ ਉੱਥੇ ਗਰੀਬਾਂ ਦਾ। ਈਵਨ 20ਵੀਂ ਸਦੀ ਤੱਕ ਜਿਨ੍ਹਾਂ ਨੇ ਸਾਰੇ ਸੰਸਾਰ ਦੀ ਲੁੱਟਮਾਰ ਵੀ ਕੀਤੀ ਸੀ, ਉੱਥੇ ਵੀ ਇਹ ਵਿਤਕਰੇ ਸੀ। ਖੈਰ ਐਨੀ ਹੋ, ਗੱਲ ਆਪਾਂ ਸਲਮਾਂ ਦੀ ਕਰਦੇ ਹਾਂ। ਪੰਜਾਬ ਵਿੱਚ ਤਾਂ ਸਲਮ ਹੈ ਹੀ ਨਹੀਂ ਸੀ। ਮੈਂ ਕਿਉਂਕਿ 36 ਸਾਲ ਜਿਹੜੇ ਉਹ ਬਾਹਰ 37 ਸਾਲ ਗੁਜ਼ਾਰੇ ਨੇ, ਮੈਨੂੰ ਪਤਾ ਕਿ ਬੰਬਈ ਦਾ ਕੀ ਹਾਲ ਹੈ ਜਾਂ ਦਿੱਲੀ ਦਾ ਕੀ ਹਾਲ ਹੈ, ਜਿਹੜੇ ਸਾਡੇ ਵੱਡੇ ਵੱਡੇ ਮਹਾਨਗਰ ਨੇ, ਕਲਕੱਤਾ ਦਾ ਕੀ ਹਾਲ ਹੈ। ਇਹ ਠੀਕ ਹੈ ਕਿ ਪਿੰਡਾਂ ਤੋਂ ਨਿਕਲ ਕੇ ਉਹਨਾਂ ਸ਼ਹਿਰ ਜਾਣਾ ਸੀ, ਲੇਕਿਨ ਸ਼ਹਿਰਾਂ ਦੇ ਵਿੱਚ ਪਹਿਲਾਂ ਦੀ ਜਿਹੜੀ ਜਿਹਨੂੰ ਕਹਿੰਦੇ ਆ ਕਿ ਸੈਟਲਮੈਂਟ ਹੁੰਦੀ ਸੀ, ਉਹ ਦਲਿਤਾਂ ਨੂੰ ਸ਼ਹਿਰਾਂ ਦੇ ਵਿੱਚ ਵੀ ਬਾਹਰ ਹੀ ਰੱਖਦੇ ਸੀ, ਅਲੱਗ ਰੱਖਦੇ ਸੀ। ਲੇਕਿਨ ਜਿਹੜੀ ਮਾਡਰਨ, ਮੈਂ ਕਹਿੰਦਾ ਕਿ ਸਾਡਾ ਗ੍ਰੀਨ ਰੈਵੋਲੂਸ਼ਨ ਦੇ ਕਰਕੇ, ਹਰਾ ਇਨਕਲਾਬ ਆਇਆ, ਉਹਦੇ ਕਰਕੇ ਤਬਦੀਲੀਆਂ ਆਈਆਂ। ਕੁਝ ਲੋਕ ਜਿਹੜੇ ਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਆਏ। ਇੱਥੇ ਮੇਰੇ ਖਿਆਲ ਉਹ ਜਿਹੀ ਗੱਲ ਨਹੀਂ ਹੈਗੀ ਕਿ ਇੱਕੋ ਹੀ ਮੁਹੱਲੇ ਜਿਹੜੇ ਨੇ ਉਹ ਦਲਿਤਾਂ ਦੇ ਹੋਣਗੇ। ਉੱਥੇ ਮਿਕਸਡ ਵੀ ਹੁੰਦੇ ਰਹੇ ਨੇ, ਔਰ ਉਹੋ ਜਿਹਾ ਸੰਤਾਪ ਨਹੀਂ ਹੈਗਾ ਜਿਹੜਾ ਪਿੰਡਾਂ ਦੇ ਵਿੱਚ ਦਲਿਤਾਂ ਨੂੰ ਭੋਗਣਾ ਪੈਂਦਾ ਸੀ। ਇਸੇ ਕਰਕੇ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਨੇ ਕਿ ਦਲਿਤਾਂ ਨੂੰ ਖਾਸ ਕਰਕੇ, ਕਿਉਂਕਿ ਇਹਨਾਂ ਨੂੰ ਤੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਹੀ ਇਹ ਸਹਿਣਾ ਪੈਂਦਾ, ਜਲਾਲਤ ਦੀ ਜ਼ਿੰਦਗੀ ਜੀਣੀ ਪੈਂਦੀ ਹੈ, ਨਫ਼ਰਤ ਦੇ ਸ਼ਬਦ ਸੁਣਨੇ ਪੈਂਦੇ ਨੇ। ਤੇ ਇਸ ਕਰਕੇ ਇਹਨਾਂ ਦਾ ਜੇ ਕੋਈ ਥੋੜਾ ਬਹੁਤ ਵਿਕਾਸ ਹੋ ਸਕਦਾ ਜਾਂ ਉਧਾਰ ਹੋ ਸਕਦਾ ਜਾਂ ਉਹ ਉਸ ਨਫ਼ਰਤ ਤੋਂ ਬਚ ਸਕਦੇ ਨੇ, ਤੇ ਸ਼ਹਿਰਾਂ ਦੇ ਵਿੱਚ ਜਾਣਾ ਹੀ ਚਾਹੀਦਾ। ਇਹ ਸਲਮ ਹੋਣ ਜਾਂ ਨਾ ਹੋਣ, ਸਲਮ ਦੇ ਵਿੱਚ ਮੈਨੂੰ ਪਤਾ ਹੈ ਕਿ ਉੱਥੇ ਸਾਰੀਆਂ ਜਾਤੀਆਂ ਦੇ ਲੋਕ ਵੱਸਦੇ ਨੇ। ਉੱਥੇ ਸਲਮਾਂ ਦੇ ਵਿੱਚ ਕੀ ਕਹਿੰਦੇ ਨੇ, ਉੱਚ ਜਾਤੀਆਂ ਦੇ ਵੀ ਨੇ, ਮਿਡਲ ਜਾਤੀਆਂ ਦੇ ਵੀ ਨੇ, ਹੇਠਲੀਆਂ ਜਾਤੀਆਂ ਦੇ ਵੀ ਨੇ। ਉਹੋ ਜਿਹਾ ਵਿਤਕਰਾ ਉਹ ਮਾਈਂਡ ਦੇ ਵਿੱਚ ਉਹ ਤਾਂ ਨਹੀਂ ਜਾਂਦਾ, ਲੇਕਿਨ ਇਹ ਨਹੀਂ ਹੋ ਸਕਦਾ ਕਿ ਪਿੰਡਾਂ ਵਰਗੂ ਜਿਹੜੀ ਨਾ ਵਾਖੀ ਰਹਿਤਲ ਜਿਹੜੀ ਉਹ ਕਰ ਦਿੱਤੀ ਜਾਵੇ। ਇਹ ਗੱਲ ਸਾਡੀ ਪੁਰਾਣੀ ਪਈ ਹੋਈ ਹੈ ਕਿ ਸਾਡੇ, ਮੈਂ ਗੱਲ ਕਰਦੇ ਇਹ ਵੀ ਕਰ ਦੇਵਾਂ ਕਿ ਖਾਸ ਕਰਕੇ ਹੁੰਦਾ ਕੀ ਹੈ ਕਿ ਪੰਜਾਬ ਦੇ ਵਿੱਚ ਅੰਗਰੇਜ਼ਾਂ ਰਾਹੀਂ ਇੱਕ ਬਿੱਲ ਪਾਸ ਕੀਤਾ ਜਾਂਦਾ 1900 ਦੇ ਵਿੱਚ, ਜਿਹਨੂੰ ਪੰਜਾਬ ਲੈਂਡ ਏਲੀਨੇਸ਼ਨ ਐਕਟ ਕਹਿੰਦੇ ਨੇ। ਹੋਰ ਕਿਸੇ ਥਾਂ ਤੇ ਉਹ ਪਾਸ ਨਹੀਂ ਕੀਤਾ ਗਿਆ। ਉਹ ਕਿਉਂ ਪਾਸ ਕੀਤਾ ਗਿਆ? ਉਹਦੇ ਪੋਲੀਟੀਕਲ ਕਾਰਨ ਨੇ ਕਿ ਜਦੋਂ ਸਿੱਖਾਂ ਦਾ ਰਾਜ ਖੁੱਸ ਜਾਂਦਾ ਹੈ, ਇਹ ਅੰਗਰੇਜ਼ ਨਾਲ ਮਿਲਾ ਲੈਂਦੇ ਨੇ, ਤੇ ਇਹਨਾਂ ਨੇ ਹਰ ਥਾਂ ਇਹਨਾਂ ਨੂੰ ਫੌਜੀ ਚਾਹੀਦੇ ਸੀਗੇ, ਪੁਲਿਸੀਏ ਚਾਹੀਦੇ ਸੀਗੇ। ਤੇ 1900 ਦੇ ਲਗਭਗ ਪੂਰੇ ਜਿਹਨੂੰ ਐਂਗਲੋ ਇੰਡੀਅਨ ਆਰਮੀ ਕਿਹਾ ਜਾਂਦਾ, 60% ਜਿਹੜੇ ਨੇ ਉਹ ਪੰਜਾਬੀ ਸਨ। ਉਸ 60% ਵਿੱਚੋਂ ਵੀ 80% ਜਿਹੜੇ ਉਹ ਜੱਟ ਸਨ। ਉਹ ਮੁਸਲਮਾਨ ਭਾਵੇਂ ਜੱਟ ਹੋਣ ਜਾਂ ਦੂਸਰੇ ਹੋਣ, ਲੇਕਿਨ ਇਹ ਜੱਟਾਂ ਨੇ ਇੰਨੀਆਂ ਉਹਨਾਂ ਨੂੰ ਸੇਵਾ ਕੀਤੀ ਹੋਈ ਸੀ ਸਾਮਰਾਜਵਾਦੀ। ਉਹ ਭਾਵੇਂ ਚੀਨ ਦੇ ਵਿੱਚ ਪੁਲਿਸ ਦਾ ਕੰਮ ਕਰਦੇ ਰਹੇ ਹੁਣ, ਭਾਵੇਂ 2 ਲੜਾਈਆਂ ਦੀਆਂ ਜੰਗਾਂ ਵੀ ਬਾਅਦ ਵਿੱਚ ਲੜੀਆਂ ਨੇ, ਤੇ ਉਹਨਾਂ ਦੀਆਂ ਇਹ ਸਾਮਰਾਜ ਦੀ ਸੇਵਾ ਹੀ ਕੀਤੀ ਹੈ। ਤੇ ਇਹ ਜਿਹੜੀ ਸੇਵਾ 1857 ਦੇ ਗਦਰ ਤੋਂ ਬਾਅਦ ਇਹ ਫੌਜ ਰਾਹੀਂ ਕੀਤੀ ਗਈ ਸੀ, ਉਹਦਾ ਇੱਕ ਅਵਾਰਡ ਮਿਲਿਆ ਸੀ ਪੰਜਾਬ ਵਿੱਚ ਰਹਿਣ ਵਾਲੇ ਕਿਸਾਨਾਂ ਨੂੰ, ਤੇ ਤੁਹਾਡੀ ਜ਼ਮੀਨ ਨੂੰ ਨਹੀਂ। ਤੇ ਸਾਡਾ ਇਹ ਹਾਲ ਸੀ ਕਿ ਸਰੂਪ ਸਿਆਲਵੀ ਜਿਵੇਂ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਹੈ, ਸਵੈ ਜੀਵਨੀ ਹੈ, ਜਲਾਲਤ ਵਿੱਚ ਲਿਖਦਾ ਕਿ ਇਹ ਪਾਕਿਸਤਾਨ ਤੋਂ ਆਏ ਸਨ। ਜੇ ਇਸ ਪਿੰਡ ਵਿੱਚ ਗਏ, ਮੁਸਲਮਾਨਾਂ ਦਾ ਘਰ ਕੋਈ ਖਾਲੀ ਪਿਆ ਸੀ, ਉੱਥੇ ਜਾ ਕੇ ਵਸੇਬਾ ਕਰ ਲਿਆ। ਹਾਲਾਂਕਿ ਬੜੇ ਸੰਤਾਪ ਭੋਗ ਕੇ ਆਏ ਸੀਗੇ। ਤੇ ਉਹ
ਛਿੱਟੇ ਲੱਗੇ ਸੀ ਖੂਨ ਖਾਨ ਤੇ ਉਹਨਾਂ ਦਾ ਕਤਲ ਵੀ ਹੋ ਗਿਆ ਹੋਏਗਾ, ਸਾਫ਼ ਕਰਕੇ ਰਹਿਣ ਲੱਗੇ। ਤੇ ਤੀਸਰੇ ਚੌਥੇ ਦਿਨ ਹੀ ਜਿਹੜਾ ਪੁਲਿਸ ਇੱਕ ਹੋਰ ਆਪਣੇ ਟੱਬਰ ਨੂੰ ਲੈ ਕੇ ਆਇਆ, ਉਹ ਚਲੋ ਬਈ ਨਿਕਲੋ ਤੁਸੀਂ ਬਾਹਰ, ਇੱਥੇ ਤੁਹਾਡਾ ਕੀ ਕੰਮ ਆ, ਤੁਹਾਡਾ ਤੇ ਮਤਲਬ ਰਹਿਣ ਦੇ ਥਾਂ ਤੇ ਵੀ ਘਰ ਵੀ ਜਿਹੜਾ ਉਹ ਦੂਸਰਿਆਂ ਦੀ ਮਿਹਰ ਤੇ ਸੀਗਾ। ਉਹ ਇਹ ਪੰਜਾਬ ਲੈਂਡ ਏਲੀਨੇਸ਼ਨ ਐਕਟ ਦਾ ਐਡਾ ਮਾੜਾ ਅਸਰ ਹੋਇਆ, ਉਹ ਸਾਰੀਆਂ ਜਾਤਾਂ ਤੇ ਹੋਇਆ, ਨੌਨ ਕਾਸ਼ਤਕਾਰਾਂ ਦੇ, ਲੇਕਿਨ ਜ਼ਿਆਦਾਤਰ ਦਲਿਤਾਂ ਤੇ। ਜੀ ਜੀ ਹੰਸ ਜੀ, ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਬਹੁਤ ਕੁਝ ਹੋਇਆ ਦਲਿਤਾਂ ਨਾਲ। ਆਪਾਂ ਦੇਖਿਆ ਇਕਲਵਿਆ ਤੋਂ ਲੈ ਕੇ ਅੱਜ ਤੱਕ ਇਸ ਸੰਕਟ ਕਾਲ ਦੇ ਵਿੱਚ ਵੀ ਦੇਖਿਆ, ਪਰ ਕਿਤੇ ਨਾ ਕਿਤੇ ਕੋਈ ਰੋਹ, ਕੋਈ ਪ੍ਰੋਟੈਸਟ ਜਾਂ ਇਹ ਜਿਹੜਾ ਰੋਹ ਹੈ ਉਹ ਵੋਟਾਂ ਦੇ ਵਿੱਚ ਕਨਵਰਟ ਹੋਣ ਵੇਲੇ ਅਲਟੀਮੇਟਲੀ ਅਸੀਂ ਉੱਥੇ ਜਾ ਕੇ ਫਿਰ ਖੜੇ ਹੋ ਜਾਂਦੇ ਹਾਂ, ਤਬਦੀਲੀ ਵਾਪਰਦੀ ਨਹੀਂ ਹੈਗੀ ਕੋਈ। ਕਿੱਥੇ ਗੈਪ ਕਿੱਥੇ ਪਏ ਨੇ ਕਿ ਸਾਰਾ ਕੁਝ ਫਿਰ ਵੀ ਉਵੇਂ ਫਿਰ ਚੱਲ ਪੈਂਦਾ ਸਾਰਾ ਕੁਝ ਇੰਨਾ ਕੁਝ ਹੋਣ ਦੇ ਬਾਵਜੂਦ। ਪਰ ਨਹੀਂ, ਇਹ ਗੱਲ ਠੀਕ ਹੈ ਕਿ ਇਹ ਬਹੁਤ ਸਾਰੇ ਇਨਕਲਾਬ ਆਉਂਦੇ ਰਹੇ ਨੇ ਸਮਾਜਿਕ ਚਿੰਤਨ ਦੇ ਲੈਵਲ ਤੇ ਵੀ, ਤੇ ਜਿਹਨਾਂ ਆਪਾਂ ਪਹਿਲਾਂ ਹੀ ਗੱਲਾਂ ਕੀਤੀਆਂ ਨੇ। ਔਰ ਜਿਹੜੀ ਖਾਸ ਕਰਕੇ ਬਾਬਾ ਸਾਹਿਬ ਜਦੋਂ ਇਹ ਗੱਲ ਕਰਦੇ ਨੇ ਪੂਰੇ ਇਤਿਹਾਸ ਨੂੰ ਸਮਝਣ ਦੀ, ਕਹਿੰਦੇ ਕਿ ਰੈਵੋਲੂਸ਼ਨ ਹੁੰਦੇ ਰਹੇ ਨੇ ਤੇ ਕਾਊਂਟਰ ਰੈਵੋਲੂਸ਼ਨ ਹੁੰਦੇ ਰਹੇ ਨੇ। ਕਾਊਂਟਰ ਰੈਵੋਲੂਸ਼ਨ ਜ਼ਿਆਦਾਤਰ ਉਹ ਬਾਹਮਣਵਾਦੀ ਆਰਥੋਡਾਕਸ ਸੋਚ ਦੇ ਹੁੰਦੇ ਰਹੇ ਨੇ। ਇਹ ਗੱਲ ਬਿਲਕੁਲ ਸਹੀ ਹੈ ਕਿ ਅੱਜ ਜੇ ਇਲੈਕਸ਼ਨ ਆ ਗਏ, ਇਲੈਕਟਰਲ ਪੋਲਿਟਿਕਸ ਵੀ ਹੈ, ਤੇ ਉਹਦੇ ਵਿੱਚ ਛਾਪਾ ਕਿਹਦਾ ਹੁੰਦਾ, ਸੱਟ ਕਿਹਨੇ ਪਾਈ ਹੋਈ ਹੈ। ਗੱਲ ਅਰਥਚਾਰੇ ਦੀ ਹੈ ਕਿ ਜੇ ਤੁਹਾਨੂੰ ਅਰਥਚਾਰੇ ਤੋਂ ਹੀ ਬਾਹਰ ਕੱਢ ਦਿੱਤਾ ਗਿਆ, ਤੁਹਾਡੇ ਕੋਲ ਕੋਈ ਸਾਧਨ ਨਹੀਂ ਹੈਗੇ, ਤੁਸੀਂ ਆਪਣੀ ਰੋਜੀ ਰੋਟੀ ਦੇ ਦੋ ਵਕਤੀ ਉਹ ਜਿਹੜੀ ਰੋਟੀ ਜਿਹੜੀ ਉਹਨੂੰ ਵੀ ਕਮਾਉਣਾ ਮੁਸ਼ਕਿਲ ਹੋ ਜਾਂਦਾ ਹੈ। ਤੇ ਸਾਡੀਆਂ ਆਪਾਂ ਖੱਬੇ ਪੱਖੀ ਲਹਿਰ ਦਾ ਵੀ ਹਾਲ ਵੇਖ ਲਿਆ ਕਿ 100 ਸਾਲ ਤਾਂ ਹੋਣ ਹੀ ਲੱਗੇ ਨੇ ਉਹਨਾਂ ਨੂੰ ਆਇਆ ਹੋਇਆ ਵੀ। ਉਹਨਾਂ ਨੇ ਜਮਾਤ ਦੇ ਲੈਵਲ ਤੇ ਗੱਲ ਕੀਤੀ, ਲੇਕਿਨ ਹੈ ਤੇ ਗਰੀਬਾਂ ਦੀ ਗੱਲ ਕਰਨੀ ਸੀਗੀ, ਲੇਕਿਨ ਉਹ ਵੀ ਫੇਲ ਹੋ ਗਈਆਂ। ਇਹ ਫੇਲ ਕਿਉਂ ਹੋ ਗਈਆਂ, ਇਹ ਵੀ ਇੱਕ ਵੱਡਾ ਮਸਲਾ ਹੈ, ਕਿਉਂਕਿ ਜਿਹੜੀ ਲੈਫਟਿਸਟ ਮੂਵਮੈਂਟ ਆ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਉਹ ਬ੍ਰਾਹਮਣਵਾਦ ਦਾ ਹੀ ਜ਼ੋਰ ਜਾ ਰਿਹਾ। ਜੇ ਆਪਣਾ ਪੰਜਾਬ ਦੇ ਵਿੱਚ ਰਹੀਏ ਤੇ ਫਿਰ ਜੱਟਾਂ ਦਾ ਉਹਦੇ ਤੇ ਲੈਫਟਿਸਟ ਪਾਰਟੀਆਂ ਦਾ ਜ਼ੋਰ ਰਿਹਾ। ਤੇ ਗੱਲ ਜਿਹੜੀ ਕਰਨੀ ਚਾਹੀਦੀ ਸੀ ਹੁਣ, ਗੁਰਦਾਸ ਸਿੰਘ ਘਾਰੂ ਜਿਹੜਾ ਇਹਨਾਂ ਦਾ ਵੱਡਾ ਭਰਾ ਸੀ, ਆਪਣੇ ਉਦਾਸੀ, ਹਾਂਜੀ ਉਦਾਸੀ ਦਾ ਵੱਡਾ ਭਰਾ ਸੀ। ਤੇ ਉਹ ਕਹਿੰਦਾ ਕਿ ਇਹ ਕਹਿੰਦੇ ਨੇ ਕਿ ਉਹ ਤਾਂ ਪੂਰੀ ਉਮਰ ਹੀ ਇੱਕ ਕਾਮਾ ਹੀ ਰਿਹਾ ਤੇ 16 ਸਾਲ CPI ਦੇ ਵਿੱਚ ਸੀਗਾ, ਹਿਸਾਰ ਦੇ ਵਿੱਚ। ਉਹ ਕਹਿੰਦਾ ਸਿਰਸੇ ਦੇ ਵਿੱਚ, ਇਹ ਕਹਿੰਦਾ ਹੈ ਕਿ ਮੈਨੂੰ ਕਹਿੰਦੇ ਸੀ ਕਿ ਤੂੰ ਪੜ੍ਹਨ ਲਿਖਣ ਦਾ ਕੰਮ ਕਿਉਂ ਕਰਦਾ। ਉਹ ਪੜ੍ਹਿਆ ਲਿਖਿਆ ਕੋਈ ਸਕੂਲ ਦੇ ਵਿੱਚੋਂ ਨਹੀਂ ਸੀ, ਉਹਨੇ ਆਪਣੀ ਉਸ ਲੈਵਲ ਤੇ ਬੜੀ ਬਹਾਦਰੀ ਨਾਲ ਕੰਮ ਵੀ ਕੀਤਾ ਤੇ ਬੜਾ ਕੁਝ ਲਿਖਿਆ ਹੋਇਆ ਸੀਗਾ। ਤੇ ਇਹ ਗੱਲਾਂ ਹੈਗੀਆਂ ਨੇ, ਇਹ ਸਾਨੂੰ ਸੋਚਣ ਵਾਸਤੇ ਜ਼ਰੂਰ ਮਜਬੂਰ ਕਰਦੀਆਂ ਨੇ ਕਿ ਇਹ ਕਿਹੜੀ ਗੱਲ ਹੈ ਕਿ ਸਿੱਖ ਗੁਰੂ ਜਿਹੜੇ ਨੇ ਉਹ ਇਨਕਲਾਬੀ ਨੇ, ਵੱਡੀ ਜਾਤ ਵਿੱਚ ਆਉਂਦਿਆਂ ਹੋਇਆਂ ਵੀ ਸਾਰਿਆਂ ਨੂੰ ਜੱਫੀਆਂ ਪਾ ਕੇ ਚਲਦੇ ਨੇ। ਭਾਈ ਜੈਤੇ ਨੂੰ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ, ਐਕਚੁਅਲੀ ਇਹੋ ਹੀ ਨੇ, ਇਹੋ ਹੀ ਸਿੱਖੀ ਦਾ ਮੁੱਢ ਬੰਨਣ ਵਾਲੇ ਨੇ। ਤੇ ਫਿਰ ਵੀ ਸਿੱਖੀ ਦੇ ਵਿੱਚ ਵੀ ਆਪਾਂ ਹਾਲ ਜਿਹੜੀ ਗੱਲ ਕਰ ਰਹੇ ਹਾਂ, ਤੇ ਇਹ ਸਾਨੂੰ ਇਹ ਸਤਾਉਂਦੀ ਤਾਂ ਹੈਗੀ ਇਹ ਗੱਲ। ਹੁਣ ਬਾਬਾ ਸਾਹਿਬ ਦਾ ਜਿਹੜਾ ਇਨਕਲਾਬ ਕੌਂਸਟੀਟਿਊਸ਼ਨਲ ਲੈਵਲ ਤੇ ਜਾਂ ਇਸ ਲੈਵਲ ਤੇ ਛੇੜਿਆ ਹੋਇਆ ਸੀ, ਉਹਨੂੰ ਵੀ ਆਪਾਂ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕਿ ਇਹ ਜਿਹੜੀ ਰਾਜ ਸੱਤਾ ਹੈਗੀ ਆ, ਇਲੈਕਟਰਲ ਪੋਲਿਟਿਕਸ ਆ, ਉਹਦੇ ਰਾਹੀਂ ਵੀ ਕੋਈ ਤਬਦੀਲੀ ਨਹੀਂ ਆਉਂਦੀ। ਇਹ ਗੱਲ ਨਹੀਂ ਹੈਗੀ ਕਿ ਤਬਦੀਲੀ ਆ ਸਕਦੀ ਹੈ, ਲੇਕਿਨ ਸਾਡਾ ਏਡੀ ਵੱਡਾ ਕਰਪਟ ਸਿਸਟਮ ਹੈਗਾ। ਤੇ ਉਹ ਮੈਂ ਕਹਿੰਦਾ ਕਿ ਦੂਸਰੀ ਜਿਹੜੀ ਲਹਿਰ, ਦਲਿਤ ਲਹਿਰ ਚੱਲੀ ਸੀ, ਪੰਜਾਬੀ ਇੰਸੀਡੈਂਟਲੀ ਆਪਣੇ ਮਸੀਹਾ ਜਿਨ੍ਹਾਂ ਨੂੰ ਕਿਹਾ ਜਾਂਦਾ, ਦੂਸਰੇ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਖੜੀ ਕੀਤੀ, ਪੰਜਾਬੀਆਂ ਨੇ ਉਹਨਾਂ ਨੂੰ ਸਵੀਕਾਰਿਆ ਨਹੀਂ ਹੈ, ਲੇਕਿਨ ਘੱਟੋ ਘੱਟ ਵੱਡਾ ਜਿਹੜਾ ਖੇਤਾ ਹੈ ਜਾਂ ਵੱਡਾ ਪ੍ਰਦੇਸ਼ ਹੈ UP ਦਾ, ਉਹਦੇ ਵਿੱਚ ਸੱਤਾ ਕਾਇਮ ਕਰ ਲਈ। ਇਹ ਗੱਲਾਂ ਪੋਸੀਬਲ ਤਾਂ ਹੈਗੀਆਂ ਨੇ ਇਲੈਕਟਰਲ ਪੋਲਿਟਿਕਸ ਵਿੱਚ, ਲੇਕਿਨ ਇਹਦੇ ਕੋਲ ਉਹ ਕਹਿੰਦੇ ਨੇ ਕਿ ਸਾਰੇ ਰਿਸੋਰਸਿਸ ਤੇ ਜਕੜ ਹੈਗੀ ਹੈ। ਉਹ ਸਾਰਾ ਅੱਜ ਵੇਖ ਰਹੇ ਆ ਕਿ ਕੀ ਹੋ ਰਿਹਾ, ਕਿਵੇਂ ਪਾਰਟੀਆਂ ਤੋੜੀਆਂ ਜਾ ਰਹੀਆਂ ਨੇ। ਹੈ ਤੇ ਕਾਂਗਰਸੀ ਵੀ ਉੱਚ ਜਾਤੀ ਦੇ ਨੇ, ਲੇਕਿਨ ਉਹਨਾਂ ਮੱਧ ਪ੍ਰਦੇਸ਼ ਵਿੱਚ ਵੀ ਤੋੜ ਦਿੱਤੀ ਔਰ ਅੱਜ ਕੱਲ੍ਹ ਰਾਜਸਥਾਨ ਨੂੰ ਵੀ ਤੋੜਨ ਵਿੱਚ ਲੱਗੇ ਨੇ। ਤੇ ਇਹ ਹਾਲ ਸਾਡਾ
ਰਾਜਨੀਤੀ ਪੱਖੋਂ ਵੀ। ਮੈਂ ਇਹਦਾ ਛੇਤੀ ਜਿਹੀ ਗੱਲ ਕਰਦਾ ਵਾਂ ਕਿ ਆਧਾਰ ਜਿਹੜਾ ਨਾ ਸਾਡੇ ਐਥੀਕਲ ਵੈਲਿਊਜ਼, ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ, ਉਹ ਆਧਾਰ ਤਾਂ ਬੇਸਿਕਲੀ ਜਿਹੜਾ ਨਾ ਉਹ ਧਰਮ ਵਿੱਚੋਂ ਹੀ ਆਉਂਦੀਆਂ ਨੇ। ਸਿੱਖੀ ਦੇ ਵਿੱਚ ਕਿਰਤ ਤੇ ਬੜਾ ਜ਼ੋਰ ਹੈ, ਵੰਡ ਕੇ ਛਕਣ ਤੇ ਬੜਾ ਜ਼ੋਰ ਹੈ। ਇੱਕ ਬਹੁਤ ਵਧੀਆ ਕਮਾਲ ਦੀਆਂ ਕਦਰਾਂ ਕੀਮਤਾਂ ਸਨ। ਲੇਕਿਨ ਜਿਹੜਾ ਬ੍ਰਾਹਮਣਵਾਦੀ ਸੋਚ ਹੈ, ਇਹਨਾਂ ਦੇ ਵਿੱਚ ਬੇਈਮਾਨੀ ਦਾ, ਜਿਹੜੇ ਰਾਜੇ ਆਪਣੇ ਦੇਵੀ ਦੇਵਤੇ ਨੇ ਉਹ ਵੀ ਸਾਰੇ ਬਲਾਤਕਾਰੀ ਨੇ। ਬ੍ਰਹਮਾ ਜਿਹੜਾ ਜਿਹਨੂੰ ਸ੍ਰਿਸ਼ਟੀ ਦਾ ਰਚੈਤਾ ਮੰਨਿਆ ਜਾਂਦਾ, ਉਹ ਆਪਣੀ ਕੁੜੀ ਦਾ ਹੀ ਜਿਹੜਾ ਉਹ ਬਲਾਤਕਾਰ ਕਰਦਾ। ਇਸ ਤਰ੍ਹਾਂ ਰਿਸ਼ੀ ਮੁਨੀ ਜਿੰਨੇ ਵੀ ਹੈਗੇ ਨੇ। ਤੇ ਜਦੋਂ ਤੁਹਾਡੇ ਆਪਣੇ ਜਿਹੜੇ ਆਗੂ ਨੇ, ਜਿਨ੍ਹਾਂ ਨੂੰ ਤੁਸੀਂ ਭਗਵਾਨ ਵੀ ਮੰਨਦੇ ਜੇ, ਉਹ ਵੀ ਜਿਹੜੇ ਬੇਈਮਾਨ ਨੇ, ਤੇ ਤੁਹਾਨੂੰ ਬੇਈਮਾਨੀ ਕਰਨ ਲੱਗਿਆ ਕੋਈ ਗੁਰੇਜ਼ ਨਹੀਂ ਹੁੰਦਾ। ਤੁਸੀਂ ਆ ਕੇ ਕੀ ਕਹਿੰਦੇ ਨੇ ਜੀ ਹੰਸ ਜੀ, ਆਪਾਂ ਥੋੜਾ ਕਿਉਂਕਿ ਆਪਣਾ ਸਮਾਂ ਬਹੁਤ ਘੱਟ ਹੈ, ਮੈਂ ਤੁਹਾਡੇ ਨਾਲ ਇੱਕ ਦਾ ਸਵਾਲ ਹੋਰ ਕਰੂੰਗਾ। ਸਵਾਲ ਉਹ ਹੈ ਕਿ ਇੱਕ ਦੱਸੋ ਕਿ ਦਲਿਤਾਂ ਦੇ ਅੰਦਰ ਵੀ ਕੋਈ ਦਲਿਤਾਂ ਦੀ ਹੋਰ ਲੇਅਰ ਪੈਦਾ ਹੋ ਰਹੀ ਹੈ? ਕੁਝ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਕਿ ਉਹਦਾ ਇੱਕ ਹਿੱਸਾ ਡਿਵੈਲਪ ਹੋ ਗਿਆ ਤੇ ਇੱਕ ਹਿੱਸਾ ਉੱਥੇ ਵੀ ਬਹੁਤ ਥੱਲੇ ਰਹਿ ਗਿਆ। ਦਲਿਤਾਂ ਦੇ ਅੰਦਰ ਦਲਿਤ ਦਾ ਕੀ ਕਨਸੈਪਟ ਹੈ? ਦੇਖੋ, ਜਿਹੜੇ ਸਮੇਂ ਦਾ ਜਦੋਂ ਪਹੀਆ ਚੱਲਣਾ ਹੁੰਦਾ, ਇਹਦੇ ਵਿੱਚ ਤਬਦੀਲੀਆਂ ਤਾਂ ਆਉਂਦੀਆਂ ਨੇ। ਪਹਿਲੀ ਗੱਲ ਹੈ ਕਿ ਦਲਿਤ ਬਹੁਤ ਸਾਰੀਆਂ ਜਿਨ੍ਹਾਂ ਦੇ ਨਾਲ ਭਿੱਟ ਹੁੰਦੀ ਸੀ, ਜਿਨ੍ਹਾਂ ਨੂੰ ਆਪਾਂ ਦਲਿਤ ਜਾਤੀਆਂ ਕਹਿੰਦੀਆਂ ਨੇ, ਉਹਦੇ ਵਿੱਚ ਵੀ ਉਹ ਗ੍ਰੇਡਡ ਇਨਇਕੁਆਲਿਟੀ ਹੈਗੀ ਆ। ਜਿਹੜੀ ਬਾਬਾ ਸਾਹਿਬ ਕਹਿੰਦੇ ਸੀ ਗ੍ਰੇਡਡ ਇਨਇਕੁਆਲਿਟੀ, ਜਿਹੜੀ ਬ੍ਰਾਹਮਣਵਾਦ ਦਾ ਇੱਕ ਧੁਰਾ ਵਾ ਨਾ, ਉਹ ਸਾਰਿਆਂ ਦੇ ਵਿੱਚ ਹੀ ਆਉਂਦੀ ਹੈ। ਇਸੇ ਕਰਕੇ ਸ਼ਬਦ ਵੀ ਨਵੇਂ ਵਰਤੇ ਗਏ ਕਿ ਇੱਕ ਲੜੀ ਦੇ ਵਿੱਚ ਪਰੋਏ ਜਾਣ। ਖੈਰ, ਇਹ ਗੱਲ ਹੈਗੀ ਹੈ, ਜਿਵੇਂ ਮੰਨ ਲਓ ਬਿਹਾਰ ਵਿੱਚ ਮੂਸਾਹਰ ਨੇ, ਉਹ ਭੰਗੀਆਂ ਤੋਂ ਵੀ ਥੱਲੇ ਗਿਣੇ ਜਾਂਦੇ ਨੇ। ਇਹ ਇੱਕ ਤਾਂ ਹੋ ਗਈ ਗਰਾਊਂਡ ਰਿਐਲਿਟੀ ਦੀ ਗੱਲ। ਦੂਸਰੀ ਹੈ ਕਿ ਇੱਕ ਨਵੀਂ ਮਿਡਲ ਕਲਾਸ ਵੀ ਖੜੀ ਹੋਈ ਹੈ ਵਿੱਦਿਆ ਦੇ ਕਾਰਨ, ਜਾਂ ਆਪਣਾ ਪ੍ਰੋਫੈਸ਼ਨਲ ਕਲਾਸ ਵੀ ਖੜੀ ਹੋਈ ਹੈ। ਉਹਦੇ ਕਰਕੇ ਚੇਤਨਾ ਵੀ ਜਾਗੀ ਹੈ, ਕਾਫੀ ਆਰਗੇਨਾਈਜੇਸ਼ਨ ਵੀ ਬਣੀਆਂ ਨੇ। ਲੇਕਿਨ ਇਹ ਗੱਲ ਤਾਂ ਆਪਾਂ ਇਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਇੱਕ ਕਲਾਸ ਜ਼ਰੂਰ ਖੜੀ ਹੋ ਜਾਂਦੀ ਹੈਗੀ, ਲੇਕਿਨ ਜਾਤ ਨਹੀਂ ਬਦਲਦੀ ਨੇ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਸੇ ਵਿੱਚੋਂ ਹੀ, ਕਿਉਂਕਿ ਜਦ ਤੱਕ ਇਹਦਾ ਨਿਸਤੋ ਨਬੂਦ ਨਹੀਂ ਹੁੰਦਾ, ਜਾਤ ਦਾ ਮਨ ਦੇ ਵਿੱਚੋਂ ਖਾਤਮਾ ਨਹੀਂ ਹੁੰਦਾ। ਦੇ ਵਿੱਚ ਤੇ ਐਡੀ ਰਚੀ ਮਿਚੀ ਹੈ ਕਿ ਇਹਨੂੰ ਆਪਾਂ ਲੱਗਦਾ ਕਿ ਜੀ ਨਹੀਂ ਸਕਦੇ ਇਹਦੇ ਤੋਂ ਬਗੈਰ। ਵਿਆਹ ਦੀ ਗੱਲ ਹੁੰਦੀ ਹੈ ਤੇ ਪਹਿਲੀ ਗੱਲ ਆਉਂਦੀ ਹੈ ਕਿ ਅੱਛਾ ਵੀ ਆਪਣੀ ਜਾਤ ਵਿੱਚੋਂ ਕਿ ਕਿਹੜੀ ਵਿੱਚੋਂ। ਇਹ ਆਪਾਂ 21ਵੀਂ ਸਦੀ ਵਿੱਚ ਇਹ ਬੈਠ ਕੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਵਿੱਚ ਵਿਚਰਦੇ ਲੋਕ ਇਹੋ ਹੀ ਕਰਦੇ ਭਾਵੇਂ ਕਿਸੇ ਵੀ। ਲਾਸਟ ਸਵਾਲ ਕਰ ਰਿਹਾ ਤੁਹਾਨੂੰ, ਉਸ ਤੋਂ ਬਾਅਦ ਕੁਝ ਸਵਾਲ ਆਪਾਂ ਆਡੀਅנס ਤੇ ਲਵਾਂਗੇ ਸਾਡੇ ਸਾਥੀਆਂ ਦੇ। ਉਹ ਸਵਾਲ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅਗਲਾ ਰਸਤਾ ਹੈ ਉਹ ਜਾਤੀਗਤ ਤਬਦੀਲੀ ਰਾਹੀਂ ਆਉਣਾ ਹੈ ਜਾਂ ਜਮਾਤੀ ਤਬਦੀਲੀ ਰਾਹੀਂ ਆਉਣਾ ਹੈ? ਤੁਸੀਂ ਇਹਦੇ ਵਿੱਚ ਮਾਡਲ ਕੀ ਲੱਗਦਾ ਤੁਹਾਨੂੰ, ਕਿ ਕਿਹੜਾ ਮਾਡਲ ਠੀਕ ਲੱਗਦਾ ਤੁਹਾਡੀ ਵਿਜ਼ਨ ਦੇ ਮੁਤਾਬਕ? ਵੇਖੋ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਕ ਰਾਹ ਹੋ ਸਕਦਾ ਹੈ। ਇਹ ਕਈ ਰਾਹਾਂ ਨੇ ਜਿਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਪੈਂਦਾ। ਜਿਵੇਂ ਵੇਖਿਆ ਜਾਵੇ ਤੇ ਜਦੋਂ ਉਹਦੀ ਦਲਿਤ ਚੇਤਨਾ ਜਾਗਣ ਲੱਗੀ ਹੈ 20ਵੀਂ ਸਦੀ, ਉਹਨੂੰ 100 ਸਾਲ ਹੋਣ ਲੱਗਾ, ਤੇ ਜ਼ਿਆਦਾਤਰ ਸਾਡੇ ਦਲਿਤ ਲੇਖਕ ਨੇ ਜਾਂ ਐਕਟਿਵਿਸਟ ਨੇ ਉਹ ਮਾਰਕਸਵਾਦੀ ਵੀ ਰਹੇ ਨੇ। ਉਹ ਇਹਦੇ ਨਾਲ ਸਾਡੇ ਦੋ ਵੱਡੇ ਕਵੀ ਨੇ, ਸਾਨੂੰ ਪਤਾ ਹੀ ਹੈ ਕਿ ਲਾਲ ਸਿੰਘ ਦਿਲ ਵੀ ਹੈ, ਉਦਾਸੀ ਦੀ ਗੱਲ ਕੀਤੀ ਸੀ। ਇਹ ਨਕਸਲ ਲਹਿਰ ਨਾਲ ਵੀ ਜੁੜੇ ਹੋਏ ਸੀ, ਹਾਲਾਂਕਿ ਉਹ ਬੰਦੂਕ ਚੁੱਕਣ ਵਾਲਿਆਂ ਵਿੱਚੋਂ ਨਹੀਂ ਸੀ। ਸੋਚ ਦੇ ਲੈਵਲ ਤੇ ਇਹ ਹੈਗੀ ਸੀ। ਇਹ ਗੱਲ ਠੀਕ ਹੈ ਕਿ ਉਹ ਸੋਚ ਨੇ, ਤੇ ਇਹ ਜਿਹੜੀ ਗੁਰੂਆਂ ਦੀ ਸੋਚ ਹੈ ਜਾਂ ਆਪਣੇ ਪੂਰੇ ਸੰਤਾਂ ਦੀ ਸੋਚ ਹੈ ਕਿ ਸਮਾਨਤਾ ਚਾਹੀਦੀ ਹੈ, ਉਹ ਸਾਰਿਆਂ ਨੂੰ ਏਕਾ ਕਰਨਾ ਪੈਣਾ। ਮੈਂ ਦੋ ਧਿਰਾਂ ਹੋਰ ਜੋੜ ਦਿੰਦਾ ਕਿ ਇਹ ਸਾਡੀ ਲਾਹਨਤ ਵਾਲਾ ਮੁਲਕ ਹੈ ਜਿਹਦੇ ਵਿੱਚ ਜਿਹੜੀਆਂ ਘੱਟ ਜਾਤੀਆਂ ਨੇ, ਸਿੱਖਾਂ ਨੂੰ ਵੀ ਇਹਨਾਂ ਨੇ ਮਜ਼ਾ ਚਖਾ ਦਿੱਤਾ। ਸਿੱਖਾਂ ਨੂੰ ਬਹੁਤ ਉਹ ਹੈਗਾ ਸੀ, ਭਰਮ ਸੀ ਕਿ ਸਾਨੂੰ ਇਹ ਕੀ ਕਹਿਣਗੇ। ਲੇਕਿਨ ਮੁਸਲਮਾਨਾਂ ਦੇ ਨਾਲ ਜਾਂ ਈਸਾਈਆਂ ਦੇ ਨਾਲ ਘੱਟ ਜਾਤੀਆਂ, ਹੁਣ ਸਿੱਖ ਵੀ, ਤੇ ਉਹਨਾਂ ਨੂੰ ਉਸ ਵਿਚਾਰਧਾਰਾ ਜਿਹੜੀ ਲੈਫਟਿਸਟ ਸੋਚ ਆ ਉਹਨਾਂ ਨੂੰ, ਤੇ ਦਲਿਤਾਂ ਨੂੰ, ਤੇ ਖਾਸ ਕਰਕੇ ਔਰਤਾਂ ਨੂੰ, ਇਹ ਚਾਰ ਧਿਰਾਂ ਮਿਲਣਗੀਆਂ ਤੇ ਇਹ
ਵੱਡੀ ਤਬਦੀਲੀ ਆ ਸਕਦੀ ਹੈ। ਇਹ ਮੇਰਾ ਸੋਚਣਾ। ਬਹੁਤ ਅੱਛੀ ਗੱਲ ਹੈ ਕਿ ਚਾਰ ਧਿਰਾਂ ਜਿਹੜੀਆਂ ਸਾਰੀਆਂ ਹਾਸ਼ੀਆਕ੍ਰਿਤ ਜਿਹੜੀਆਂ ਜਮਾਤਾਂ ਨੇ ਉਹਨਾਂ ਸਾਰੀਆਂ ਨੂੰ ਇਕੱਠਾ ਹੋਣਾ ਪੈਣਾ ਹੈ। ਲੜਾਈ ਤਾਂ ਲੜੀ ਜਾਣੀ ਹੈ ਜੇ ਅਲੱਗ-ਅਲੱਗ ਦਾਇਰਿਆਂ 'ਚ ਆਪਾਂ ਇਸ ਤਰ੍ਹਾਂ ਜੂਝਦੇ ਰਹੇ ਤਾਂ ਸਮਾਜਿਕ ਤਬਦੀਲੀ ਦੀ ਜਿਹੜੀ ਰਾਹ ਹੈ ਉਹ ਹੋਰ ਦਿਨੋਂ ਦਿਨ ਔਖੀ ਹੋਣੀ ਹੈ। ਜੀ ਦੋਸਤੋ, ਕੋਈ ਸਵਾਲ ਤੁਸੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਖੁੱਲਾ ਸੱਦਾ ਹੈ। मैं एक गल कहना चाहांगी राजकुमार हंस सर के जेकर दलित होवे ते अगों फिर वो औरत भी होवे ते ਉਹਨੂੰ ਬਹੁਤ ਸਾਰੇ ਅਨਿਆਂ ਜਿਹੜੇ ਨੇ ਉਹ ਸਹਿਣੇ ਪੈਂਦੇ ਨੇ। ਪਿੰਡਾਂ ਦੇ ਵਿੱਚ ਵੀ ਅਸੀਂ ਵੇਖਦੇ ਆਏ ਆ ਔਰ ਜ਼ਗੀਰਦਾਰ ਕਿਵੇਂ ਉਹਨਾਂ ਨੂੰ ਟ੍ਰੀਟ ਕਰਦੇ ਆ। ਉਹ ਸਾਰੀਆਂ ਚੀਜ਼ਾਂ ਬੜੀਆਂ ਮਤਲਬ ਉਹਦੇ ਲਈ ਤੇ ਦੁੱਗਣਾ ਕਸ਼ਟ ਹੋ ਜਾਂਦਾ ਹੈ ਔਰਤ ਲਈ। ਇਹਦੇ ਬਾਰੇ ਕਿਵੇਂ ਜੀ ਹਾਂ ਜੀ, ਬਿਲਕੁਲ ਗੱਲ ਸਹੀ ਹੈ। ਉਹ ਦੁੱਗਣਾ ਹੀ ਸਗੋਂ ਤਿਗਣਾ ਹੋ ਜਾਂਦਾ, ਸਭ ਤੋਂ ਦੱਬੀ ਹੋਈ ਆ। ਹੁਣ ਆਪਾਂ ਇਨਸੀਡੈਂਟਲੀ ਪੰਜਾਬ ਦੀ ਗੱਲ ਕਰੀਏ ਕਿ ਜਿੱਥੇ ਬਹੁਤ ਵੱਡੇ ਵੱਡੇ ਇਨਕਲਾਬ ਹੋ ਚੁੱਕੇ ਨੇ, ਜਿਨ੍ਹਾਂ ਨੂੰ ਆਪਾਂ ਸਮਾਜਿਕ ਇਨਕਲਾਬ ਸਿੱਖੀ ਦੇ ਰਾਹੀਂ ਜਿਹੜਾ ਹੋਇਆ ਉਹਦੀ ਵੀ ਗੱਲ ਕਰੀਏ, ਤੇ ਗੁਰੂਆਂ ਨੇ ਔਰਤ ਦੀ ਬਰਾਬਰਤਾ ਦੀ, ਆਜ਼ਾਦੀ ਦੀ ਵੀ ਗੱਲ ਛੇੜੀ। ਲੇਕਿਨ ਇਨਸੀਡੈਂਟਲੀ ਦਲਿਤ ਔਰਤਾਂ ਵਿੱਚੋਂ ਆਪਾਂ ਲੱਭਣ ਚੱਲੀਏ ਨਾ ਕਿ ਬਈ ਕੋਈ ਸਾਡੀਆਂ ਲੇਖਕਾਵਾਂ ਮਿਲ ਜਾਣ ਤੇ ਸਾਨੂੰ ਕੋਈ ਮਿਲਦੀ ਨਹੀਂ। ਮਹਾਰਾਸ਼ਟਰ ਦੇ ਵਿੱਚ ਹੈਗੀਆਂ ਨੇ, ਉਹਨਾਂ ਦੀਆਂ ਆਪਣੀਆਂ ਤਮਿਲਨਾਡੂ ਦੇ ਵਿੱਚ ਨੇ ਜਾਂ ਹਿੰਦੀ ਵਿੱਚ ਵੀ ਲਿਖਣ ਵਾਲੀਆਂ ਨੇ। ਇਹ ਸਾਡੀ ਇੱਕ ਤਾਂ ਆਰਥਿਕਤਾ ਦੇ ਨਾਲ ਡੈਫੀਨਿਟਲੀ ਜੁੜਿਆ ਹੋਇਆ ਕਿ ਇਹ ਸਵਾਲ ਉਹਨਾਂ ਨੂੰ ਹੋਰ ਵੀ ਪੇਚੀਦਾ ਕਰਦਾ। ਦੂਸਰੇ ਸਾਡੇ ਇੱਥੇ ਲਾਏ ਗਏ ਨਸ਼ੇ, ਇਹ ਨਹੀਂ ਹੈ ਕਿ ਸਾਰੇ ਲੋਕ ਜਿਹੜੇ ਆਪ ਲਾਉਂਦੇ ਨੇ, ਲੱਗਦੇ ਨੇ, ਉਹ ਉਹਨਾਂ ਦੇ ਇੱਕ ਮਾਫੀਆ ਕੰਮ ਕਰਦੇ ਨੇ, ਇੰਡਸਟਰੀਆਂ ਕੰਮ ਕਰਦੀਆਂ ਨੇ। ਉਹਨਾਂ ਦਾ ਸਭ ਤੋਂ ਵੱਧ ਅਸਰ ਵੀ ਜਿਹੜਾ ਉਤਪੀੜਨ ਜਿਹੜਾ ਉਹ ਔਰਤ ਨੂੰ ਹੀ ਝੱਲਣਾ ਪੈਂਦਾ, ਕਿਉਂਕਿ ਉਹਨੇ ਪਰਿਵਾਰ ਨੂੰ ਵੀ ਸਾਂਭਣਾ ਹੁੰਦਾ ਔਰ ਕਮਾਈ ਕਰਦੇ ਨਹੀਂਗੇ ਮਰਦ, ਤੇ ਉਹਨੂੰ ਘਰਾਂ ਦੇ ਵਿੱਚ ਵੀ ਕੰਮ ਕਰਨਾ ਪੈਂਦਾ। ਤੇ ਪੜ੍ਹਨ ਪੜ੍ਹਾਉਣ ਤਾਂ ਬਹੁਤ ਹੀ ਗੱਲ ਵੱਖਰੀ ਰਹਿ ਜਾਂਦੀ ਹੈ। ਤੇ ਇਹ ਬਹੁਤ ਵੱਡੀ ਸਮੱਸਿਆ ਤਾਂ ਹੈਗੀ ਹੈ। ਜੀ ਜੀ ਜੀ, ਕੋਈ ਹੋਰ ਦੋਸਤ ਕੋਈ ਗੱਲ ਕਰਨੀ ਚਾਹੁੰਦਾ ਤਾਂ? ਹਾਂਜੀ ਡਾਕਟਰ ਸਾਹਿਬ ਜੀ, ਗੁਰਦੇਵ ਸਿੰਘ ਦੇਵ ਜੀ, ਸਵਾਗਤ ਹੈ। ਜੀ ਜੀ ਜੀ, ਬੋਲੋ ਜੀ, ਬੋਲੋ ਗੁਰਦੇਵ ਸਿੰਘ ਦੇਵ ਜੀ, ਬੋਲੋ। ਹਾਂਜੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ। ਇਹ ਸਾਰੀਆਂ ਗੱਲਾਂ ਦੇ ਵਿੱਚੋਂ ਜਿਹੜੀ ਇੱਕ ਕਾਮਨ ਗੱਲਾਂ 4-5 ਉੱਭਰ ਕੇ ਸਾਹਮਣੇ ਆ ਰਹੀਆਂ ਨੇ ਕਿ ਸਮਾਜਿਕਤਾ ਤਾਂ ਜੋ ਨੈਗੇਟਿਵ ਰੋਲ ਪਲੇ ਕਰ ਰਹੀ ਹੈ ਉਹ ਤਾਂ ਕਰ ਰਹੀ ਹੈ, ਇਹਦੇ ਵਿੱਚ ਆਰਥਿਕਤਾ ਤੇ ਅੱਜ ਜਿਹੜੀ ਰਾਜਨੀਤਿਕ ਸੋਚ ਇਹਦੇ ਵਿੱਚ ਹਾਵੀ ਹੋ ਗਈ ਤੇ ਇੱਕ ਖਾਸ ਕਿਸਮ ਦੀ ਸੋਚ ਜਿਹੜੀ ਮੁੜ ਕੇ ਉਸ ਬ੍ਰਾਹਮਣੀਕਲ ਸਿਸਟਮ ਦੀ ਸੁਪਰਮੇਸੀ ਚਾਹ ਰਹੀ ਹੈ ਤੇ ਰਾਜਨੀਤੀ ਦੇ ਵਿੱਚ ਪਾਵਰ ਵੀ ਸਾਰੀ ਉਹਦੇ ਕੋਲ ਆ ਗਈ ਹੈ ਤੇ ਅਰਥਚਾਰਾ ਵੀ ਉਹਦੇ ਕੋਲ ਆ ਗਿਆ ਹੈ। ਤੇ ਜਿਹੜੇ 3-4 ਪਿੱਛੇ ਫਿਨੋਮਨਾ ਉੱਭਰ ਕੇ ਸਾਹਮਣੇ ਆਏ ਨੇ, ਜਿਹਦੇ ਵਿੱਚ ਨੋਟਬੰਦੀ ਹੈ ਜਾਂ ਜਿਹਦੇ ਵਿੱਚ ਹੁਣ ਪ੍ਰਾਈਮ ਜਿਹੜਾ PM ਕੇਅਰ ਫੰਡ ਵੀ ਆ ਰਿਹਾ ਹੈ, ਤਾਂ ਇਹ ਸਾਰੀਆਂ ਗੱਲਾਂ ਮਿਲ ਕੇ ਵੀ ਇਹ ਮਾਈਨੋਰਟੀ ਨੂੰ ਵੀ ਵਿੱਚ ਸ਼ਾਮਲ ਕਰ ਰਹੀਆਂ ਨੇ ਤੇ ਜਿਹੜੀਆਂ ਕਾਸਟਸ ਨੇ ਉਹਨੂੰ ਵਿੱਚ ਸ਼ਾਮਲ ਕਰ ਰਹੀਆਂ ਨੇ। ਤੇ ਇੱਕ ਮੁਲਗੋਬਾ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਮੁੜ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਸੁਪਰਮੇਸੀ ਕਿਸੇ ਤਰੀਕੇ ਨਾਲ ਕਾਇਮ ਕਰ ਲਈ ਜਾਏ ਤੇ ਜਿਹੜੇ ਸੰਵਿਧਾਨਕ ਮਸਲੇ ਨੇ ਉਹਨਾਂ ਨੂੰ ਤੋੜ ਲਿਆ ਜਾਏ। ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਜੀ। ਆਪਾਂ ਹਾਂਜੀ ਪਹਿਲਾਂ ਹੀ ਗੱਲ ਕੀਤੀ ਸੀ ਕਿ ਇਹ ਸਾਡੀ ਜਿਹੜਾ ਕਮਾਲ ਦਾ ਮੁਲਕ ਹੈ, ਇਹਦੀ ਸਮਾਜਿਕ ਸੰਰਚਨਾ ਇਹੋ ਜਿਹੀ ਹੈ ਕਿ ਇਹਦਾ ਕੋਈ ਪੈਰਲਲ ਨਹੀਂ ਹੈਗਾ ਦੂਸਰੀ ਦੁਨੀਆ ਵਿੱਚ। ਇਹਦੇ ਵਿੱਚ ਚੰਗੀਆਂ ਗੱਲਾਂ ਵੀ ਹੈਗੀਆਂ ਨੇ, ਆਪਾਂ ਉਹਨਾਂ ਦੀਆਂ ਚਿੰਤਕਾਂ ਦੀਆਂ ਗੱਲਾਂ ਕੀਤੀਆਂ ਨੇ ਕਿ ਜਿਨ੍ਹਾਂ ਇਹਨਾਂ ਕਹਾਣੀਆਂ ਵੰਡਾਂ ਦੇ ਖਿਲਾਫ ਉਹਨਾਂ ਨੇ ਲਗਾਤਾਰ ਜੂਝਦੇ ਰਹੇ ਨੇ। ਲੇਕਿਨ ਬਾਵਜੂਦ ਇਹਦੇ ਸਾਡੇ ਇੱਥੇ ਕਰਪਸ਼ਨ ਇੰਨੀ ਹੈ। ਔਰ ਮੈਂ ਗੱਲ ਕੀਤੀ ਸੀ ਕਿ ਸਾਡੇ ਇਹ ਕਰਪਸ਼ਨ ਆਉਂਦੀ ਕਿੱਥੋਂ ਆ? ਸਾਡਾ ਕੋਈ ਮੋਰਲ ਜਿਹੜਾ ਨਾ ਆਧਾਰ ਨਹੀਂ ਹੈਗਾ, ਕਦਰਾਂ ਕੀਮਤਾਂ ਦਾ ਨਹੀਂ ਹੈਗਾ। ਆਪਾਂ ਜੇ ਪੈਸੇ ਵਾਲੇ ਪਾਸੇ ਪਏ ਆ ਤੇ ਸਾਨੂੰ ਗੁਆਂਢੀ ਨਾਲ ਵੀ ਕੋਈ ਮਤਲਬ ਨਹੀਂ, ਸਾਨੂੰ ਰਿਸ਼ਤੇਦਾਰਾਂ ਨਾਲ ਵੀ ਕੋਈ ਮਤਲਬ ਨਹੀਂ, ਕੋਈ ਸਰੋਕਾਰ ਨਹੀਂ ਰਹਿ ਜਾਂਦਾ। ਤੇ ਇਸ ਕਰਕੇ ਔਖਾ ਪੈਂਦਾ ਤੇ ਹੈਗਾ ਹੀ ਹੈ। ਤੇ ਜਿਹਦੇ ਕੋਲ ਕੋਈ ਥੋੜਾ ਬਹੁਤ ਵਾਹ ਲੱਗਦੀ ਆ ਜਾਂ ਰਿਸੋਰਸਿਸ ਹੈਗੇ ਨੇ ਜਾਂ ਜ਼ਮੀਨਾਂ ਵੇਚ ਸਕਦੇ ਨੇ, ਉਹ ਬਾਹਰ ਚਲਦੇ ਜਾਂਦੇ ਨੇ। ਅੱਕਿਆ ਹੀ ਜਾਂਦਾ ਬੰਦਾ। ਲੇਕਿਨ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈਗਾ, ਉਹਨਾਂ ਨੇ ਜ਼ਬਾਨ ਵੀ ਸੰਭਾਲਣੀ ਹੈ, ਉਹਨਾਂ ਨੇ ਇੱਥੇ ਸੇਵਾ ਵੀ ਕਰਨੀ ਹੈ, ਉਹਨਾਂ ਦਾ ਭਵਿੱਖ ਇਹਦੇ ਨਾਲ ਹੀ ਜੁੜਿਆ ਹੋਇਆ। ਗੱਲ ਅੱਜ ਨਹੀਂ ਹੈ,
ਤੇ ਮੈਂ ਕਿਉਂਕਿ ਇੱਕ ਆਸ਼ਾਵਾਦੀ ਵੀ ਬਹੁਤ ਹੈ ਕਿ ਅੱਜ ਨਹੀਂ ਤੇ ਹੋਰ 30 ਸਾਲਾਂ ਨੂੰ ਜਾਂ 50 ਸਾਲਾਂ ਨੂੰ ਇਹ ਸਾਰੀ ਗੱਲ ਟੁੱਟਣੀ ਹੈ। ਸਾਨੂੰ ਇਹਦੇ ਬਾਰੇ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਕਿਉਂਕਿ ਬਹੁਤ ਕੁਝ ਅੱਜ ਸਿੱਖੀ ਦੇ ਵਿੱਚ ਚਿੰਤਨ ਜਿਹੜਾ ਨਾ ਉਹ ਜ਼ਬਰਦਸਤ ਚੱਲ ਰਿਹਾ ਕਿ ਸਾਡੇ ਪੁਰਖਿਆਂ ਨੇ ਬਹੁਤ ਹੀ ਨਿਕੰਮਾ ਕੰਮ ਕਰ ਦਿੱਤਾ, ਉਹਨਾਂ ਨੇ ਸਿੱਖੀ ਨੂੰ ਹੀ ਧੋਖਾ ਦੇ ਦਿੱਤਾ। ਸਾਨੂੰ ਨਵੀਆਂ ਲੀਹਾਂ ਤੇ ਸੋਚਣਾ ਚਾਹੀਦਾ। ਇਸੇ ਤਰੀਕੇ ਨਾਲ ਹਰ ਲੈਵਲ ਤੇ ਇਹ ਗੱਲਾਂ ਚੱਲ ਰਹੀਆਂ ਨੇ। ਮੈਂ ਕਹਿੰਦਾ ਕਿ ਜਿਹੜੀ ਪੰਜਾਬ ਦੇ ਵਿੱਚ ਅੱਜ ਚਿੰਤਨ ਸ਼ੁਰੂ ਹੋ ਰਿਹਾ, ਜਿਹੜਾ 20 ਸਾਲਾਂ ਤੋਂ 10 ਸਾਲਾਂ ਤੋਂ ਹੋਰ ਇਹਨੇ ਜਿਹੜੇ ਨੇ ਚੰਗੀ ਡੂੰਘਾਈ ਫੜੀ ਹੈ, ਇਹ ਚੰਗੀ ਗੱਲ ਹੈ ਸਾਡੇ ਵਾਸਤੇ। ਸਿਰਫ ਪੰਜਾਬ ਦੀ ਗੱਲ ਨਹੀਂ, ਐਸੇ ਪੂਰੇ ਮੁਲਕ ਵਾਸਤੇ ਇਹ ਚੰਗੀਆਂ ਗੱਲਾਂ। ਕੋਈ ਇੱਕ ਲਾਸਟ ਸਵਾਲ ਅਸੀਂ ਹੋਰ ਲੈਣਾ ਚਾਹੁੰਦੇ ਹਾਂ, ਜੇ ਕੋਈ ਦੋਸਤ ਕਰਨਾ ਚਾਹੁੰਦਾ ਹੈ। जी सर जी। जी सुरेंद्र शर्मा जी। हेलो जी सर, जसवीर सिंह। अच्छा जसवीर सिंह, बोलो जी, बोलो प्लीज। सर मेरा सवाल है कि ਅੱਜ ਆਪਾਂ ਗਰਾਊਂਡ ਲੈਵਲ ਤੇ ਦੇਖੀਏ ਸਰ, ਤਾਂ ਸਭ ਤੋਂ ਪਹਿਲੀ ਸ਼ੁਰੂਆਤ ਆਪਾਂ ਨੂੰ ਕਿੱਥੋਂ ਕਰਨੀ ਚਾਹੀਦੀ ਹੈ? ਕਿਵੇਂ ਆਪਾਂ ਦਲਿਤਾਂ ਨੂੰ ਜੋੜ ਸਕਦੇ ਹਾਂ ਐਜੂਕੇਸ਼ਨ ਨਾਲ, ਜਾਂ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਆਪਣੇ ਸਤਰ ਤੇ ਉਪਰਾਲਾ ਇੱਕ ਕੀ ਕਰ ਸਕਦੇ? ਜੀ ਹੰਸ ਜੀ, ਬਹੁਤ ਸੰਖੇਪ ਦੇ ਵਿੱਚ ਕੀ ਗੱਲ ਕਰਨੀ ਚਾਹੁੰਦੇ? ਦੇਖੋ ਇਹ ਸਵਾਲ, ਮੈਂ ਇਤਿਹਾਸਕਾਰ ਹੈ, ਉਹ ਜ਼ਿਆਦਾਤਰ ਅੱਜ ਜਿਹੜਾ ਨਾ ਉਹਨੂੰ ਸਮਝਣ ਵਾਸਤੇ ਪੂਰਾ ਪਿਛੋਕੜ ਨੂੰ ਸਮਝਣ ਦੀ, ਉਹਨੂੰ ਲਿਆਉਣ ਦੀ ਕੋਸ਼ਿਸ਼ ਕਰਦਾ। ਇਹ ਜਿਹੜਾ ਸਵਾਲ ਹੈ ਇਹ ਬੜਾ ਪ੍ਰੈਕਟੀਕਲ ਹੈ ਔਰ ਇੱਕ ਪੋਲੀਟੀਕਲ ਸਵਾਲ ਹੈ, ਜਿਹਦਾ ਮੇਰੇ ਕੋਲ ਤਾਂ ਕੋਈ ਸੌਖਾ ਜਵਾਬ ਨਹੀਂ ਹੈਗਾ। ਮੈਂ ਇਹਦੇ ਤੇ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜਿਹੋ ਜਿਹਾ ਵਰਤਾਰੇ ਚੱਲ ਰਹੇ ਨੇ, ਤਬਦੀਲੀਆਂ ਆ ਰਹੀਆਂ ਨੇ, ਨਵੀਂ ਚੇਤਨਾ ਜਾਗ ਰਹੀ ਹੈ, ਤੇ ਲੱਗਦਾ ਹੈ ਕਿ ਤਬਦੀਲੀ ਆਉਣੀ ਆ। ਇਹ ਭਾਵੇਂ ਹਿਟਲਰ ਪੈਦਾ ਹੋਇਆ ਸੀ ਤੇ ਉਹਨੂੰ ਖਤਮ ਹੋਣਾ ਪਿਆ ਸੀਗਾ, ਇਸੇ ਤਰੀਕੇ ਨਾਲ ਕੋਈ ਵੀ ਸਦੀਵੀ ਚੀਜ਼ ਨਹੀਂ ਹੁੰਦੀ। ਇਹ ਮੈਨੂੰ ਇਤਿਹਾਸ ਦੀ ਪੈੜਾਂ ਜਿਹੜੀਆਂ ਨੇ, ਇਤਿਹਾਸ ਦੀ ਚਾਲ ਜਿਹੜੀ ਉਹਦੇ ਤੋਂ ਪਤਾ ਚੱਲਦਾ। ਇਹ ਗੱਲ ਠੀਕ ਹੈ ਤੁਹਾਡੀ ਕਿ ਆਰਗੇਨਾਈਜੇਸ਼ਨ ਬਹੁਤ ਸਾਰੀਆਂ ਜਥੇਬੰਦੀਆਂ ਨੇ, ਲੇਕਿਨ ਆਪਾਂ ਜਿਹੜੀ ਗੱਲ ਕਰਦੇ ਹਾਂ ਕਿ ਸਾਡੇ ਵਿੱਚ ਚੌਧਰਾਨਾ ਬਹੁਤ ਚਾਹੀਦਾ ਕਿ ਹਰ ਕੋਈ ਚੌਧਰੀ ਬਣ ਕੇ ਰਹਿੰਦਾ, ਮਿਲ ਜੁਲ ਕੇ ਇਕੱਠੇ ਹੋ ਕੇ ਸੰਗਤ ਕਰਕੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਹਾਸ਼ੀਏ ਤੇ ਚੱਲੀਆਂ ਗਈਆਂ ਨੇ। ਇਸ ਕਰਕੇ ਕਈ ਵਾਰੀ ਕਾਫੀ ਔਖਾ ਕੰਮ ਲੱਗਦਾ। ਵੇਖੋ ਬਾਕੀ ਗੱਲਾਂ ਤੇ ਛੱਡ ਹੀ ਦਈਏ, ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਉਹਨਾਂ ਤੇ ਕਿਵੇਂ ਸ਼ਿਕੰਜੇ ਕੱਸ ਕੇ ਉਹ ਜਿਹੜੇ ਬੈਠੇ ਨੇ, ਜਿਨ੍ਹਾਂ ਦੇ ਕੋਲ ਪੈਸਾ ਹੈ ਉਹਨਾਂ ਦੇ ਕੋਲ ਕਰਵਾਉਂਦੇ ਨੇ। ਇਹਦੇ ਵਿੱਚ ਕਤਲ ਵੀ ਹੋ ਜਾਂਦੇ ਨੇ, ਮਾਨਸੇ ਹੋਣ ਜਾਂ ਦੂਸਰੀ ਜਗ੍ਹਾ, ਹੱਡ ਪੈਰ ਵੱਢ ਕੇ ਰੱਖ ਦਿੱਤੇ ਨੇ, ਬੰਦ ਸਿੰਘ ਦੇ ਜਿਵੇਂ ਕਰ ਦਿੱਤੇ ਗਏ ਹੋਣ। ਤੇ ਇਹ ਬੜੀਆਂ ਔਖੀਆਂ ਗੱਲਾਂ ਤੇ ਹੈਗੀਆਂ ਨੇ, ਲੇਕਿਨ ਇਹ ਮਿਲ ਜੁਲ ਕੇ ਕਰਨਾ ਪੈਣਾ, ਕਿਉਂਕਿ ਦੂਸਰਾ ਕੋਈ ਚਾਰਾ ਨਹੀਂ ਹੈਗਾ। ਜੀ 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 ਹਾਂਜੀ। ਮੇਰਾ ਇੱਕ ਬੜਾ ਡਾਕਟਰ ਸਾਹਿਬ, ਮੇਰਾ ਬੜਾ ਇੰਪੋਰਟੈਂਟ ਸਵਾਲ ਰਹਿ ਗਿਆ ਜੀ। ਅਸੀਂ ਆਮ ਤੌਰ ਤੇ ਇੱਕ ਗੱਲ ਕਹਿੰਦੇ ਸੀ ਕਿ ਜਦੋਂ ਇਹ ਕਾਨੂੰਨ ਬਣਿਆ ਸੀ ਰਿਜ਼ਰਵੇਸ਼ਨ ਵਾਲਾ, ਤਾਂ ਉਸ ਵੇਲੇ ਇਹ ਕੁਝ ਸਮੇਂ ਤੋਂ ਬਾਅਦ ਜਦੋਂ ਉਹ ਇੱਕ ਪੱਧਰ ਤੇ ਆ ਜਾਣਾ ਸੀ ਸਾਰਿਆਂ ਨੇ, ਸਾਰੇ ਜਿੰਨੇ ਵੀ ਆ ਆਪਾਂ ਜਨਰਲ ਵਾਲੇ ਜਾਂ ਦੂਸਰੇ ਆਪਾਂ ਕਹਿ ਦਿੰਦੇ ਆ ਜਾਤੀਆਂ ਵਾਲੇ, ਪਰ ਇਹ ਨਹੀਂ ਹੋਇਆ। ਤੇ ਸਰਕਾਰਾਂ ਡਰਦੀਆਂ ਨੇ ਇਸ ਗੱਲ ਤੋਂ ਕਿ ਜੇਕਰ ਅਸੀਂ ਕੋਈ ਇਹਦੇ 'ਚ ਤਬਦੀਲੀ ਕੀਤੀ ਤਾਂ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ। ਤੇ ਅਗਲੀ ਗੱਲ ਇਹ ਆ ਕਿ ਉਸ ਦੇ ਬਾਵਜੂਦ ਵੀ ਜਿਹੜੇ ਬੱਚੇ ਸਾਡੇ ਕਾਲਜਾਂ ਦੇ ਵਿੱਚ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਅਸੀਂ ਤੁਹਾਨੂੰ ਮੁਫਤ ਪੜ੍ਹਾਉਂਦੇ ਆ, ਅਨੁਸੂਚਿਤ ਜਾਤੀ ਜਿਹਨੂੰ ਕਹਿ ਦਿੰਦੇ ਆ ਆਪਾਂ, ਜਿਹਨੂੰ ਇਹ ਸ਼ਬਦ ਵਰਤਣਾ ਵੀ ਮੈਨੂੰ ਬੁਰਾ ਲੱਗਦਾ, ਤਾਂ ਉਹਨਾਂ ਬੱਚਿਆਂ ਦੇ ਜਿਹੜੇ ਵਜ਼ੀਫੇ ਨੇ ਉਹ 4-4 ਸਾਲਾਂ ਤੋਂ ਕਾਲਜਾਂ ਨੂੰ ਦਿੱਤੇ ਹੀ ਨਹੀਂ ਗਏ। ਕਿ ਇਸ ਲਈ ਕੋਈ ਆਪਣੀ ਕੋਈ ਏਦਾਂ ਦੀ ਸੰਸਥਾ ਹੈ ਜਿਹੜੀ ਇਸ ਨੂੰ ਅੱਗੇ ਸਵਾਲ ਉਠਾਵੇ ਜਾਂ ਸਰਕਾਰ ਨੂੰ ਕਹੇ? ਹਰ ਸਾਲ ਇਹ ਰਾਜਨੀਤਿਕ ਸਟੰਟ ਤਾਂ ਬਣ ਜਾਂਦੇ ਨੇ, ਪਰ ਇਹ ਅਸਲ ਦੇ ਵਿੱਚ ਇਹਨਾਂ ਬਾਰੇ ਕੋਈ ਗੱਲਬਾਤ ਨਹੀਂ ਹੁੰਦੀ। ਇਹ ਗੱਲਾਂ ਤਾਂ ਬਹੁਤ ਜ਼ਰੂਰੀ ਨੇ। ਜੀ ਹੰਸ ਜੀ। ਹਾਂਜੀ, ਗੱਲ ਇਹ ਹੈ ਸਰਬਜੀਤ ਕੌਰ ਜੀ ਕਿ ਭਾਵੇਂ ਸਾਡੇ ਕੋਲ ਕਾਨੂੰਨ ਬਣੇ ਨੇ, ਪਾਲਿਸੀਆਂ ਵੀ ਬਣਦੀਆਂ ਨੇ, ਉਹਨਾਂ ਨੂੰ ਬਣਾਉਣੀਆਂ ਵੀ ਪੈਂਦੀਆਂ, ਅਨਾਉਂਸ ਵੀ ਕਰਨਾ ਪੈਂਦਾ, ਲੇਕਿਨ ਉਹਨਾਂ ਨੂੰ ਇੰਪਲੀਮੈਂਟ ਕਿੰਨੇ ਕਰਨਾ ਹੁੰਦਾ? ਇਹ ਸੰਸਥਾਵਾਂ ਨੇ ਕਰਨਾ ਹੁੰਦਾ। ਉਹਦੇ ਤੇ ਕੁਰਸੀ ਕੌਣ ਸਾਂਭ ਕੇ ਬੈਠਾ ਹੁੰਦਾ? ਆਪਾਂ ਸਾਰੇ ਵੇਖਦੇ ਹਾਂ, ਸਾਨੂੰ ਪਤਾ ਹੈ ਕਿ ਵਾਈਸ ਚਾਂਸਲਰ ਕੌਣ ਹੈ, ਵਾਈਸ ਚਾਂਸਲਰ ਨੂੰ ਨਿਯੁਕਤ ਕਰਨ ਵਾਲੇ ਕੌਣ ਨੇ, ਉਹ ਆਪਣੀ ਮਰਜ਼ੀ ਨਾਲ ਕਿੰਨਾ ਕੁ ਚੱਲ ਸਕਦਾ ਹੈ, ਹੈਡਾਂ ਦੀਆਂ ਕੁਰਸੀਆਂ ਦੇ ਕਿਹੜੇ ਕੌਣ ਬੈਠੇ ਹੋਏ ਨੇ।
ਕਿੱਡੀ ਆਪਾਂ ਕਿਸੇ ਵੇਲੇ ਮੈਂ ਇਹ ਵੀ ਸਵਾਲ ਚੁੱਕਦਾ ਹੁੰਦਾ, ਲੇਕਿਨ ਚੰਗਾ ਤਾਂ ਨਹੀਂ ਲੱਗਦਾ, ਲੇਕਿਨ ਚੁੱਕਣਾ ਪੈਂਦਾ ਕਿ ਗੁਰੂਆਂ ਨੇ ਵੀ ਬੜੀ ਨਿਡਰਤਾ ਨਾਲ ਗੱਲਾਂ ਕੀਤੀਆਂ ਸੀ ਕਿ ਇਹ ਬੜੀ ਮਾੜੀ ਸਾਡੀ ਮੰਦਭਾਗੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਕੋਈ ਵਾਈਸ ਚਾਂਸਲਰ ਤੱਕ ਜਿਹੜਾ ਨਾ ਉਹ ਪ੍ਰੋਫੈਸਰ ਨਹੀਂ ਬਣ ਦਿੱਤੇ ਦਲਿਤਾਂ ਵਿੱਚੋਂ ਕੋਈ ਇਹ ਵਾਈਸ ਚਾਂਸਲਰ ਬਣ ਜਾਏ। ਰਾਜਸਥਾਨ ਦੇ ਵਿੱਚ 2-3 ਹੋ ਚੁੱਕੇ ਨੇ। ਮੈਂ ਕਹਿੰਦਾ ਛੋਟੇ ਜਿਹੜੇ ਬਹੁਤ ਹੀ ਪਿਛੜੇ ਹੋਏ ਸੂਬੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉੱਥੇ ਗੱਲਾਂ ਹੋ ਚੁੱਕੀਆਂ ਨੇ, ਲੇਕਿਨ ਆਪਾਂ ਜਿਹੜੇ ਐਡੀ ਵੱਡੀ ਇਨਕਲਾਬੀ ਧਰਤੀ ਰਹੀ ਹੈ ਉੱਥੇ ਸਾਨੂੰ ਬੜਾ ਕੀ ਕਹਿੰਦੇ ਨੇ ਸ਼ਰਮ ਵੀ ਆਉਂਦੀ ਹੈ ਗੱਲ ਕਰਦੇ ਆ ਕਿ ਇਹ ਗੱਲਾਂ ਨਹੀਂ ਹੋਈਆਂ। ਤੇ ਇਹ ਗੱਲ ਇਹਦਾ ਕੋਈ ਸੌਖਾ ਹੱਲ ਤੇ ਹੈ ਨਹੀਂ ਗੇ। ਜਦ ਤੱਕ ਕਿਸੇ ਦੀ ਮੋਨੋਪੋਲੀ ਜਿਹੜੀ ਆ, ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ, ਉਹਨਾਂ ਨੇ ਪੂਰੀ ਆਪਣੇ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਮੋਨੋਪੋਲੀ ਖੜੀਆਂ ਕਰਦੀਆਂ ਸੀ ਨਾ। ਤੇ ਅੱਜ ਕੱਲ੍ਹ ਉਹ ਮੋਨੋਪੋਲੀਆਂ ਜਿਹੜੀਆਂ ਸੱਤਾ ਦੇ ਵੀ ਬਣੀਆਂ, ਜਦ ਤੱਕ ਉਹਨਾਂ ਨੂੰ ਖਿੰਡ-ਪਿੰਡ ਨਹੀਂ ਕੀਤਾ ਜਾਂਦਾ, ਦਲਿਤਾਂ ਨੂੰ ਵੰਡਣ ਵਾਸਤੇ ਇਹਨਾਂ ਦੇ ਸਾਰੀਆਂ ਸਟ੍ਰੈਟਜੀਆਂ ਹੈਗੀਆਂ ਨੇ। ਉਹ ਸਾਰੇ ਹਥਿਆਰ ਵੀ ਵਰਤਦੀਆਂ, ਪੈਸੇ ਵੀ ਵਰਤਦੀਆਂ ਨੇ। ਪੈਸਾ ਜਿਹਦੀ ਝੋਲੀ 'ਚ ਹੈ ਉਹ ਕਹਿੰਦੇ ਨੇ ਉਹਦੇ ਤੇ ਕਮਲੇ ਵੀ ਸਿਆਣੇ ਨੇ। ਜੀ ਹਾਂਜੀ ਸੋਲ ਮੈਮ, ਕੁਛ ਨਾ ਤੁਸੀਂ ਬੋਲਣਾ ਚਾਹੋਗੇ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਜੁੜੇ ਨੇ ਜਿਹੜੇ? ਨਹੀਂ, ਮੈਂ ਆਪਣਾ ਗੱਲ ਕਰਨਾ ਚਾਹੁੰਦਾ ਹਾਂ। ਜੀ ਜੀ ਐਸਪੀ ਸਿੰਘ, ਜੀ, ਇਹ ਜਿਹੜੀ ਗੱਲ ਮੈਡਮ ਸੋਲ ਨੇ ਕਹੀ ਹੈ ਨਾ, ਤੇ ਗ੍ਰਾਂਟਾਂ ਆਉਂਦੀਆਂ ਨਹੀਂ ਜਾਂ ਜਿਹੜਾ ਹੈ, ਇਹ ਉਹਦੇ 'ਚ ਸੋਸ਼ਲ ਜਸਟਿਸ ਦੀ ਗੱਲ ਨਹੀਂ ਹੈ। ਸਿਰਫ ਉਹਨਾਂ ਇੰਸਟੀਟਿਊਸ਼ਨ ਦੇ ਪੈਸੇ ਨਹੀਂ ਆਏ ਜਿਨ੍ਹਾਂ ਨੇ ਅਕਾਊਂਟ ਨਹੀਂ ਦਿੱਤੇ, ਬਲਕਿ ਦਲਿਤਾਂ ਦੇ ਜਿਹੜੇ ਪੈਸੇ ਸਨ ਉਹ ਮਿਸਯੂਜ਼ ਕੀਤੇ ਸਨ। ਫॉर एग्जांपल, ਮੈਂ ਇੱਕ ਇੰਸਟੀਟਿਊਸ਼ਨ ਦਾ ਪ੍ਰੈਜ਼ੀਡੈਂਟ ਹਾਂ, ਸਾਡੇ 100% ਪੈਸੇ ਆ ਗਏ ਨੇ ਕਿਉਂਕਿ ਅਸੀਂ ਪੂਰਾ ਅਕਾਊਂਟ ਜਿਹੜਾ ਆਡਿਟ ਕਰਵਾ ਕੇ ਪੈਸੇ ਲੈ ਲੈਣੇ। ਲੇਕਿਨ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਇਹ ਵਿਤਕਰਾ ਜਿਹੜਾ ਹੈ ਇਹ ਲਗਾਤਾਰ ਚੱਲਦਾ ਹੈ। ਲੇਕਿਨ ਉਹ ਵਿਤਕਰੇ ਦੇ ਪਿੱਛੇ, ਜਿਵੇਂ ਹੰਸ ਉਹਨਾਂ ਨੇ ਕਿਹਾ ਵੀ ਹੈ, ਇੰਪਲੀਮੈਂਟ ਕਰਨ ਦੇ ਵਿੱਚ ਜਿਹੜੀ ਮਸ਼ੀਨਰੀ ਹੈ ਉਹ ਜਿਹੜੀ ਹੈ ਰਿਸਪੌਂਸੀਬਲ ਹੈ। ਔਰ ਉਸ ਰਿਸਪੌਂਸੀਬਲ ਜਿਹੜੀ ਮਸ਼ੀਨਰੀ ਹੈ ਉਸ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਆਫੀਸਰ ਨੇ ਉਹ ਵੀ ਹਿੱਸੇਦਾਰ ਬਣ ਜਾਂਦੇ ਨੇ, ਕਿਉਂਕਿ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਹਮੇਸ਼ਾ ਹੀ ਆਫੀਸਰ ਔਰ ਸਟਾਫ ਜਿਹੜਾ ਹੈ ਉਹ ਦਲਿਤ ਭਾਈਚਾਰੇ ਦਾ ਲਾਇਆ ਜਾਂਦਾ। ਲੇਕਿਨ ਉਹ ਵੀ ਜਸਟੀਫਾਈ ਨਹੀਂ ਕਰਦੇ ਕਿਉਂਕਿ ਉਹ ਵੀ ਛੋਟੇ ਜਿਹੜੇ ਨੇ ਸੋਚ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ, ਜਾਂ ਉਹ ਕਹਿ ਲਓ ਕਿ ਦੂਜਿਆਂ ਦੇ ਆਖੇ ਆ ਜਾਂਦੇ ਨੇ, ਜਿਸ ਕਰਕੇ ਮੁਸ਼ਕਲ ਆਉਂਦੀ ਹੈ। ਲੇਕਿਨ ਸਾਨੂੰ ਸੋਚਣਾ ਪਏਗਾ ਕਿ ਇਹ ਸੋਚ ਜਿਹੜੀ ਹੈ ਇਹ ਬਦਲਣ ਦੇ ਵਿੱਚ ਆਰਥਿਕ ਔਰ ਸਿੱਖਿਆ ਦੋਨਾਂ ਦਾ ਮਹੱਤਵ ਹੈ। ਔਰ ਇਹ ਦੋਨਾਂ ਨੂੰ ਹੀ ਜਿੰਨਾ ਚਿਰ ਨਹੀਂ ਲਾਗੂ ਕੀਤਾ ਜਾਂਦਾ, ਇਹ ਸੋਚ ਜਿਹੜੀ ਹੈ ਨਹੀਂ ਬਦਲਣੀ। ਔਰ ਇਹ ਸੋਚ ਬਦਲਣ ਵਾਸਤੇ ਸਿੱਖਿਆ ਦੇ ਉੱਤੇ ਜਿਹੜਾ ਜ਼ੋਰ ਦੇਣਾ ਪਏਗਾ। ਛੋਟੀਆਂ ਨੌਕਰੀਆਂ ਦੇ ਲਾਲਚ ਵਿੱਚੇ ਪੜ੍ਹਾਈ ਛੱਡ ਕੇ ਕੰਮ ਨਹੀਂ ਕਰਨਾ ਚਾਹੀਦਾ। ਜੀ ਜੀ ਜੀ, ਐਸਪੀ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡੀ ਪਾਰਟਿਸਿਪੇਸ਼ਨ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ, ਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਇਹ ਹੋਰ ਵੀ ਸਾਡੇ ਲਈ ਬਹੁਤ ਅੱਛੀ ਚੰਗੀ ਗੱਲ ਹੈ। ਜੀ ਮੈਮ ਸੋਲ। ਜੀ ਸਰ, ਅੱਜ ਸਾਡੇ ਨਾਲ ਤਕਰੀਬਨ 15 ਗਰੁੱਪ ਨੇ ਜਿਹੜੇ ਅੱਗੋਂ ਸ਼ੇਅਰ ਕਰ ਰਹੇ ਨੇ, ਜਿਨ੍ਹਾਂ ਨੇ ਅੱਗੋਂ ਲਾਈਵ ਪ੍ਰੋਗਰਾਮ ਇਹ ਦਿਖਾਇਆ ਹੈਗਾ। ਔਰ ਸਾਡੇ ਨਾਲ ਬਹੁਤ ਜੁੜੇ ਹੋਏ ਨੇ ਜੀ। ਅੱਜ ਮੈਂ ਉਹਨਾਂ ਦੇ ਨਾਮ ਲੈਣੀ ਆ। ਸ਼੍ਰੀ ਰਾਮ ਅਰਸ਼ ਜੀ, ਇਹਨਾਂ ਦੀ ਸਿਹਤਯਾਬੀ ਲਈ ਵੀ ਅਸੀਂ ਦੁਆ ਕਰਦੇ ਹਾਂ। ਬਮਲਜੀਤ ਮਾਨ, ਹਰਜੀਤ ਕੌਰ ਬਸਰਾ, ਨਰਿੰਦਰਪਾਲ ਕੰਗ, ਤਜਿੰਦਰ ਕੌਰ ਸ਼ਾਹੀ, ਡਾਕਟਰ ਜਸ ਮਲਕੀਤ, ਪੂਜਾ ਪੁੰਡਰਕ, ਰਜਨੀਸ਼ ਬਹਾਦਰ, ਡਾਕਟਰ ਰੁਪਿੰਦਰ ਕੌਰ, ਮਨਦੀਪ ਸਿੰਘ ਧਾਲੀਵਾਲ, ਦੀਪ ਸੰਧੂ, ਡਾਕਟਰ ਮੱਖਣ ਮਾਨ, ਰਜਿੰਦਰ ਕੌਰ, ਰਿਮੀ ਕੌਰ, ਜਗਮੋਹਨ ਸਿੰਘ ਵਿਰਕ, ਜਸਪਾਲ ਮਾਨਖੇੜਾ ਬਠਿੰਡੇ ਤੋਂ, ਜਤਿੰਦਰ ਕੌਰ, ਪਰਮਾਨੰਦ ਸ਼ਾਸਤਰੀ, ਇਹ ਹਰ ਰੋਜ਼ ਸਾਡੇ ਨਾਲ ਹੁੰਦੇ ਨੇ, ਸੁਖਮਨ ਸਿੰਘ, ਗਮਦੂਰ ਸਿੰਘ, ਸਤੀਸ਼ ਗੁਲਾਟੀ, ਬਲਵਿੰਦਰ ਚਾਹਲ, ਰਣਜੀਤ ਕੌਰ ਬਾਜਵਾ, ਕਹਿਰ ਸ਼ਰੀਫ, ਡਾਕਟਰ ਸਤਨਾਮ ਸਿੰਘ ਸੰਧੂ, ਬਲਵਿੰਦਰ ਸਿੰਘ, ਕੁਲਵੀਰ ਗੋਜਰਾ ਦਿੱਲੀ ਤੋਂ, ਬਲਬੀਰ ਸੰਘੇੜਾ, ਬਲਜਿੰਦਰ ਸੰਗੀਲਾ, ਇਹ ਮਾਨਸਾ ਤੋਂ ਨੇ, ਪ੍ਰਭਮੀਤ ਸਿੰਘ, ਸੁਭਾਸ਼ ਨੀਰਵ, ਜਗਦੀਪ ਸਿੱਧੂ, ਰਾਮ ਲਾਲ ਭਗਤ, ਸਾਰੰਗਪ੍ਰੀਤ ਕੌਰ, ਜਗਦੀਸ਼ ਸਚਦੇਵਾ ਨਾਟਕਕਾਰ, ਰਜਿੰਦਰ ਬਿਮਲ, ਜਸਵੀਰ ਝੱਜ, ਰਜਿੰਦਰ ਗਿੱਲ, ਪਰਮਵੀਰ ਸਿੰਘ, ਨਰਿੰਦਰਪਾਲ ਕੰਗ, ਸਰਬਜੀਤ ਬੈਂਸ, ਪਰਮਿੰਦਰ ਸਿੱਧੂ, ਹਰਜੀਤ ਕੌਰ ਬਸਰਾ, ਰਵਿੰਦਰ ਸਿੰਘ ਸਾਹਰਾ, ਨਰਿੰਦਰ ਸਿੰਘ ਚੱਕਲ, ਇਹ ਇੰਗਲੈਂਡ ਤੋਂ ਨੇ। ਹਰ ਰੋਜ਼ ਤਕਰੀਬਨ ਸਾਡੇ ਨਾਲ ਹੁੰਦੇ ਨੇ ਇਹ। ਸਤੀਸ਼ ਗੁਲਾਟੀ ਜੀ ਨੇ, ਕੁਲਵੰਤ ਗਿੱਲ, ਜਗਤਾਰ ਸਿੰਘ,
ਪ੍ਰਕਾਸ਼ ਬੇਦੀ ਹੈ ਕੈਲੀਫੋਰਨੀਆ USA ਤੋਂ, ਹਰ ਰੋਜ਼ ਸਾਡਾ ਪ੍ਰੋਗਰਾਮ ਸੁਣਦੇ ਨੇ। ਗਿਆਨ ਸਿੰਘ ਦਰਦੀ, ਰਸ਼ਪਾਲ ਕੌਰ ਗਿੱਲ, ਹਰਸ਼ਰਨ ਕੌਰ, ਜਸਪਾਲ ਘਈ, ਜਸ ਬਰਾੜ, ਅਰਸ਼ ਬਿੰਦੂ, ਜਨਮੇਜਾ ਸਿੰਘ ਜੌਹਲ, ਬਰਿੰਦਰ ਸਿੰਘ ਪਟਿਆਲਾ ਤੋਂ, ਪੁਸ਼ਪਿੰਦਰ ਜੋਸਨ, ਰਵਨੀਤ ਕੌਰ, ਵਿਜੇ ਵਿਵੇਕ, ਸੁਨੀਤਾ ਧਾਲੀਵਾਲ, ਅਰਵਿੰਦ ਤਮਨ ਰਾਠੌਲ, ਅਜੈਬ ਚੱਠਾ ਜੀ ਕੈਨੇਡਾ ਤੋਂ, ਕੇਵਲ ਧੀਰ, ਜਯੋਤੀ ਬਾਵਾ, ਸੁਰਿੰਦਰਪ੍ਰੀਤ ਕਣੀਆ, ਸਰਬਜੀਤ ਕੌਰ, ਜਗਦੀਸ਼ ਕੁਲਰੀਆ, ਹਰਦੀਪ ਸਿੰਘ ਧਾਲੀਵਾਲ, ਸੁਮਿੰਦਰ ਕੌਰ, ਇਹ ਵੀ USA ਤੋਂ ਨੇ, ਜਗਜੀਤ ਗਿੱਲ, ਬਲਜੀਤ ਪਾਲ ਸਿੰਘ, ਗੁਰਦੇਵ ਸਿੰਘ ਦੇਵ, ਦਲਜੀਤ ਸਿੰਘ ਸ਼ਾਹੀ ਕਹਾਣੀਕਾਰ, ਬਲਬੀਰ ਕੌਰ ਰੀਹਲ, ਸੁਲਤਾਨਾ ਬੇਗਮ, ਡਾਕਟਰ ਕਿਰਨਪਾਲ ਸੱਗੂ, ਹੈਰੀ ਸਿੰਘ ਬਰਾੜ, ਜਸਮੇਲ ਗਿੱਲ, ਜੋਤੀ ਬਾਵਾ, GP ਸਿੰਘ, SP ਸਿੰਘ ਜੀ ਸਾਬਕਾ ਵਾਈਸ ਚਾਂਸਲਰ ਨੇ ਜਿਨ੍ਹਾਂ ਨੇ ਸਵਾਲ ਵੀ ਪੁੱਛਿਆ, ਗੁਰਪਿਆਰ ਹਰੀ, ਸੁਧੀਰ ਬਾਤਿਸ਼, ਪ੍ਰੋਫੈਸਰ ਸਤਨਾਮ ਸਿੰਘ ਸੰਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਕਮਲਜੀਤ ਬੰਗਾ, ਭੁਵਨੇਸ਼ ਜੰਡਾਲ, ਇੰਦੂ ਤਵਨ, ਪ੍ਰੀਤਮ ਸਿੰਘ ਖੰਗੂੜਾ। ਹੋ ਸਕਦਾ ਕੁਝ ਨਾਮ ਮੇਰੇ ਤੋਂ ਨਾ ਨੋਟ ਕੀਤੇ ਗਏ ਹੋਣ ਤੇ ਮੈਂ ਇਹਨਾਂ ਸਾਰਿਆਂ ਦੀ ਬਹੁਤ 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 ਧੰਨਵਾਦੀ ਹਾਂ ਇਸ ਹੌਸਲਾ ਅਫਜ਼ਾਈ ਲਈ। ਸਾਡੇ ਤੋਂ ਜੋ ਵੀ ਸਰਦਾ ਪੁੱਜਦਾ ਹੈ ਉਹਦੇ ਚੋਂ ਜੇਕਰ ਤੁਹਾਡੇ ਅੰਦਰ ਕੋਈ ਚਿੰਤਨ ਪੈਦਾ ਹੁੰਦਾ ਹੈ, ਕੋਈ ਸਵਾਲ ਪੈਦਾ ਹੁੰਦਾ ਹੈ ਜਾਂ ਅਸੀਂ ਕੁਝ ਕਰਨ ਜੋਗੇ ਹੁੰਦੇ ਹਾਂ ਸਮਾਜ ਦੇ ਲਈ, ਤਾਂ ਇਹ ਸਾਡੀ ਖੁਸ਼ਕਿਸਮਤੀ ਹੋਊਗੀ। ਸ਼੍ਰੀ ਰਾਮ ਅਰਸ਼ ਜੀ, ਤੁਹਾਡੀ ਤੰਦਰੁਸਤੀ ਲਈ, ਸਿਹਤ ਲਈ ਬਹੁਤ ਸਾਰੀਆਂ ਦੁਆਵਾਂ। ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਰਾਜਕੁਮਾਰ ਹੰਸ ਜੀ, ਜਿੰਨਾ ਤੁਹਾਨੂੰ ਸੁਣੋ ਓਨਾ ਥੋੜਾ ਹੈ। ਅਜੇ ਤਾਂ ਇਹ ਆਪਾਂ ਪੂਣੀ ਵੀ ਨਹੀਂ ਛੋਈ ਸੀ ਤੇ ਸਾਡਾ ਸਮਾਂ ਮੁੱਕ ਗਿਆ। ਸੋ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਆਪਣੇ ਕਿਸੇ ਵੀ ਮੰਚ ਤੋਂ ਜਾਂ ਮੈਂ ਕਾਲਜ ਦੇ ਮੰਚ ਤੋਂ ਅਸੀਂ ਤੁਹਾਨੂੰ ਬੁਲਾਵਾਂਗੇ। ਬੱਚਿਆਂ ਨੂੰ, ਹਿਸਟਰੀ ਵਾਲੇ ਬੱਚਿਆਂ ਦੇ ਲਈ ਸਪੈਸ਼ਲ ਤੁਹਾਡਾ ਲੈਕਚਰ ਰੱਖਾਂਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਡਾਕਟਰ ਕੁਲਦੀਪ ਦੀਪ ਕੋਲੇ ਵੀ ਕੁਝ ਨਾਮ ਹੋਣਗੇ। ਔਰ ਡਾਕਟਰ ਕੁਲਦੀਪ ਦੀਪ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹਰ ਰੋਜ਼ ਇੰਨੀ ਮਿਹਨਤ ਨਾਲੇ ਪ੍ਰੋਗਰਾਮ ਨੂੰ ਸਿਰੇ ਚੜਾਉਂਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਨਾਮ ਮੈਮ ਤੁਸੀਂ ਬੋਲਤੇ, ਕਾਫੀ ਸਾਰੇ ਜਿਹੜੇ ਚਿਹਰੇ ਮੈਨੂੰ ਦਿਖਾਈ ਦਿੰਦੇ ਸੀ, ਮੈਂ ਫੇਸਬੁੱਕ ਤੇ ਨਹੀਂ ਜਾ ਸਕਿਆ, ਦੇਖ ਨਹੀਂ ਸਕਿਆ ਉਧਰ ਵਜੇ ਕੰਟੀਨਿਊ ਕਰਨ ਕਰਕੇ। ਸੋ ਜਿਹੜੇ ਜਿਨ੍ਹਾਂ ਦੇ ਨਾਮ ਨਹੀਂ ਵੀ ਲੈ ਸਕੇ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ। ਕੋਸ਼ਿਸ਼ ਅਸੀਂ ਕਰਦੇ ਹਾਂ ਕਿ ਸਾਰਿਆਂ ਨੂੰ ਕਵਰ ਕਰ ਸਕੀਏ, ਪਰ ਕੁਝ ਨਾ ਫਿਰ ਵੀ ਰਹਿ ਜਾਂਦੇ ਨੇ, ਕੁਝ ਸਵਾਲ ਵੀ ਰਹਿ ਜਾਂਦੇ ਨੇ। ਬਹੁਤ ਸਵਾਲ ਕੀਤੇ ਗਏ ਸੀ ਕਮੈਂਟਸ ਦੇ ਵਿੱਚ, ਅਸੀਂ ਸਾਰੇ ਸਵਾਲ ਬਾਅਦ ਚ ਨੋਟ ਕਰਾਂਗੇ ਤੇ ਉਹਨਾਂ ਤੇ ਕਦੇ ਬਾਅਦ ਦੇ ਵਿੱਚ ਫਿਰ ਕੋਈ ਸੈਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਕੋਲੇ ਕੁਝ ਨਾਂ ਨੇ ਜੀ। ਦਲਜੀਤ ਕੌਰ ਭਵਾਨੀਗੜ੍ਹ, ਇੱਕ ਸਾਡੇ ਕੋਲੇ ਬਲਜੀਤ ਸਿੰਘ ਨੇ, ਰਜਿੰਦਰ ਚੌਹਾਨ, ਸੁਲਤਾਨਾ ਬੇਗਮ, ਜੀਤ ਹਰਜੀਤ, ਔਰ ਇੱਕ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਇੱਕ ਸਕੂਲ ਉਹ ਸੁਣਦੇ ਹੁੰਦੇ ਨੇ, ਗਿਆਨਦੀਪ ਸਿੰਘ ਜੀ, ਔਰ ਗੁਰਪਿਆਰ ਸਿੰਘ ਜੀ। तो इन्हें एक नाम दलजीत कौर भवानीगढ़ तो जी जी दोस्तों, प्रीतम सिंह खंगूड़ा जी ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਲਗਾਤਾਰ ਨਾਲ ਜੁੜੇ ਹੋਏ ਹੋ ਤੇ ਕੱਲ ਅਸੀਂ ਕੁਝ ਹੋਰ ਫੀਚਰ ਐਡ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਕੱਲ ਦਾ ਐਤਵਾਰ ਤੇ ਅਗਲਾ ਐਤਵਾਰ 2 ਦਿਨ ਅਸੀਂ ਕਾਵਿ ਮਹਿਫਲ ਲਾਉਣੀ ਆ ਤੁਹਾਡੇ ਨਾਲ। ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਕਵੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਲੜੀਵਾਰ ਇਸ ਰੂਪ ਦੇ ਵਿੱਚ, ਕਿਉਂਕਿ ਐਤਵਾਰ ਇਸ ਕਰਕੇ ਰੱਖਿਆ ਕਿ ਐਤਵਾਰ ਜਿਹੜੇ ਪ੍ਰਵਾਸੀ ਕਵੀ ਨੇ ਉਹ ਵਿਹਲੇ ਹੁੰਦੇ ਨੇ, ਫ੍ਰੀ ਹੁੰਦੇ ਨੇ। ਅਦਰਵਾਈਜ਼ ਸਾਡੇ ਤਾਂ ਇੱਥੇ ਰਾਤ ਹੁੰਦੀ ਹੈ, ਇਸ ਵੇਲੇ ਉਹਨਾਂ ਦਾ ਦਿਨ ਚੜ੍ਹਦਾ ਹੈ, ਉਹਨਾਂ ਕੋਲ ਸਮਾਂ ਨਹੀਂ ਹੁੰਦਾ ਹੈਗਾ। ਇਸ ਕਰਕੇ ਕੱਲ ਅਸੀਂ 7 ਕਵੀ ਲੈ ਕੇ ਆ ਰਹੇ ਹਾਂ ਤੁਹਾਡੀ ਕਚਹਿਰੀ ਦੇ ਵਿੱਚ। ਬਹੁਤ ਵੱਡੇ ਪੋਇਟ ਸਾਡੇ ਪੰਜਾਬੀ ਦੇ ਜਸਵਿੰਦਰ, ਕਵਿੰਦਰ ਚਾਂਦ, ਇਸ ਤੋਂ ਇਲਾਵਾ ਰਵਿੰਦਰ ਸਹਿਰਾ, ਅਜ਼ੀਮ ਸ਼ੇਖਰ, ਦਲਬੀਰ ਦਿਲ, ਤੇ ਪੰਜਾਬ ਤੋਂ 2 ਕਵੀ ਨਾਲ ਸ਼ਾਮਲ ਕੀਤੇ ਨੇ, ਮੱਖਣ ਮਾਨ ਤੇ ਸੰਦੀਪ ਸਿੰਘ। ਇਹ 7 ਕਵੀ ਅਸੀਂ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ। ਅਗਲੇ ਐਤਵਾਰ ਫਿਰ 7 ਔਰਤਾਂ ਅਸੀਂ ਜੋ ਸ਼ਾਇਰੀ ਕਰਦੀਆਂ ਨੇ ਉਹਨਾਂ ਨੂੰ ਨਾਲ ਜੋੜਾਂਗੇ। ਫਿਰ ਅਗਲੇ ਐਤਵਾਰ ਕੁਝ ਹੋਰ ਕਵੀ ਲੈ ਕੇ ਆਵਾਂਗੇ, ਉਸ ਤੋਂ ਅਗਲੇ ਐਤਵਾਰ ਕੁਝ ਹੋਰ ਕਵੀ। ਸੋ ਇਹ ਸਿਲਸਿਲਾ ਨਾਲ ਸ਼ੁਰੂ ਕਰਾਂਗੇ। ਕੁਝ ਹੋਰ ਫੀਚਰ ਐਡ ਕਰ ਰਹੇ ਹਾਂ ਤਾਂ ਕਿ ਬੱਚਿਆਂ ਦੇ ਸੈਸ਼ਨ ਵੀ ਕੀਤੇ ਜਾ ਸਕਣ, ਲੋਕ ਧਾਰਾ ਦੇ ਸੈਸ਼ਨ ਵੀ ਕੀਤੇ ਜਾ ਸਕਣ, ਵਿਅੰਗ ਦੇ ਸੈਸ਼ਨ ਵੀ ਕੀਤੇ ਜਾ ਸਕਣ। ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਈਪਲਾਈਨ ਦੇ ਵਿੱਚ ਨੇ, ਅਸੀਂ ਇਹਨਾਂ ਤੇ ਵਰਕ ਕਰ ਰਹੇ ਹਾਂ ਤਾਂ ਕਿ ਇਸ ਨੂੰ ਹੋਰ ਕਲਰਫੁਲ ਬਣਾਇਆ ਜਾ ਸਕੇ, ਅਸੀਂ ਹੋਰ ਚਿੰਤਨ ਦੀ ਚੇਤਨਾ ਨਾਲ ਜੁੜੀਏ ਤੇ ਸਾਰੇ ਸੈਕਸ਼ਨ ਸਮਾਜ ਦੇ ਵਿੱਚ ਇਨਵੋਲਵ ਕਰ ਸਕੀਏ। ਤੁਹਾਡਾ ਸਾਰਿਆਂ ਦਾ ਲਗਾਤਾਰ ਇਸ ਤਰ੍ਹਾਂ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ
फिर एक 24 घंटे की ब्रेक तो बाद इसे वक्त बहुत बहुत धन्यवाद। चलो बहुत जी, शुक्रिया। बहुत बहुत शुक्रिया।